ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਜੇ ਬੰਦਾ ਕਹੇ ਨਾ ਮੇਰੇ ਘਰ 'ਚ ਜਗ੍ਹਾ ਥੋੜੀ, ਇੱਕ ਕਮਰਾ ਹੈ ਮੇਰੇ ਕੋਲ ਜਾਂ 2 ਕਮਰੇ ਹੈ ਮੇਰੇ ਕੋਲ, ਜਾਂ ਮੇਰੇ ਘਰ 'ਚ ਵਿਹੜਾ ਹੈ ਨਹੀਂ, ਕਿ ਮੇਰਾ ਤਾਂ ਛੋਟਾ ਜਿਹਾ ਘਰ ਹੈ, ਤੇ ਗੱਲ ਯਾਦ ਰੱਖੋ, ਘਰ ਬੇਸ਼ੱਕ ਛੋਟਾ ਹੋਵੇ ਚੱਲ ਜਾਏਗਾ, ਪਰ ਦਿਲ ਬੜਾ ਹੋਣਾ ਚਾਹੀਦਾ ਹੈ। ਇਹ ਗੱਲ ਯਾਦ ਰੱਖਣਾ ਹਮੇਸ਼ਾ, ਕਿਉਂਕਿ ਘਰ ਬੇਸ਼ੱਕ ਛੋਟਾ ਹੋਵੇ ਚੱਲ ਜਾਏਗਾ, ਪਰ ਜੇ ਦਿਲ ਛੋਟਾ ਹੋਇਆ ਤੇ ਅਸੀਂ ਪ੍ਰਭੂ ਦੀ ਕਿਰਪਾ ਤੋਂ, ਉਹਦੀਆਂ ਰਹਿਮਤਾਂ ਤੋਂ ਖਾਲੀ ਰਹਿ ਜਾਵਾਂਗੇ। ਕਿਉਂਕਿ ਉਹਦੀ ਕਿਰਪਾ ਘਰ ਨਹੀਂ ਦੇਖਦੀ, ਉਹਦੀ ਕਿਰਪਾ ਕੀ ਦੇਖਦੀ ਹੈ? ਬੰਦੇ ਦਾ ਦਿਲ ਦੇਖਦੀ ਹੈ। ਉਹ ਕਹਿੰਦਾ ਘਰ ਨਾਲ ਮੈਨੂੰ ਕੋਈ ਮਤਲਬ ਨਹੀਂ ਹੈ, ਕਿਉਂਕਿ ਰੱਬ ਉਹਨਾਂ ਨੂੰ ਵੀ ਮਿਲ ਜਾਂਦਾ ਹੈ ਜਿਨ੍ਹਾਂ ਦਾ ਕੋਈ ਘਰ ਨਹੀਂ ਹੁੰਦਾ, ਜਿਹੜੇ ਜੰਗਲਾਂ 'ਚ ਬਹਿ ਕੇ ਪੇੜਾਂ ਥੱਲੇ ਉਹਨੂੰ ਯਾਦ ਕਰਦੇ ਆ ਰੱਬ ਦੀ ਕਿਰਪਾ, ਰੱਬ ਤਾਂ ਉਹਨਾਂ ਨੂੰ ਵੀ ਮਿਲ ਜਾਂਦਾ ਹੈ। ਇਸ ਲਈ ਤਾਂ ਅਸੀਂ ਦੇਖਦੇ ਨਾ, ਬਾਬਾ ਫਰੀਦ ਨੇ ਕਹਿੰਦੇ ਜੰਗਲਾਂ 'ਚ ਜਾ ਕੇ ਪਾ ਲਿਆ, ਮਹਾਤਮਾ ਬੁੱਧ ਨੇ ਜੰਗਲਾਂ 'ਚ ਜਾ ਕੇ ਪਾ ਲਿਆ। ਤੇ ਇਹਦਾ ਮਤਲਬ ਕੀ ਹੈ? ਜੇ ਰੱਬ ਮਹਿਲਾਂ ਨੂੰ ਦੇਖਦਾ, ਕੋਠੀਆਂ ਨੂੰ ਦੇਖਦਾ, ਤਾਂ ਫਿਰ ਸ਼ਾਇਦ ਅਕਬਰ ਵਰਗੇ ਬਾਦਸ਼ਾਹ ਨੂੰ ਮਿਲਦਾ, ਜਾਂ ਸਿਕੰਦਰ ਵਰਗੇ ਸੁਲਤਾਨਾਂ ਨੂੰ ਮਿਲਦਾ, ਜਾਂ ਸ਼ਹਿਨਸ਼ਾਹਾਂ ਨੂੰ, ਕਿਸੇ ਰਾਜੇ ਮਹਾਰਾਜੇ ਨੂੰ ਮਿਲਦਾ। ਪਰ ਨਹੀਂ, ਪਰਮਾਤਮਾ ਨੂੰ ਮਤਲਬ ਨਹੀਂ ਹੈ ਕਿ ਮਹਿਲ ਹੈ ਜਾਂ ਕੱਖਾਂ ਦੀ ਕੁੱਲੀ ਹੈ, ਉਹਨੂੰ ਤਾਂ ਮਤਲਬ ਹੈ ਕਿ ਤੇਰੇ ਦਿਲ 'ਚ ਮੇਰੇ ਵਾਸਤੇ ਜਗ੍ਹਾ ਹੈ ਜਾਂ ਨਹੀਂ। ਔਰ ਅਸੀਂ ਕੀ ਕਹਿੰਦੇ ਆ? ਪਰਮਾਤਮਾ ਬਹੁਤ ਬੜਾ ਹੈ ਕਹਿ ਦਿੰਦੇ ਆ ਨਾ। ਜੇ ਬੰਦੇ ਨੂੰ ਪੁੱਛੋ ਰੱਬ ਕਿੱਡਾ ਕੁ ਬੜਾ ਹੈ, ਬੰਦਾ ਕਹਿੰਦਾ ਰੱਬ ਬਹੁਤ ਬੜਾ ਹੈ। ਤਾਂ ਜੇ ਹੁਣ ਰੱਬ ਬਹੁਤ ਬੜਾ ਹੈ, ਔਰ ਉਸ ਬਹੁਤ ਬੜੇ ਨੂੰ ਅਗਰ ਆਪਣੇ ਦਿਲ 'ਚ ਬਿਠਾਣਾ ਹੈ, ਤਾਂ ਸਾਨੂੰ ਵੀ ਆਪਣਾ ਦਿਲ ਬਹੁਤ ਬੜਾ ਹੀ ਬਣਾਉਣਾ ਪਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਦਿਲ ਬੜਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਦੀ ਕਿਰਪਾ, ਉਹਦੀ ਰਹਿਮਤ, ਉਹਦੀ ਬਖਸ਼ਿਸ਼ ਸਾਡੇ ਦਿਲ ਨੂੰ ਦੇਖਦੀ ਹੈ। ਜਿੱਦਾਂ ਅੱਜ ਛੋਟੇ ਘਰ ਤੋਂ ਜਾਂ ਬੜੇ ਦਿਲ ਤੋਂ ਸਾਨੂੰ ਇੱਕ ਫਕੀਰਾਂ ਦੀ ਛੋਟੀ ਜਿਹੀ ਕਹਾਣੀ ਯਾਦ ਆ ਗਈ, ਸੁਣਾ ਦਈਏ ਤੁਹਾਨੂੰ। ਉਹ ਕਹਾਣੀ ਸਾਨੂੰ ਬੜੀ ਪਿਆਰੀ ਲੱਗਦੀ ਹੈ। ਇੱਕ ਕਹਾਣੀ ਹੈ ਕਿ ਇੱਕ ਵਾਰ ਬੜੇ ਜ਼ੋਰਾਂ ਦੀ ਰਾਤ ਨੂੰ ਬਰਸਾਤ ਹੋ ਰਹੀ ਸੀ, ਬੜੀ ਤੇਜ਼ ਬਾਰਿਸ਼ ਹੋ ਰਹੀ ਸੀ, ਔਰ ਫਕੀਰ ਆਪਣੀ ਕੁੱਲੀ 'ਚ ਬੈਠੇ ਹੋਏ ਹੈ। ਛੋਟੀ ਜਿਹੀ ਕੁੱਲੀ ਹੈ ਫਕੀਰਾਂ ਦੀ, ਛੋਟੀ ਜਿਹੀ ਕੁੱਲੀ, ਕੋਈ ਬੜੀ ਕੁੱਲੀ ਨਹੀਂ ਹੈ, ਛੋਟੀ ਜਿਹੀ ਕੁੱਲੀ ਹੈ, ਔਰ ਫਕੀਰ ਕੁੱਲੀ 'ਚ ਬੈਠੇ ਹੋਏ ਹੈ, ਆਪਣੇ ਰੱਬ ਦੀ ਬੰਦਗੀ ਕਰ ਰਹੇ ਹੈ। ਬੜੇ ਜ਼ੋਰਾਂ ਦੀ ਬਰਸਾਤ ਹੋ ਰਹੀ ਸੀ ਕਿ ਅਚਾਨਕ ਫਕੀਰਾਂ ਦੀ ਕੁੱਲੀ ਦੇ ਦਰਵਾਜ਼ੇ ਤੇ ਦਸਤਕ ਹੋਈ, ਯਾਨੀ ਦਰਵਾਜ਼ਾ ਖੜਕਿਆ। ਜਦੋਂ ਦਰਵਾਜ਼ਾ ਖੜਕਿਆ, ਫਕੀਰਾਂ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਕੀ ਦੇਖਿਆ? ਅੱਗੇ ਇੱਕ ਇਨਸਾਨ ਖੜਾ ਹੈ ਜੋ ਬਾਰਿਸ਼ 'ਚ ਭਿੱਜ ਰਿਹਾ ਹੈ। ਉਹਨੇ ਹੱਥ ਜੋੜੇ ਕਿ ਮਹਾਰਾਜ ਮੈਂ ਇੱਕ ਮੁਸਾਫਿਰ ਹਾਂ, ਕਿਉਂਕਿ ਫਕੀਰਾਂ ਦੀ ਕੁੱਲੀ ਇੱਕ ਰਸਤੇ ਦੇ ਉੱਪਰ ਸੀ, ਜੋ ਸੁਨਸਾਨ ਵਿੱਚ ਰਸਤਾ, ਔਰ ਫਕੀਰਾਂ ਦੀ ਕੁੱਲੀ ਸੁਨਸਾਨ ਵਿੱਚ ਸੀ। ਔਰ ਉਹਨੇ ਕਿਹਾ ਮੈਂ ਮੁਸਾਫਿਰ ਹਾਂ, ਇੱਥੋਂ ਦੀ ਗੁਜ਼ਰ ਰਿਹਾ ਸੀ, ਪਰ ਤੇਜ਼ ਬਾਰਿਸ਼ ਦੇ ਕਰਕੇ ਮੈਂ ਬੜਾ ਪਰੇਸ਼ਾਨ ਹੋ ਗਿਆ। ਮਹਾਰਾਜ ਜੇ ਹੋ ਸਕੇ ਤਾਂ ਅੱਜ ਦੀ ਰਾਤ ਮੈਨੂੰ ਆਪਣੀ ਕੁੱਲੀ 'ਚ ਰੁਕਣ ਦਾ ਮੌਕਾ ਦਿਓ, ਜਦੋਂ ਬਾਰਿਸ਼ ਸਮਾਪਤ ਹੋ ਗਈ ਮੈਂ ਚਲਾ ਜਾਊਂ। ਫਕੀਰ ਕਹਿੰਦੇ ਆ ਜਾ, ਇਹ ਤਾਂ ਫਕੀਰਾਂ ਦਾ ਦਰ ਹੈ, ਫਕੀਰ ਦੇ ਦਰਵਾਜ਼ੇ ਤਾਂ ਸਭ ਦੇ ਵਾਸਤੇ ਖੁੱਲੇ ਆ। ਕਿਉਂਕਿ ਇਹ ਵੀ ਗੱਲ ਇੱਕ ਪੁਆਇੰਟ ਸਮਝਣ ਵਾਲਾ ਹੈ ਕਿ ਦੁਨੀਆਦਾਰਾਂ ਦੇ ਦਰਵਾਜ਼ੇ ਕਿਸੇ ਵਾਸਤੇ ਬੰਦ ਹੁੰਦੇ ਆ, ਕਿਸੇ ਵਾਸਤੇ ਖੁੱਲੇ ਹੁੰਦੇ ਆ। ਕਿਉਂਕਿ ਤੁਸੀਂ ਜਰਾ ਆਪਣੇ ਆਪ ਨੂੰ ਸੋਚੋ, ਕਈ ਵਾਰ ਬੰਦਾ ਕਹਿ ਦਿੰਦਾ ਹੈ ਉਹ ਮੇਰਾ ਮਿੱਤਰ ਹੈ, ਉਹ ਮੇਰੇ ਘਰ ਆਣਾ ਚਾਹੀਦਾ ਹੈ, ਉਹ ਮੇਰਾ ਸ਼ਤਰੂ ਹੈ, ਮੇਰੇ ਘਰ ਨਹੀਂ ਬਣਨਾ ਚਾਹੀਦਾ। ਜੇ ਕਿਤੇ ਵਿਆਹ ਸ਼ਾਦੀ ਆ ਜਾਵੇ, ਇਹਨੂੰ ਕਾਰਡ ਦੇ ਦਿਓ, ਇਹ ਮੇਰਾ ਆਪਣਾ ਹੈ, ਤਾਂ ਉਹਨੂੰ ਨਹੀਂ ਬੁਲਾਣਾ ਮੈਂ, ਕਿਉਂਕਿ ਉਹ ਮੇਰਾ ਸ਼ਤਰੂ ਹੈ, ਉਹਦੇ ਵਾਸਤੇ ਮੇਰੇ ਦਰਵਾਜ਼ੇ ਬੰਦ ਹੈ। ਇੱਕ ਬੰਦੇ ਦੀ ਸੋਚ ਹੈ, ਕਿਸੇ ਵਾਸਤੇ ਦਰਵਾਜ਼ਾ ਖੁੱਲਦਾ ਹੈ ਤਾਂ ਕਿਸੇ ਵਾਸਤੇ ਬੰਦਾ ਬੰਦ ਕਰ ਦਿੰਦਾ ਹੈ। ਪਰ ਇੱਕ ਰੱਬ ਦਾ ਜਾਂ ਫਕਰਾਂ ਦਾ ਦਰ ਹੀ ਐਸਾ ਹੁੰਦਾ ਜਿੱਥੇ ਸਭ ਦੇ ਵਾਸਤੇ ਦਰਵਾਜ਼ੇ ਖੁੱਲੇ ਹੁੰਦੇ ਆ, ਕਿਸੇ ਵਾਸਤੇ ਦਰਵਾਜ਼ਾ ਬੰਦ ਨਹੀਂ ਹੁੰਦਾ। ਉੱਥੇ ਕੋਈ ਜੈਸਾ ਮਰਜ਼ੀ ਆ ਜਾਵੇ, ਬੁਰੇ ਤੋਂ ਬੁਰਾ ਵੀ ਆ ਜਾਵੇ, ਉਹ ਵੀ ਪ੍ਰਮਾਤਮਾ ਦੇ ਘਰ ਦੇ ਦਰਵਾਜ਼ੇ ਖੁੱਲੇ ਹੀ ਪਾਏਗਾ। ਕਿਉਂਕਿ ਪ੍ਰਮਾਤਮਾ ਕਹਿੰਦਾ ਹੈ ਤੂੰ ਆ ਤਾਂ ਸਹੀ, ਸਿਰ ਝੁਕਾ ਤਾਂ ਸਹੀ, ਮੈਂ ਤੇਰੀ ਹਰ ਗਲਤੀ, ਹਰ ਗੁਨਾਹ ਨੂੰ ਬਖਸ਼ਣ ਨੂੰ ਤਿਆਰ ਬੈਠਾ। ਜਿੱਦਾਂ ਸਮੁੰਦਰ ਹੈ ਨਾ, ਬੰਦਾ ਜਿੰਨਾ ਮਰਜ਼ੀ ਚਿੱਕੜ ਨਾਲ, ਜਿੰਨਾ ਮਰਜ਼ੀ ਗਾਰੇ ਨਾਲ, ਜਿੰਨਾ ਮਰਜ਼ੀ ਇਨਸਾਨ ਕਵੇ ਮੈਂ ਗੰਦਗੀ ਨਾਲ ਭਰਿਆ ਹੋਇਆ ਹੈ, ਪਰ ਸਮੁੰਦਰ ਨੇ ਇਹ ਨਹੀਂ ਕਹਿਣਾ ਵਿੱਚ ਨਹਾਈ ਨਾ, ਨਹੀਂ ਤਾਂ ਮੈਂ ਖਰਾਬ ਹੋ ਜਾਊਂ। ਨਹੀਂ, ਸਮੁੰਦਰ ਕਹਿੰਦਾ ਆ ਜਾ, ਤੇਰੇ ਵਰਗੇ ਲੱਖਾਂ ਆ ਜਾਣ ਚੁੱਭੀਆਂ ਮਾਰਨ, ਉਹਨਾਂ ਦੀ ਗੰਦਗੀ ਤਾਂ ਧੋ ਹੋ ਜਾਏਗੀ, ਮੇਰਾ ਕੁਝ ਨਹੀਂ ਵਿਗੜਨਾ। ਸਮੁੰਦਰ ਕਦੀ ਮੈਲਾ ਨਹੀਂ ਹੁੰਦਾ, ਸਮੁੰਦਰ 'ਚ ਲੱਖਾਂ ਹੀ ਲੋਕ ਨਹਾਉਂਦੇ ਐ, ਪਰ ਫਿਰ ਵੀ ਸਮੁੰਦਰ ਸਮੁੰਦਰ ਹੈ। ਇਹੀ ਤਾਂ ਪ੍ਰਮਾਤਮਾ ਦੀ ਕਿਰਪਾ ਹੈ। ਇਹ ਤਾਂ ਕਈ ਵਾਰ ਤੁਸੀਂ ਦੇਖੋਗੇ ਕਿਸੇ ਮੰਦਿਰ ਜਾਂ ਕਿਸੇ ਐਸੇ ਧਾਰਮਿਕ ਸਥਾਨ ਦੇ ਬਾਹਰ ਲਿਖਿਆ ਹੁੰਦਾ ਇੱਥੇ ਪਾਪੀਆਂ ਦਾ ਆਣਾ ਮਨਾ ਹੈ, ਤਾਂ ਬੜੀ ਹੈਰਾਨੀ ਹੁੰਦੀ ਹੈ। ਇੱਕ ਵਾਰ ਸਾਨੂੰ ਰਾਜਸਥਾਨ ਵੱਲ ਜਾਣ ਦਾ ਮੌਕਾ ਮਿਲਿਆ, ਉੱਥੇ ਲਿਖਿਆ ਸੀ ਕਿ ਇੱਥੇ ਇਸਤਰੀ ਦਾ ਅੰਦਰ ਆਣਾ ਮਨਾ ਹੈ। ਹੁਣ ਜਰਾ ਸਮਝਣਾ ਸਾਰੇ ਜੀ, ਉਹ ਮੰਦਿਰ ਦਾ ਨਾਮ ਨਹੀਂ ਲਵਾਂਗੇ ਕਿਉਂਕਿ ਅਸੀਂ ਕਿਸੇ ਦੀ ਉਹ ਨਹੀਂ ਕਰ ਰਹੇ, ਬਸ ਦੱਸ ਰਹੇ ਹਾਂ ਅਸੀਂ ਕੁਝ ਪੁਆਇੰਟ ਜੋ ਕਿ ਸਾਡੇ ਜੀਵਨ 'ਚ ਸਮਝਣੇ ਜ਼ਰੂਰੀ ਹੈ। ਕਈ ਜਗ੍ਹਾ ਲਿਖਿਆ ਹੁੰਦਾ ਇੱਥੇ ਪਾਪੀਆਂ ਦਾ ਆਣਾ ਮਨਾ ਹੈ। ਪੁੱਛੋ ਕਿਉਂ? ਉਹ ਕਹਿੰਦੇ ਪਾਪੀ ਅੰਦਰ ਨਹੀਂ ਆਣਾ ਚਾਹੀਦਾ। ਤਾਂ ਪੁੱਛਿਆ ਜਾਵੇ ਪਾਪੀ ਕਿਉਂ ਨਹੀਂ ਆਣਾ ਚਾਹੀਦਾ? ਜਰਾ ਗੌਰ ਕਰਨ ਵਾਲੀ ਚੀਜ਼ ਹੈ।
कि पापी अंदर नहीं आना चाहिए। ਇਹਦਾ मतलब ਜਿਹੜਾ ਮੰਦਰ ਅੰਦਰ ਬੈਠਾ ਭਗਵਾਨ ਇੰਨਾ ਕਮਜ਼ੋਰ ਹੈ ਕਿ ਜੇ ਪਾਪੀ ਅੰਦਰ ਚਲਾ ਗਿਆ ਤਾਂ ਭਗਵਾਨ ਨੂੰ ਭ੍ਰਿਸ਼ਟ ਕਰ ਦੇਗਾ। ਉਹ ਫਿਰ ਤਾਂ ਭਗਵਾਨ ਕਮਜ਼ੋਰ ਹੋ ਗਿਆ ਤਾਂ ਪਾਪੀ शक्तिशाली हो गया। ਉਹ होना तो यही चाहिए है कि ਲੱਖਾਂ पापी आन कोई फर्क नहीं पैंदा, क्योंकि भगवान वो शक्ति है कि जेड़ा भी ਉਹਦੇ सामने आएगा वो पवित्र हो जाएगा। जरा समझो सारे, क्योंकि ये सोच इंसान दी भगवान ਨੂੰ छोटा बना दिंदी है कि नहीं बई इत्थे भगवान दे घर कोई बुरा ना आवे। और ऐसी ये गल थोड़ा जिहा समझिए कि अगर हॉस्पिटल दे बाहर ही लिखिया होवे इत्थे मरीजां दा आना मना है तो उत्थे जाना किहना है, क्योंकि हॉस्पिटल दे विच ही तां मरीजां दी लोड़ है। मरीजां नूं हॉस्पिटल दी जरूरत है। जे बीमार डॉक्टर कोल नहीं जाएगा तो उहनूं ठीक किहना करना है। इसी तरह भगवान भी साडा डॉक्टर है। और ਜਿਹੜੀਆਂ बुराइयां विषय विकारा रूपी पापा रूपी बीमारियां सानू लगियां होईयां है, जे भगवान दी शरण च जावांगे दर्शन करांगे तो फिर ही साडे जीवन च बदलाव आएगा, फिर ही साडे जीवन च बदलाव आएगा। इसलिए भगवान तो वो है जिहदे दरवाजे सब दे वास्ते हर वेले खुले हुए हैं। हुण कहंदे फकीर ने कहा आ जा बई, ये फकीर दा दर है, आ जा। हुण ओनू अंदर फकीरां ने बुलाया, दरवाजा बंद कर दिता। हुण जगह इन्नी थोड़ी है कि फकीर एक पासे लेट गए, उन्होंने कहते तुम ही लेट जा। हाले थोड़ा समा गुजरिया सी कि फिर दरवाजा खड़किया। जदों दरवाजा खड़किया तो उस वेले वो आदमी ने कहा महाराज लगदा कोई होर आ गया, पर महाराज इत्थे तां साडे दोनां दे लेटण नूं जगह है, हुण किसे तीजे नूं बुलाया तो साडे तों लेट नहीं होएगा, यानी फिर लम्मे नहीं पै होना साडे तों। फकीर कहंदे फिर की हो गया, दरवाजा तां खोल। दरवाजा खोलिया, एक आदमी होर बाहर खड़ा सी। हुण होर आदमी खड़ा सी, उन्हें भी बेनती की कि महाराज बारिश करके मैं बड़ा परेशान है, मैनू अंदर बुला लो। उसले फकीर कहंदे आ जा। नाल दा बंदा कहंदा महाराज इहनू कित्थे बिठावांगे, जगह तां अगे दो जिन्नी है। वो फकीर कहंदे कमाल दी गल है, तेरा घर थोड़ी है, ये फकीर दा घर है, इत्थे किसे नू ना नहीं है। पहला असीं दोने लेटे हुए सी, हुण दोने बैठ जावांगे। हुण की है, हुण बैठ के रात कढ लवांगे, पर ये फकीर दा दर है, इत्थे इनकार किसे नू नहीं है। हुण किहा जांदा है, वो तीसरे नूं भी बुला लिया। हुण तिन्ने ही बह गए। थोड़ी देर होर हुई, फिर दरवाजा खड़किया, फिर देखिया चौथा आदमी है कोई, क्योंकि पहला तीन जने, एक फकीर, दो आदमी होर। हुण तां वो दोनों कहण लगे महाराज हुण जे तीसरा आ गया तो औखा हो जाएगा, यानी एक तां तुसीं दो ऐसी, हुण तीजे नूं तुसीं बुला लिया तां सानूं बैठण च भी तंगी आएगी। वो फकीर कहंदे कुछ नहीं हुंदा, दरवाजा तां खोलो। देखिया कि चौथा आदमी है। फकीरां ने कहा इहनूं भी बुलाओ। पहला असीं खुले खुले बैठे सी, हुण थोड़ा नेड़े होके बह जावांगे। वो कहंदे महाराज कमाल दी गल है, हुण फकीर दा घर सी, क्योंकि फकीर कहंदे ना किहनूं करनी, अंदर बुलाओ। ओनू भी अंदर बुलाया गया। हुण जदों चार जने हो गए, तीन आदमी एक फकीर कोल कोल होके बैठे, छोटी जी कुल्ली है, कि अचानक थोड़ी देर गुजरी के देखिया दरवाजे नूं कोई धक्का ला रहा है। दरवाजे नूं कोई धक्का ला रहा है, खड़का नहीं रहा, कोई धक्का ला रहा है। फकीर कहंदे वो देखो कौन है। तो बाकी ने कहा मारे बस करो, हुण तां बैठण नूं जगह ही है नहीं, ऐसी पहले ही चार ही बड़ी मुश्किल बैठे आ, हुण तुसीं किहनूं बुलाओगे। वो फकीर कहंदे फिर भी फकीर दा दर है, कोई दरवाजा खड़कावे तां खोलना ये फकीर दा फर्ज है। ताहीं तां कबीर साहब कहंदे ना, कबीर मोहे मरने का चाओ है, मरूं तो हर के द्वार। वो कहंदे मरन दा शौक है, मैनू चाओ है, पर मरां तां अपने हरी दे दरवाजे ते, क्योंकि कदी ना कदी तां दरवाजा खोल के देखेगा कोई पिया होया है, क्योंकि पता उन्हें कदों दरवाजा खोल देना है। संतां ने कहा खोलो, फकीरां ने कहा खोलो दरवाजा। हुण दरवाजा खोलिया, आदमी ने दरवाजा खोलिया, देखिया बाहर कोई आदमी नहीं, एक गधा है। एक गधा है जो सिर नाल धक्का ला रहा, वो भी बारिश तो परेशान है, और गधा भी अपने आप नूं बारिश तो बचाने की खातर कोई जगह लभ रहा है। तो वो अंदर आने की कोशिश कर रहा है। तो उन्होंने कहा महाराज ये तो कोई गधा है, मैं दरवाजा बंद कर देवां। फकीर कहंदे खोल दरवाजा। वो कहंदे महाराज असीं बैठे हुए हैं, फिर की करांगे। वो कहंदे कोई गल नहीं, चार जने सीगे बैठे हुए हैं, हुण गधा आ जाएगा, चार ही खड़े हो जावांगे। ये फकीर दा डर है, इत्थे इनकार किसे नूं भी नहीं है। हुण जरा गौर करना, एक कहानी बड़ी समझण वाली है। फकीर कहंदे एक अमीर दा डर हुंदा है, जिथे इंसानां नाल भी गधे वाला बिहेव कीता जांदा है। कई अमीरां दे डर हुंदे है, जिथे इंसान नूं इंसान नहीं गधा समझिया जांदा है। ਉਹਨੂੰ ਕਿਹਾ ਜਾਂਦਾ ਆ ਕੰਮ ਕਰ, ਉਹ ਕੰਮ ਕਰ, ਆ ਬੋਝ ਚੱਕ, ਉਹ ਬੋਝ ਚੱਕ। ਉਹ ਕਿਸੇ ਨੂੰ ਆਰਾਮ ਨਾਲ
ਬੈਠਣ ਨਹੀਂ ਦਿੰਦੇ, ਉਹਨੂੰ ਗਧਾ ਸਮਝ ਕੇ ਦਿਨ ਰਾਤ ਕੰਮ ਕਰਾਉਂਦੇ ਹੈ। ਕਹਿੰਦੇ ਇੱਕ ਅਮੀਰ ਦਾ ਦਰ ਹੁੰਦਾ ਹੈ ਜਿੱਥੇ ਇਨਸਾਨ ਨੂੰ ਵੀ ਗਧਾ ਸਮਝਿਆ ਜਾਂਦਾ ਹੈ, ਇਹ ਫਕੀਰ ਦਾ ਦਰ ਹੈ। ਇੱਥੇ ਜਾਨਵਰਾਂ ਨਾਲ ਵੀ ਪਿਆਰ ਕੀਤਾ ਜਾਂਦਾ ਹੈ, ਕਿਉਂਕਿ ਫਕੀਰ ਉਹ ਜੋ ਜਾਨਵਰਾਂ ਨਾਲ ਵੀ ਪਿਆਰ ਕਰੇ, ਕਿਉਂਕਿ ਸਭ ਦੇ ਅੰਦਰ ਤਾਂ ਉਹ ਮੇਰਾ ਮਾਲਿਕ ਬੈਠਾ ਹੈ, ਮੇਰਾ ਪ੍ਰਭੂ ਬੈਠਾ ਹੈ, ਮੇਰਾ ਪਿਆਰਾ ਬੈਠਾ ਹੈ। ਇਸ ਲਈ ਮੈਨੂੰ ਤਾਂ ਹਰ ਪਸ਼ੂ ਪੰਛੀ ਜਾਨਵਰ ਅੰਦਰ ਵੀ ਆਪਣਾ ਭਗਵਾਨ ਨਜ਼ਰ ਆਉਂਦਾ ਹੈ। ਇਸ ਲਈ ਆਣ ਦਿਓ। ਹੁਣ ਜਿਸ ਵੇਲੇ ਗਧਾ ਵੀ ਅੰਦਰ ਆ ਗਿਆ, ਇਹ ਚਾਰੀ ਉੱਠ ਕੇ ਖੜੇ ਹੋ ਗਏ। ਉਹ ਕਹਿੰਦੇ ਮਾਰੇ ਛੋਟੀ ਜਿਹੀ ਕੁੱਲੀ ਹੈ, ਅਸੀਂ ਹੁਣ ਖੜੇ ਆ, ਗਧਾ ਵੀ ਅੰਦਰ ਬਾੜ ਲਿਆ, ਛੋਟੀ ਜਿਹੀ ਤਾਂ ਕੁੱਲੀ ਹੈ, ਇਦਾਂ ਕਿਉਂ ਕਰ ਰਹੇ ਹੋ? ਉਹ ਫਕੀਰ ਕਹਿੰਦੇ ਕੀ ਕਰੀਏ, ਕੁੱਲੀ ਮੇਰੀ ਬੇਸ਼ੱਕ ਛੋਟੀ ਹੈ ਪਰ ਮੇਰਾ ਦਿਲ ਬਹੁਤ ਬੜਾ ਹੈ। ਔਰ ਜਦੋਂ ਦਿਲ ਬੜਾ ਹੋਵੇ ਨਾ ਤਾਂ ਫਿਰ ਘਰ ਨਹੀਂ ਦੇਖਿਆ ਜਾਂਦਾ, ਫਿਰ ਜਗ੍ਹਾ ਨਹੀਂ ਦੇਖੀ ਜਾਂਦੀ। ਔਰ ਕਈ ਵਾਰ ਇਨਸਾਨ ਦਾ ਘਰ ਤਾਂ ਬਹੁਤ ਬੜਾ ਹੁੰਦਾ ਹੈ ਪਰ ਦਿਲ ਉਹਦਾ ਛੋਟਾ ਜਿਹਾ ਹੁੰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਕਹਿੰਦੇ ਨੇ ਇੱਕ ਵਾਰ ਇੱਕ ਫਕੀਰ ਜਾ ਰਿਹਾ ਸੀ ਤੇ ਇੱਕ ਸੇਠ ਆਪਣੇ ਘਰ ਦੇ ਬਾਹਰ ਕੁਰਸੀ ਤੇ ਬੈਠਾ ਹੋਇਆ ਸੀ। ਫਕੀਰ ਜਾ ਰਿਹਾ ਸੀ, ਭੁੱਖਾ ਫਕੀਰ ਸੀ। ਫਕੀਰ ਨੇ ਦਰਵਾਜ਼ੇ ਤੇ ਖੜ ਕੇ ਸੇਠ ਨੂੰ ਦੇਖਿਆ ਬੈਠੇ ਨੂੰ, ਆਵਾਜ਼ ਮਾਰੀ, ਕਹਿੰਦਾ ਸੇਠ ਜੀ ਭੁੱਖ ਲੱਗੀ ਹੈ, ਰੋਟੀ ਦੇ ਦਿਓ। ਫਕੀਰ ਨੇ ਆਵਾਜ਼ ਮਾਰੀ, ਕੀ ਕਿਹਾ? ਸੇਠ ਜੀ ਭੁੱਖ ਲੱਗੀ ਹੈ, ਰੋਟੀ ਦੇ ਦਿਓ। ਤਾਂ ਸੇਠ ਪਤਾ ਕੀ ਕਹਿੰਦਾ? ਉਹ ਕਹਿੰਦਾ ਜਾ ਜਾ ਫਕੀਰ ਅੱਗੇ ਜਾ, ਘਰ 'ਚ ਕੋਈ ਬੰਦਾ ਹੈ ਨਹੀਂ, ਯਾਨੀ ਕੋਈ ਨੌਕਰ ਹੈ ਨਹੀਂ ਸੀ ਘਰ 'ਚ। ਔਰ ਸੇਠ ਆਪਣੀ ਕੋਈ ਕਿਤਾਬ ਪੜ੍ਹ ਰਿਹਾ ਸੀ, ਇਸ ਲਈ ਸੇਠ ਨੇ ਆਵਾਜ਼ ਮਾਰ ਕੇ ਕਿਹਾ ਕਿ ਜਾ ਜਾ ਫਕੀਰ ਅੱਗੇ ਚਲਾ ਜਾ, ਘਰ 'ਚ ਕੋਈ ਬੰਦਾ ਹੈ ਨਹੀਂ, ਚਲਾ ਜਾ ਅੱਗੇ। ਤਾਂ ਫਕੀਰ ਨੇ ਹੱਥ ਜੋੜੇ, ਕਹਿੰਦਾ ਸੇਠ ਜੀ ਥੋੜੀ ਦੇਰ ਵਾਸਤੇ ਤੁਸੀਂ ਬੰਦੇ ਬਣ ਜਾਓ, ਥੋੜੀ ਦੇਰ ਵਾਸਤੇ ਤੁਸੀਂ ਬੰਦੇ ਬਣ ਜਾਓ, ਕਦੋਂ ਤੱਕ ਜਾਨਵਰ ਬਣ ਕੇ ਬੈਠੇ ਰਹੋਗੇ? ਕਿਉਂਕਿ ਜਿਹਦੇ ਹਿਰਦੇ ਦੇ ਵਿੱਚ ਦੂਜੇ ਨੂੰ ਦੇਖ ਕੇ ਦਇਆ ਨਾ ਆਵੇ, ਦੂਜੇ ਨੂੰ ਦੇਖ ਕੇ ਪ੍ਰੇਮ ਨਾ ਆਵੇ, ਦੂਜੇ ਨੂੰ ਦੇਖ ਕੇ ਕਰੁਣਾ ਨਾ ਆਵੇ, ਉਹ ਇਨਸਾਨ ਬੰਦਾ ਕਹਾਣ ਦੇ ਤਾਂ ਹੱਕਦਾਰ ਹੈ ਹੀ ਨਹੀਂ। ਬੰਦਾ ਕਿਹਨੂੰ ਕਹਿੰਦੇ ਆ, ਜਾਨਵਰ ਕਿਹਨੂੰ ਕਹਿੰਦੇ ਆ? ਹੁਣ ਫਰਜ਼ ਕਰੋ, ਮੈਂ ਏਦਾਂ ਸਮਝ ਲਓ ਥੋੜਾ ਜਿਹਾ, ਕਿ ਇੱਕ ਜਗ੍ਹਾ ਇੱਕ ਆਦਮੀ ਪਿਆਸ ਨਾਲ ਤੜਫ ਰਿਹਾ ਹੈ। ਉਹ ਪਿਆਸ ਨਾਲ ਤੜਫ ਰਿਹਾ, ਕੁੱਤਾ ਉਹਦੇ ਕੋਲ ਦੀ ਲੰਘ ਗਿਆ, ਕਿਉਂਕਿ ਕੁੱਤੇ ਨੂੰ ਕੋਈ ਫਰਕ ਨਹੀਂ ਪੈਂਦਾ, ਬੰਦਾ ਪਿਆਸ ਨਾਲ ਤੜਫ ਰਿਹਾ ਹੈ, ਭੁੱਖ ਨਾਲ ਮਰ ਰਿਹਾ, ਕੋਈ ਫਰਕ ਨਹੀਂ, ਕੋਲ ਦੀ ਲੰਘ ਗਿਆ। ਉਧਰੋਂ ਇੱਕ ਬੈਲ ਆਇਆ, ਹੁਣ ਬੈਲ ਵੀ ਉਹ ਬੰਦੇ ਦੇ ਕੋਲ ਦੀ ਆਰਾਮ ਨਾਲ ਲੰਘ ਗਿਆ, ਕਿਉਂਕਿ ਬੈਲ ਨੂੰ ਵੀ ਕੋਈ ਫਰਕ ਨਹੀਂ ਪੈਂਦਾ, ਬੰਦਾ ਮਰੇ ਬੰਦਾ ਜੀਵੇ, ਉਹਨੂੰ ਮਤਲਬ ਹੀ ਕੋਈ ਨਹੀਂ, ਉਹਨੂੰ ਤਾਂ ਮਤਲਬ ਆਪਣੇ ਘਾਹ ਨਾਲ ਹੈ, ਉਹਨੂੰ ਤਾਂ ਮਤਲਬ ਆਪਣੀ ਖੁਰਾਕ ਨਾਲ ਹੈ। ਉਹ ਵੀ ਚਰਦਾ ਹੋਇਆ ਲੰਘ ਗਿਆ। ਇੱਕ ਗਊ ਆਈ, ਉਹ ਵੀ ਕੋਲ ਦੀ ਲੰਘ ਗਈ। ਕੁੱਤਾ ਆਇਆ, ਉਸ ਆਦਮੀ ਦੇ ਕੋਲ ਦੀ ਲੰਘ ਗਿਆ। ਬੈਲ ਆਇਆ, ਉਸ ਆਦਮੀ ਭੁੱਖੇ ਪਿਆਸੇ ਦੇ ਕੋਲ ਦੀ ਲੰਘ ਗਿਆ। ਫਿਰ ਗਊ ਆਈ, ਉਸ ਭੁੱਖੇ ਪਿਆਸੇ ਆਦਮੀ ਦੇ ਕੋਲ ਦੀ ਲੰਘ ਗਈ। ਫਿਰ ਇੱਕ ਇਨਸਾਨ ਆਇਆ, ਉਹ ਵੀ ਉਸ ਭੁੱਖੇ ਪਿਆਸੇ ਆਦਮੀ ਦੇ ਕੋਲ ਦੀ ਲੰਘ ਗਿਆ। ਕੀ ਫਰਕ ਪਿਆ? ਹੁਣ ਨਾ ਕੁੱਤੇ ਨੂੰ ਕੋਈ ਫਰਕ ਪਿਆ, ਉਹਦੀ ਪਿਆਸ ਭੁੱਖ ਦਾ, ਨਾ ਗਊ ਨੂੰ, ਨਾ ਉਸ ਬੈਲ ਨੂੰ, ਤਾਂ ਨਾ ਹੀ ਉਸ ਇਨਸਾਨ ਨੂੰ। ਇਹਦਾ ਮਤਲਬ ਕੀ ਹੈ ਕਿ ਫਿਰ ਇਸ ਇਨਸਾਨ ਵਿੱਚ ਔਰ ਉਹ ਜਾਨਵਰਾਂ ਵਿੱਚ ਕੋਈ ਫਰਕ ਨਹੀਂ ਹੈ। ਫਰਕ ਕੀ ਹੈ? ਉਹ ਜਾਨਵਰ 4 ਪੈਰਾਂ ਤੇ ਚੱਲਣ ਵਾਲੇ ਜਾਨਵਰ ਹੈ, ਇਹ 2 ਪੈਰਾਂ ਤੇ ਚੱਲਣ ਵਾਲਾ ਜਾਨਵਰ ਹੈ। ਨਾ ਉਹਨਾਂ ਜਾਨਵਰਾਂ ਨੂੰ ਦਇਆ ਆਈ, ਨਾ ਇਸ ਇਨਸਾਨ ਨੂੰ ਦਇਆ ਆਈ, ਤਾਂ ਫਰਕ ਕੀ ਹੋਇਆ? ਸਿਰਫ ਸਰੀਰ ਦਾ, ਅੰਦਰੋਂ ਤਾਂ ਜਾਨਵਰ ਹੀ ਹੈ। ਫਿਰ ਇੱਕ ਹੋਰ ਇਨਸਾਨ ਆਂਦਾ ਹੈ, ਫਿਰ ਇੱਕ ਹੋਰ ਇਨਸਾਨ ਆਂਦਾ ਹੈ। ਉਹ ਜਦੋਂ ਉਸ ਭੁੱਖੇ ਪਿਆਸੇ ਨੂੰ ਦੇਖਦਾ ਹੈ, ਦੌੜ ਕੇ ਉਹਦੇ ਕੋਲ ਆਂਦਾ ਹੈ, ਉਹਨੂੰ ਉਠਾਉਂਦਾ ਹੈ, ਸਹਾਰਾ ਦਿੰਦਾ ਹੈ, ਔਰ ਉਹਨੂੰ ਪਾਣੀ ਪਿਲਾਉਂਦਾ ਹੈ, ਔਰ ਉਹਦੇ ਕੋਲ ਜੋ ਵੀ ਹੈ ਉਹਨੂੰ ਖਾਣ ਦਾ ਇੰਤਜ਼ਾਮ ਕਰਦਾ ਹੈ, ਭੋਜਨ ਦਿੰਦਾ ਹੈ। ਜਦੋਂ ਉਹ ਪਾਣੀ ਪਿਲਾਉਂਦਾ ਹੈ, ਭੋਜਨ ਦਿੰਦਾ ਹੈ, ਤਾਂ ਉਹ ਜਿਹੜਾ ਇਨਸਾਨ ਭੁੱਖ ਪਿਆਸ ਨਾਲ ਤੜਫ ਰਿਹਾ ਸੀ, ਜਦੋਂ ਪਾਣੀ ਪੀਂਦਾ ਹੈ ਤਾਂ ਉਹਨੂੰ ਸਕੂਨ ਮਿਲਦਾ ਹੈ। ਜਦੋਂ ਪੇਟ ਭਰਦਾ ਹੈ, ਉਹਨੂੰ ਚੈਨ ਆ ਜਾਂਦੀ ਹੈ। ਤਾਂ ਫਿਰ ਉਹ ਹੱਥ ਜੋੜ ਕੇ ਕਹਿੰਦਾ ਹੈ ਕਿ ਤੂੰ ਇਨਸਾਨ ਨਹੀਂ, ਤੂੰ ਤਾਂ ਮੇਰੇ ਵਾਸਤੇ ਭਗਵਾਨ ਹੈ, ਜਿਹਨੇ ਮੇਰੀ ਜਾਨ ਬਚਾਈ। ਕਿਉਂਕਿ ਜਾਨ ਬਚਾਣਾ ਇਹਦਾ ਕੰਮ ਹੈ। ਜਵਾਬ ਦੇ ਦਿਓ, ਭਗਵਾਨ ਦਾ, ਮਾਰਨਾ ਸ਼ੈਤਾਨ ਦਾ। ਹੁਣ ਇਨਸਾਨ ਵਿੱਚ ਔਰ ਜਾਨਵਰਾਂ 'ਚ ਅੰਤਰ ਕੀ ਹੈ? ਅਗਰ ਦੇਖਿਆ ਜਾਵੇ ਇਹੀ ਤਾਂ ਫਰਕ ਹੈ ਕਿ ਅਗਰ ਇੱਕ ਇਨਸਾਨ ਦੇ ਅੰਦਰ ਦੂਜੇ ਦੁਖੀ ਇਨਸਾਨ ਨੂੰ ਦੇਖ ਕੇ ਉਹਦੇ ਦੁੱਖ ਨੂੰ ਦੂਰ ਕਰਨ ਦੀ ਭਾਵਨਾ ਪੈਦਾ ਨਹੀਂ ਹੁੰਦੀ, ਕਿਸੇ ਨੰਗੇ ਨੂੰ ਦੇਖ ਕੇ ਉਹਦੇ ਤਨ ਨੂੰ ਢਕਣ ਦੀ ਭਾਵਨਾ ਪੈਦਾ ਨਹੀਂ ਹੁੰਦੀ, ਕਿਸੇ ਪਰੇਸ਼ਾਨੀ ਵਿੱਚ ਕਿਸੇ ਇਨਸਾਨ ਨੂੰ ਦੇਖ ਕੇ ਉਹਦੀ ਪਰੇਸ਼ਾਨੀ ਦੂਰ ਕਰਨ ਦੀ ਭਾਵਨਾ ਨਹੀਂ ਪੈਦਾ ਹੁੰਦੀ, ਤਾਂ ਇਹਦਾ ਮਤਲਬ ਫਿਰ ਇਨਸਾਨ ਹੈ ਹੀ ਨਹੀਂ। ਕਿਉਂਕਿ ਇਨਸਾਨੀਅਤ ਦਾ ਮਤਲਬ ਹੀ ਹੈ ਜਿੱਥੇ ਸਾਡੇ ਅੰਦਰ ਦੂਸਰਿਆਂ ਦਾ ਸੁੱਖ ਦੁੱਖ ਵੰਡਾਣ ਦੀ ਭਾਵਨਾ ਹੋਵੇ, ਦੂਜਿਆਂ ਦੀ ਹੈਲਪ, ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਹੋਵੇ। ਨਹੀਂ ਤਾਂ ਕਦੀ ਤੁਸੀਂ ਦੇਖੋ, ਜਿੱਦਾਂ ਅਸੀਂ ਜਾਨਵਰ ਔਰ ਇਨਸਾਨ ਦੀ ਗੱਲ ਕਰ ਰਹੇ ਹਾਂ, ਹੁਣ ਫਰਜ਼ ਕਰੋ 2 ਕੁੱਤੇ ਜਾ ਰਹੇ ਹੈ, ਇੱਕ ਕੁੱਤਾ ਗਿਰ ਜਾਂਦਾ ਹੈ, ਦੂਜਾ ਕੁੱਤਾ ਉਹਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕਰੇਗਾ, ਪਰ ਇੱਕ ਇਨਸਾਨ ਗਿਰ ਜਾਂਦਾ ਹੈ ਤਾਂ ਦੂਜਾ ਇਨਸਾਨ ਹੱਥ ਫੜ ਕੇ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਬਸ ਜਿਹੜਾ ਉਠਾਉਣ ਦੀ ਕੋਸ਼ਿਸ਼ ਕਰੇ, ਸਹੀ ਮਾਇਨੇ 'ਚ ਇਨਸਾਨੀਅਤ
ਉਹਦੇ ਅੰਦਰ ਹੀ ਹੈ। नहीं तो सिर्फ शरीर का इंसान होना कोई बड़ी गल नहीं है। बंदा कहे ना मैं जन्म ले लिया मां की कोख चो, मैं इंसान, तो इंसान का मतलब यही नहीं कि मां की कोख चो जन्म ले लिया, दो पैरों ते चलना शुरू कर दिता, नहीं। ऐदा दा कई बार मदारी भी वो बांदर नूं ट्रेन कर देंगे, दो पैरों ते चलना सीख लैंदा, देखिया लाठी फड़ के बांदर भी तुरदा है। हुण जे दो पैरों ते चलण नाल ही बंदा कहे इंसान है, तो फिर की असीं उहनूं इंसान कहांगे? नहीं, इंसान पैरां नाल नहीं, शरीर नाल नहीं, इंसान गुणा नाल हुंदा है, अच्छी करनी नाल हुंदा है, अच्छे कर्मां नाल हुंदा है। इसलिए अगर साडी करनी अच्छी है, साडे कर्म अच्छे है, तो ऐसी इंसान तो जे साडी करनी माड़ी है, जे साडे कर्म ही बुरे है, जे साडी करनी दूजियां नूं तकलीफ दुख देण वाली है, तो फिर ऐसी इंसान दे रूप विच शैतान है, हैवान है, जानवर। इसलिए ਇਹ ਬੰਦਾ ਥੋੜਾ ਜਿਹਾ ਬੈਠ ਕੇ ਅਗਰ ਆਪਣੇ ਜੀਵਨ 'ਚ ਵਿਚਾਰ ਕਰੇ, ਜਿੱਦਾਂ ਤੁਹਾਨੂੰ ਕਹਾਂਗੇ ਥੋੜੀ ਦੇਰ ਬਹਿ ਕੇ ਕਦੀ ਸੋਚਿਆ ਕਰੋ ਕਿ ਮੇਰੇ ਕਰਮ ਯਾਨੀ ਮੇਰੇ ਕੰਮ ਇਨਸਾਨਾਂ ਵਾਲੇ ਹੈ ਜਾਂ ਪਸ਼ੂਆਂ ਵਾਲੇ ਹੈ। ਜਿਹਦਾ ਕਹਿੰਦੇ ਆ ਨਾ ਖਾਣਾ ਪੀਣਾ ਸੋਨਾ तो पशुओं का भी काम, मानुष में बस एक गुण जपे राम का नाम। खा लिया पी लिया सो लिया ਇਹ ਤਾਂ ਪਸ਼ੂ ਵੀ ਕਰਦੇ ਆ। ਜਿਹਦਾ ਕਹਿੰਦੇ ਆ ਨਾ ਕਿ ਭੋਜਨ ਨਿੰਦਰਾ ਭੈ ਭੋਗ, ਇਹ ਚਾਰ ਚੀਜ਼ਾਂ ਪਸ਼ੂਆਂ ਅੰਦਰ ਵੀ ਹੁੰਦੀਆਂ ਹੈ, ਜਾਨਵਰਾਂ ਅੰਦਰ ਵੀ ਹੁੰਦੀਆਂ, ਤੇ ਚਾਰ ਚੀਜ਼ਾਂ ਇਨਸਾਨਾਂ ਅੰਦਰ ਵੀ ਹੁੰਦੀਆਂ ਹੈ। ਭੋਜਨ ਯਾਨੀ ਭੋਜਨ ਕਰਨਾ। ਹਾਂ, ਫਰਕ ਕੀ ਹੈ? ਬੰਦਾ ਥਾਲੀਆਂ 'ਚ ਪਾ ਕੇ ਭੋਜਨ ਕਰਦਾ ਹੈ, 36 ਪ੍ਰਕਾਰ ਦੇ ਪਕਵਾਨ ਖਾ ਕੇ ਭੋਜਨ ਕਰਦਾ ਕਿ ਅੱਜ ਮੈਂ ਆਹ ਖਾਣਾ, ਅੱਜ ਮੈਂ ਉਹ ਖਾਣਾ। ਤਾਂ ਜਾਨਵਰ ਘਾਸ ਫੂਸ ਖਾ ਕੇ, ਤੂੜੀ ਖਾ ਕੇ, ਪੱਠੇ ਖਾ ਕੇ ਆਪਣਾ ਪੇਟ ਭਰ ਲੈਂਦੇ ਐ। ਹੁਣ ਗੱਲ ਇਹ ਨਹੀਂ ਕਿ ਬੰਦਾ ਕੀ ਖਾਂਦਾ ਜਾਂ ਪਸ਼ੂ ਕੀ ਖਾਂਦੇ, ਗੱਲ ਹੈ ਕਿ ਪੇਟ ਜਾਨਵਰ ਵੀ ਭਰਦੇ ਐ, पेट इंसान भी भरते हैं। इसलिए भोजन निंद्रा, फिर आ गई उस तो बाद निंद्रा यानी नींद। नींद इंसान भी पूरी करता है तो नींद जानवर भी पूरी करते हैं, चिड़िया कां भी पूरी करते हैं, इसलिए रात को भी सो जाते हैं। हुण जरा समझना, भोजन निंद्रा भय भोग, और भय यानी डर, अपने तो ताकतवर दा डर इंसान नूं भी हुंदा है तो अपने तो ताकतवर दा डर जानवर नूं भी हुंदा है। इसलिए जानवर भी अपने तो ताकतवर पशु नूं देख के दौड़दा है, क्योंकि भय भी जानवर अंदर भी है और इंसान अंदर भी है। फिर चौथी चीज कहते भोग। भोग का मतलब कि भोग जानवर भी करते हैं तो इंसान भी करते हैं, ताही उन्हां दा वंश अगे वधदा है। इसलिए ये चार गुण जानवर अंदर भी है, इंसान अंदर भी है, पंछियां अंदर भी है, इंसान अंदर भी है। तो जरा सोचो, जे यही चार गुण लैके असीं जिंदगी जीउंदे रहे तो फिर साडे जीवन च और पशुआं पंछियां दे जीवन च की फर्क है? फिर तो साडा दोनों जीवन इक्को ही लैते जा रहा है। जिद्दां बंदा कहना रेल दियां पटरियां जा रही है, हाँ मिलदियां नहीं है पर जा इकट्ठियां ही रही और पहुंचदियां भी इक्को ही जगह है। कदी देखिया ना रेलवे लाइन नूं, दो पटड़ियां जा रही है, हुण देखण नूं अलग अलग है पर जा इक्को ही जगह नूं रही है, जिथे जाणगियां इकट्ठियां ही जाणगियां। ओही हालत इंसान दी और जानवरां दी है। देखण नूं इंसान अलग लगदा है, जानवर अलग लगदा है, पर जा उसे रूट ते रहे है, उसी रास्ते रहे है जो दोनों इक्को ही है। पर जिद्दां ही साडे जीवन च अच्छाई आंदी है, जिद्दां ही साडे जीवन च प्रभु दा सिमरन आंदा है, तो समझ लो साडे जीवन दी पटड़ी हुण अलग लाइन ते हो गई। हुण असीं जानवरां नालों उपर हो गए, क्योंकि जिहड़ा काम जानवर नहीं कर सकते, अच्छाई करना, नेकी करना, प्रभु दा सिमरन करना, गिरिया होया नूं उठाना, रोंदियां नूं हसाना, हुण जदों ओह काम करना असीं शुरू कर दिंदे हां तो फिर साडी स्टेज जिहड़ी है जानवरां नालों उपर हो जाती है। फिर फर्क हुंदा है, फिर पता लगता है कि हुण इहदे अंदर इंसानियत वाले गुण पैदा हो चुके हैं। इसलिए थोड़ा जिहा जिद्दां असीं अपने कपड़े नूं चेक करदे हां कि मेरा कपड़ा सोहना लगदा है कि नहीं, क्योंकि जदों कपड़ा पांदे शीशे मुरे खड़ के देखदे हां कि नहीं, चाहे औरत होवे मर्द होवे, इत्थे तक कि बच्चे भी अजकल तो अपने कपड़े चेक करते हैं कि मेरे कपड़े सोहने लगदे हैं कि नहीं। हुण जिस तरह शीशे मुरे खड़ के अपने कपड़ियां नूं असीं चेक करते हैं कि देखिए कोई कमी तां नहीं, कोई नुक्स तां नहीं, अपने फेस नूं चेक करते हैं, अपने बालों नूं, अपनी पगड़ी नूं चेक करते हैं। इसी तरह थोड़ा जिहा अखां बंद करके अपने अंतर मन नूं भी चेक करिया करो कि मेरे अंदर कोई कमी तां नहीं, क्योंकि कपड़े दी कमी साडा उन्ना नुकसान नहीं करेगी। साडे फेस ते कोई दाग लगा होवे उन्ना साडा नुकसान नहीं करेगा, पर जे मन दे अंदर कमियां रह गईयां तो जेड़े घाटे सानू जीवन च पै जाने हैं वो घाटे ऐसे होने जेड़े कदी पूरे नहीं हो सकते। इसलिए थोड़ा जिहा ये विचार करना है, ऐसी बैठ के अपने आप नू चेक करना है, अपने आप नू अंदर देखना है कि जेड़ियां मेरे अंदर कमियां है, जिदा बाबा फरीद ने कहा जे तू अकल लतीफ है माड़े लिखना
लेख आप नड़े गिरेवान में सिर नीमा कर देख। ਹੁਣ ਕਹਿੰਦੇ ਕਿਸੇ ਨੂੰ ਮਾੜਾ ਨਾ ਕਹਿ, ਕਿਸੇ ਦੀ ਨਿੰਦਿਆ ਨਾ ਕਰ, ਕਿਸੇ ਨੂੰ ਬੁਰਾ ਨਾ ਬੋਲ, ਬਲਕਿ ਜੇ ਤੂੰ ਵਾਕਈ ਅਕਲਮੰਦ ਹੈ ਤਾਂ ਆਪਣੇ ਗਿਰੇਵਾਨ ਅੰਦਰ ਝਾਤੀ ਮਾਰ। ਇਹਦਾ ਮਤਲਬ ਸਮਝਦੇ ਹੋ ਨਾ ਕਿ ਦੂਜੇ ਦੀ ਨਿੰਦਿਆ ਕਰਨ ਦੀ ਬਜਾਏ, ਦੂਜੇ ਨੂੰ ਬੁਰਾ ਬੋਲਣ ਦੀ ਬਜਾਏ ਆਪਣੀਆਂ ਕਮੀਆਂ ਦੇਖ ਔਰ ਉਹਨਾਂ ਕਮੀਆਂ ਦਾ ਸੁਧਾਰ ਕਰ। ਕਿਉਂਕਿ ਜਦੋਂ ਤੇਰੇ ਅੰਦਰ ਕਮੀ ਹੈ ਉਹਦਾ ਸੁਧਾਰ ਹੋਏਗਾ ਤਾਂ ਉਹਦਾ ਫਾਇਦਾ ਵੀ ਤੈਨੂੰ ਹੋਏਗਾ। ਤਾਂ ਜੇ ਤੂੰ ਦੂਜਿਆਂ ਦੀਆਂ ਕਮੀਆਂ ਦੱਸਦਾ ਰਿਹਾ, ਜਿੱਦਾਂ ਫਰਜ਼ ਕਰੋ ਇੱਥੇ ਇੱਕ ਉਦਾਹਰਨ ਦੇ ਤੌਰ ਤੇ ਸਮਝੀਏ ਕਿ ਦੋ ਮਕਾਨ ਬਣ ਰਹੇ ਹੈ, ਇੱਧਰ ਵੀ ਮਕਾਨ ਬਣ ਰਿਹਾ, ਇੱਧਰ ਵੀ ਮਕਾਨ ਬਣ ਰਿਹਾ। ਇੱਕ ਮਕਾਨ ਰਾਮ ਦਾ ਹੈ, ਦੂਜਾ ਸ਼ਾਮ ਦਾ ਹੈ। ਹੁਣ ਰਾਮ ਔਰ ਸ਼ਾਮ ਦਾ ਮਕਾਨ ਹੈ। ਹੁਣ ਜਿਹੜਾ ਸ਼ਾਮ ਹੈ ਉਹਦਾ ਧਿਆਨ ਰਾਮ ਦੇ ਮਕਾਨ ਵੱਲ ਹੈ। ਉਹ ਰਾਮ ਨੂੰ ਕਹਿੰਦਾ ਓਏ ਤੇਰੇ ਮਕਾਨ ਦੀ ਆਹ ਦੀਵਾਰ ਟੇਢੀ, ਉਹ ਤੇਰੇ ਮਕਾਨ ਦੀ ਆਹ ਇੱਟ ਸਹੀ ਨਹੀਂ ਲੱਗੀ। ਹੁਣ ਉਹਦਾ ਆਪਣਾ ਘਰ ਵੀ ਬਣ ਰਿਹਾ ਹੈ ਪਰ ਉਹਦਾ ਧਿਆਨ ਉਧਰ ਹੈ ਹੀ ਨਹੀਂ। ਉਹਦਾ ਕੰਮ ਹੈ ਨੁਕਸ ਕੱਢਣਾ ਰਾਮ ਦੇ ਘਰ 'ਚ। ਹੁਣ ਰਾਮ ਦੇਖਦਾ ਹੈ ਕਿ ਵਾਕਈ ਯਾਰ ਇਹਨਾਂ ਦੱਸਿਆ ਇੱਟ ਟੇਢੀ ਹੈ, ਉਹ ਮਿਸਤਰੀ ਨੂੰ ਕਹਿੰਦਾ ਇੱਟ ਸਿੱਧੀ ਕਰੋ, ਉਹਦੀ ਇੱਟ ਸਿੱਧੀ ਹੋ ਗਈ। ਫਿਰ ਸ਼ਾਮ ਦੱਸਦਾ ਹੈ ਓਏ ਕਿੱਦਾਂ ਦਾ ਘਰ ਬਣਾ ਰਿਹਾ, ਦੀਵਾਰ ਤਾਂ ਵਿੰਗੀ ਹੈ ਤੇਰੀ, ਆ ਕਿੱਦਾਂ ਦਾ ਘਰ ਬਣਾ ਰਿਹਾ ਹੈ। ਰਾਮ ਫਿਰ ਮਿਸਤਰੀ ਕੋ ਜਾਂਦਾ ਹੈ, ਮਿਸਤਰੀ ਜੀ ਆ ਦੀਵਾਰ ਕਿੱਦਾਂ ਟੇਢੀ ਕੀਤੀ ਹੈ, ਸਹੀ ਕਰੋ ਇਹਨੂੰ। ਹੁਣ ਉਹ ਮਿਸਤਰੀ ਫਿਰ ਸਹੀ ਕਰ ਦਿੰਦਾ ਹੈ। ਹੁਣ ਸ਼ਾਮ ਰਾਮ ਦੇ ਮਕਾਨ ਵਿੱਚ ਨੁਕਸ ਕੱਢੀ ਜਾਂਦਾ ਔਰ ਉਹਦੇ ਨੁਕਸਾਂ ਨੂੰ ਸੁਣ ਸੁਣ ਕੇ ਰਾਮ ਆਪਣੇ ਮਿਸਤਰੀ ਨੂੰ ਕਹਿ ਕੇ ਉਹ ਨੁਕਸ ਸਹੀ ਕਰਵਾਈ ਜਾਂਦਾ ਹੈ। ਹੁਣ ਦੋਨਾਂ ਦਾ ਘਰ ਬਣ ਕੇ ਤਿਆਰ ਹੋ ਗਿਆ ਤਾਂ ਜ਼ਰਾ ਦੱਸੋ ਘਰ ਕਿਹਦਾ ਪਰਫੈਕਟ ਬਣੇਗਾ? ਰਾਮ ਦਾ, ਕਿਉਂਕਿ ਸ਼ਾਮ ਨੇ ਉਹਦੇ ਘਰ 'ਚ ਨੁਕਸ ਕੱਢ ਕੇ ਉਹਦੀਆਂ ਸਾਰੀਆਂ ਕਮੀਆਂ ਹੀ ਦੂਰ ਕਰ ਦਿੱਤੀਆਂ ਤਾਂ ਆਪਣਾ ਘਰ ਉਹਦਾ ਟੇਢਾ ਮੇਢਾ ਬਣਿਆ। ਜਦੋਂ ਆਪਣਾ ਘਰ ਟੇਢਾ ਮੇਢਾ ਤਿਆਰ ਹੋਇਆ ਤਾਂ ਉਹਦੀ ਪਤਨੀ ਨੇ ਕਿਹਾ ਸਾਡੀ ਦੀਵਾਰ ਟੇਢੀ, ਤਾਂ ਸ਼ਾਮ ਮੱਥੇ ਤੇ ਹੱਥ ਮਾਰਨ ਲੱਗਾ, ਲੈ ਦਿਮਾਗ ਮੇਰਾ ਖਰਾਬ ਹੈ, ਮੈਂ ਤਾਂ ਰਾਮ ਦੀਆਂ ਦੀਵਾਰਾਂ ਸਿੱਧੀਆਂ ਕਰਵਾਉਂਦਾ ਰਿਹਾ ਨਿੰਦਿਆ ਕਰ ਕਰਕੇ, ਆਪਣੇ ਘਰ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ। ਅੱਜ ਫਰਕ ਤਾਂ ਮੈਨੂੰ ਪਿਆ ਕਿ ਮੇਰਾ ਹੀ ਘਰ ਟੇਢਾ ਹੈ। ਬੋਲੋ ਸਹੀ ਹੈ ਕਿ ਨਹੀਂ? ਅੱਜ ਹੁੰਦਾ ਵੀ ਕੀ ਹੈ, ਅੱਜ ਬੰਦਾ ਵੀ ਕੀ ਕਰਦਾ, ਦੂਜੇ ਓਏ ਤੂੰ ਝੂਠਾ, ਓਏ ਤੂੰ ਹੇਰਾ ਫੇਰੀ ਕਰਨ ਵਾਲਾ, ਓਏ ਤੂੰ ਬੁਰਾ ਬੋਲਣ ਵਾਲਾ, ਤੂੰ ਇਹ ਤੂੰ ਬੋ, ਦੂਜੇ ਦੇ ਨੁਕਸ ਕੱਢ ਕੇ ਬੰਦਾ ਦੂਜੇ ਨੂੰ ਤਾਂ ਮੌਕਾ ਦੇ ਦਿੰਦਾ ਹੈ ਸੁਧਾਰਨ ਦਾ, ਪਰ ਆਪਣੇ ਵੱਲ ਕਦੀ ਦੇਖਦਾ ਨਹੀਂ ਹੈ ਕਿ ਮੇਰੇ ਅੰਦਰ ਕਿੰਨੇ ਨੁਕਸ ਹੈ, ਮੇਰੇ ਅੰਦਰ ਕਿੰਨੀਆਂ ਤਕਲੀਫਾਂ ਹੈ, ਮੇਰੇ ਅੰਦਰ ਕਿੰਨੀਆਂ ਬਿਮਾਰੀਆਂ ਹੈ ਬੁਰੇ ਕਰਮਾਂ ਦੀਆਂ। ਔਰ ਜੇ ਇਹ ਦੂਰ ਨਾ ਹੋਈਆਂ ਤਾਂ ਮੇਰਾ ਜੀਵਨ ਟੇਢਾ ਮੇਢਾ ਬਣਨਾ ਹੈ, ਨੁਕਸਾਨ ਕੱਲ ਨੂੰ ਮੇਰਾ ਹੋਣਾ ਹੈ। ਸਮਝ ਆ ਰਹੀ ਹੈ ਕਿ ਨਹੀਂ? ਇਹ ਉਸੇ ਤਰ੍ਹਾਂ ਸਮਝ ਲਓ ਕਿਸੇ ਦੇ ਕੋਈ ਜ਼ਖਮ ਹੈ, ਉਹਦੇ ਨਿੰਦਿਆ ਕਰੀ ਜਾਵੇ, ਇੱਕ ਆਪਣੇ ਜ਼ਖਮ ਹੈ, ਇੱਕ ਉਹਦੇ ਜ਼ਖਮ ਹੈ। ਬੰਦਾ ਉਹਦੇ ਜ਼ਖਮ ਨੂੰ ਕਹੇ ਉਹ ਤੇਰੇ ਆਹ ਜ਼ਖਮ ਹੈ, ਉਹ ਕਿੱਦਾਂ ਦਾ ਭੈੜਾ ਲੱਗਦਾ ਹੈ। ਹੁਣ ਉਹ ਉਹਦਾ ਇਲਾਜ ਕਰ ਲੈਂਦਾ ਤਾਂ ਆਪਣੇ ਜ਼ਖਮ ਨੂੰ ਦੇਖ ਹੀ ਨਹੀਂ ਪਾਉਂਦਾ। ਮਜ਼ਾ ਤਾਂ ਫੇਰ ਹੈ ਕਿ ਆਪਣਾ ਸੁਧਾਰ ਕਰੀਏ, ਕਿਉਂਕਿ ਲਾਭ ਅਸੀਂ ਆਪਣਾ ਚਾਹੁੰਦੇ ਹਾਂ, ਖੁਸ਼ੀ ਅਸੀਂ ਆਪ ਚਾਹੁੰਦੇ ਹਾਂ, ਸੁੱਖ ਅਸੀਂ ਆਪਣੇ ਜੀਵਨ 'ਚ ਚਾਹੁੰਦੇ ਹਾਂ। ਜੇ ਅਸੀਂ ਖੁਸ਼ੀ ਚਾਹੁੰਦੇ ਹਾਂ, ਲਾਭ ਚਾਹੁੰਦੇ ਹਾਂ, ਸੁੱਖ ਚਾਹੁੰਦੇ ਹਾਂ ਆਪਣੇ ਜੀਵਨ 'ਚ, ਤਾਂ ਫਿਰ ਸੁਧਾਰ ਵੀ ਸਾਨੂੰ ਹੀ ਆਪਣੇ ਜੀਵਨ ਦਾ ਕਰਨਾ ਪੈਣਾ ਹੈ। ਦੂਜਿਆਂ ਦੀ ਨਿੰਦਿਆ ਕਰਕੇ, ਦੂਜਿਆਂ ਦੇ ਜੀਵਨ 'ਚ ਦਖਲ ਦੇ ਕੇ ਅਸੀਂ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਜਾਂਦੇ। ਔਰ ਅੰਤ ਉਹ ਆਂਦਾ ਹੈ ਕਿ ਜਦੋਂ ਬੰਦਾ ਪਾਉਂਦਾ ਹੈ ਕਿ ਮੇਰੀ ਜ਼ਿੰਦਗੀ ਦੁੱਖਾਂ 'ਚ ਹੀ ਗੁਜ਼ਰ ਗਈ। ਅਸੀਂ ਦੂਜੇ ਦੇ ਨੁਕਸ ਕੱਢਣ ਵਿੱਚ ਧਿਆਨ ਦਿੰਦੇ ਆ, ਉਹਨਾਂ ਆਪਣੀ ਤਰਫ ਧਿਆਨ ਦਿੰਦੇ ਤਾਂ ਸਾਡੇ ਜੀਵਨ ਦਾ ਕਦੋਂ ਦਾ ਹੀ ਸੁਧਾਰ ਹੋ ਜਾਂਦਾ, ਕਦੋਂ ਦਾ ਅਸੀਂ ਆਪਣੇ ਜੀਵਨ ਨੂੰ ਇਸ ਲਾਇਕ ਬਣਾ ਲੈਂਦੇ ਕਿ ਸਾਨੂੰ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਹੋ ਜਾਂਦੀ, ਉਹਦੀ ਰਹਿਮਤ ਪ੍ਰਾਪਤ ਹੋ ਜਾਂਦੀ। ਇਸ ਲਈ ਥੋੜਾ ਸਮਝੋ ਕਿ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ ਕਿ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਆਪ ਨੂੰ ਅਸੀਂ ਚੈੱਕ ਜ਼ਰੂਰ ਕਰਨਾ ਹੈ, ਥੋੜਾ ਜਿਹਾ ਦੇਖਣਾ ਜ਼ਰੂਰ ਹੈ। ਔਰ ਫਿਰ ਦੇਖਣਾ ਹੈ ਕਿ ਮੇਰੇ ਅੰਦਰ ਜਿਹੜੀਆਂ ਕਮੀਆਂ, ਜਿੱਦਾਂ ਸਮਝ ਲਓ ਹਰ ਰੋਜ਼ ਸ਼ਾਮ ਨੂੰ ਸੌਣ ਤੋਂ ਪਹਿਲਾਂ ਜਦੋਂ ਬਿਸਤਰ ਤੇ ਜਾਂਦੇ ਹੋ ਤਾਂ ਉਸ ਲਈ ਇੱਕ ਚੀਜ਼ ਥੋੜੀ ਸੋਚ ਲਿਆ ਕਰੋ ਕਿ ਅੱਜ ਮੇਰੀ ਵਜ੍ਹਾ ਨਾਲ ਕਿੰਨਿਆਂ ਦਾ ਦਿਲ ਦੁਖਿਆ, ਅੱਜ ਮੈਂ ਕਿੰਨੀ ਵਾਰ ਗਾਲੀ ਗਲੋਚ ਕੀਤੀ, ਅੱਜ ਮੈਂ ਕਿੰਨੀ ਵਾਰ ਨਿੰਦਿਆ ਚੁਗਲੀ ਕੀਤੀ, ਔਰ ਅੱਜ ਮੈਂ ਕਿੰਨੀ ਵਾਰ ਰੱਬ ਦਾ ਨਾਮ ਲਿਆ, ਅੱਜ ਮੈਂ ਕਿੰਨੀ ਵਾਰ ਕੋਈ ਐਸੀ ਗੱਲ ਕੀਤੀ ਜਿਹਦੇ ਨਾਲ ਦੂਜਿਆਂ ਦੇ ਚਿਹਰੇ ਤੇ ਮੁਸਕਰਾਹਟ ਆ ਗਈ, ਅੱਜ ਮੈਂ ਕਿੰਨਿਆਂ ਕੁ ਦਾ ਭਲਾ ਕੀਤਾ। ਹੁਣ ਜਦੋਂ ਸ਼ਾਮ ਨੂੰ ਤੁਸੀਂ ਇਹ ਹਿਸਾਬ ਕਿਤਾਬ ਲਾਉਂਗੇ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਜੇ ਸਾਡਾ ਬੁਰਾਈ ਵਾਲਾ ਪਲੜਾ ਭਾਰੀ ਹੈ ਤਾਂ ਫਿਰ ਸਮਝ ਲਿਓ ਕਿ ਮੇਰੇ ਜੀਵਨ 'ਚ ਦੁੱਖ ਹੀ ਆਣੇ, ਕਿਉਂਕਿ ਮੈਂ ਦੁੱਖਾਂ ਦੇ ਬੀਜ ਹੀ ਬੋਏ ਆ। ਤਾਂ ਜੇ ਸਾਡਾ ਅੱਛਾਈ ਵਾਲਾ ਪਲੜਾ ਭਾਰੀ ਹੈ ਕਿ ਅੱਜ ਮੈਂ ਇੰਨੇ ਰੋਂਦਿਆਂ ਨੂੰ ਹਸਾਇਆ, ਅੱਜ ਮੈਂ ਇੰਨੇ ਦੁਖੀਆਂ ਦੀ ਮਦਦ ਕੀਤੀ, ਅੱਜ ਮੈਂ ਇੰਨੀ ਦੇਰ ਆਪਣੇ ਰੱਬ ਨੂੰ ਯਾਦ ਕੀਤਾ, ਇੰਨੀ ਵਾਰੀ ਆਪਣੇ ਰੱਬ ਦਾ ਸ਼ੁਕਰਾਨਾ ਕੀਤਾ, ਤਾਂ ਜਦੋਂ ਅੱਛਾਈ ਦੇ ਬੀਜ ਬੋਵਾਂਗੇ ਤਾਂ ਫਿਰ ਸਾਡੇ ਜੀਵਨ 'ਚ ਖੁਸ਼ੀਆਂ ਦੇ ਫਲ ਫੁੱਲ ਵੀ ਜ਼ਰੂਰ ਆਣਗੇ। ਇਸ ਲਈ ਜੇ ਅੱਜ ਸਾਡੇ ਜੀਵਨ 'ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਹੈ ਤਾਂ ਚੈੱਕ ਕਰਿਆ ਕਰੋ ਕਿ ਜੇ ਮੇਰੇ ਜੀਵਨ 'ਚ ਦੁੱਖ ਹੈ ਤਾਂ ਕਿਤੇ ਨਾ ਕਿਤੇ ਮੈਂ ਹੀ ਇਹ ਦੁੱਖਾਂ ਦੇ ਬੀਜ ਬੋਏ ਹੋਏ ਆ, ਕਿਉਂਕਿ ਬਿਨਾਂ ਬੀਜਿਆਂ
ਫਲ ਨਹੀਂ ਬੰਦੇ ਨੂੰ ਮਿਲਦਾ। ਕਹਿੰਦੇ ਨਾ ਜੈਸੀ ਕਰਨੀ ਵੈਸੀ ਭਰਨੀ, ਜੈਸਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ। ਇਸ ਲਈ ਇਹ ਚੀਜ਼ ਦਾ ਥੋੜਾ ਜਿਹਾ ਖਿਆਲ ਰੱਖਣਾ ਹੈ ਕਿ ਅਗਰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਆਪਣੇ ਪੂਰੇ ਦਿਨ ਦਾ ਹਿਸਾਬ ਲਾਣਾ ਸ਼ੁਰੂ ਕਰ ਦਈਏ ਤਾਂ ਤੁਸੀਂ ਬਹੁਤ ਜਲਦੀ ਪਾਪਾਂ ਤੋਂ ਮੁਕਤ ਹੋ ਸਕਦੇ ਹੋ। ਕਿਉਂਕਿ ਜਦੋਂ ਸਾਨੂੰ ਆਪਣੀ ਕਰਨੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅੱਜ ਮੈਂ ਕਿੰਨੀ ਵਾਰ ਕ੍ਰੋਧ ਕੀਤਾ, ਅੱਜ ਮੈਂ ਕਿੰਨੀ ਵਾਰ ਗਾਲੀਆਂ ਦਿੱਤੀਆਂ, ਅੱਜ ਮੈਂ ਕਿੰਨੀ ਵਾਰ ਨਿੰਦਿਆ ਕੀਤੀ। ਫਰਜ਼ ਕਰੋ ਤੁਹਾਡੇ ਮੂਹਰੇ ਲਿਸਟ ਆ ਜਾਵੇ ਕਿ ਅੱਜ ਮੈਂ 10 ਵਾਰੀ ਕ੍ਰੋਧ ਕੀਤਾ, ਤਾਂ ਹੁਣ ਤੁਹਾਡਾ ਕੀ ਹੋਣਾ ਹੈ ਕਿ ਕ੍ਰੋਧ ਕਰਨਾ ਮਾੜੀ ਗੱਲ ਹੈ। ਜੇ ਅੱਜ ਮੈਂ 10 ਵਾਰ ਕੀਤਾ ਤਾਂ ਕੱਲ ਨੂੰ ਮੈਂ ਕੋਸ਼ਿਸ਼ ਕਰਨੀ ਹੈ ਕਿ 8 ਵਾਰ ਹੋਵੇ, 7 ਵਾਰ ਹੋਵੇ, 10 ਤੋਂ ਗਿਣਤੀ ਅੱਗੇ ਨਾ ਜਾਵੇ। ਕਿਉਂਕਿ ਕਿਤੇ ਨਾ ਕਿਤੇ ਅਹਿਸਾਸ ਹਰ ਇੱਕ ਨੂੰ ਹੁੰਦਾ ਹੈ ਕਿ ਕੀ ਅੱਛਾ ਹੈ ਕੀ ਬੁਰਾ ਹੈ। ਹੁਣ ਅਗਰ ਰੋਜ਼ ਹਿਸਾਬ ਰੱਖਾਂਗੇ ਤਾਂ ਫੇਰ ਹੀ ਅਸੀਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਜੇ ਹਿਸਾਬ ਹੀ ਨਾ ਰੱਖਾਂਗੇ, ਪਤਾ ਹੀ ਨਾ ਹੋਵੇ ਸਾਨੂੰ ਅੱਜ ਮੈਂ ਕੀ ਕੀਤਾ, ਕੱਲ ਮੈਂ ਕੀ ਕੀਤਾ, ਤਾਂ ਫਿਰ ਬੰਦਾ ਕਦੀ ਉਹ ਚੀਜ਼ ਤੋਂ ਮੁਕਤ ਹੋ ਹੀ ਨਹੀਂ ਸਕਦਾ। ਇਹ ਸੋਚ ਕੇ ਦੇਖਣਾ ਥੋੜਾ ਜਿਹਾ। ਇਹ ਕੁਝ ਨੁਕਤੇ, ਕੁਝ ਪੁਆਇੰਟ ਤੁਹਾਨੂੰ ਦੱਸ ਰਹੇ ਆ। ਬੰਦਾ ਕਹਿੰਦਾ ਮੇਰੇ ਜੀਵਨ ਦਾ ਸੁਧਾਰ ਹੋਵੇ, ਮੇਰੇ ਜੀਵਨ 'ਚ ਖੁਸ਼ੀਆਂ ਆਣ, ਮੇਰੇ ਜੀਵਨ 'ਚ ਕਾਮਯਾਬੀ ਆਵੇ, ਤਾਂ ਉਹ ਕਾਮਯਾਬੀ ਘਰ ਬੈਠਿਆਂ ਉਦੇ ਨਹੀਂ ਆ ਜਾਣੀ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਬੰਦਾ ਸੋਚੇ ਕਿ ਮੈਂ ਬੜਾ ਦੁਖੀ ਆ, ਮੈਨੂੰ ਖੁਸ਼ੀਆਂ ਮਿਲਣ, ਤਾਂ ਖੁਸ਼ੀ ਨੇ ਕੋਈ ਬੱਸੇ ਬੈਠ ਕੇ ਨਹੀਂ ਆਣਾ ਸਾਡੇ ਘਰ ਵਾਸਤੇ, ਜਾਂ ਖੁਸ਼ੀ ਨੇ ਕਿਤੇ ਕੋਈ ਆਟੋ ਕਿਰਾਏ ਤੇ ਕਰਕੇ ਨਹੀਂ ਆਣਾ। ਬਲਕਿ ਜੇ ਅਸੀਂ ਜੀਵਨ 'ਚ ਖੁਸ਼ੀ ਚਾਹੁੰਦੇ ਆ ਤਾਂ ਸਾਨੂੰ ਆਪਣੇ ਜੀਵਨ ਨੂੰ ਐਸਾ ਬਣਾਉਣਾ ਪਏਗਾ ਕਿ ਖੁਸ਼ੀ ਸਾਡੇ ਤੱਕ ਚੱਲ ਕੇ ਆਵੇ। ਸਮਝਦੇ ਹੋ ਕਿ ਨਹੀਂ? ਇਹ ਗੱਲ ਨੂੰ ਯਾਦ ਰੱਖਣਾ ਹਮੇਸ਼ਾ ਕਿ ਆਪਣੇ ਜੀਵਨ ਨੂੰ ਅਸੀਂ ਵੈਸਾ ਬਣਾ ਸਕਦੇ ਹਾਂ ਕਿ ਸਾਡੇ ਜੀਵਨ 'ਚ ਖੁਸ਼ੀਆਂ ਪ੍ਰਗਟ ਹੋਣ। ਕਿਉਂਕਿ ਖੁਸ਼ੀ ਕਿੱਥੇ ਹੈ? ਖੁਸ਼ੀ ਤਾਂ ਸਾਡੇ ਅੰਦਰ ਹੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਬਸ ਉਹ ਅੰਦਰਲੀ ਖੁਸ਼ੀ ਨੂੰ ਪ੍ਰਗਟ ਕਰਨ ਦੀ ਸਾਨੂੰ ਯੁਕਤੀ ਚਾਹੀਦੀ ਹੈ, ਸਾਨੂੰ ਮਾਰਗ ਚਾਹੀਦਾ ਹੈ, ਸਾਨੂੰ ਰਸਤਾ ਚਾਹੀਦਾ ਕਿ ਕਿਸ ਤਰ੍ਹਾਂ ਸਾਡੇ ਅੰਦਰਲੀ ਉਹ ਖੁਸ਼ੀ ਪ੍ਰਗਟ ਹੋ ਸਕੇ। ਕਿਉਂਕਿ ਅੱਜ ਅਸੀਂ ਦੇਖਿਆ ਕਿ ਜਦੋਂ ਅੰਦਰ ਜੀਵ ਮਿਲ ਰਹੇ ਸੀ ਤਾਂ ਕਾਫੀ ਜੀਵਾਂ ਨੇ ਬੇਨਤੀ ਕੀਤੀ, ਸਾਨੂੰ ਆਹ ਤਕਲੀਫ ਹੈ, ਸਾਨੂੰ ਆਹ ਦੁੱਖ ਹੈ, ਮੇਰੀ ਏਦਾਂ ਸਿਹਤ ਖਰਾਬ ਹੈ, ਮੇਰੇ ਬੱਚੇ ਨੂੰ ਆਹ ਪ੍ਰੋਬਲਮ ਹੈ। ਤੇ ਅਸੀਂ ਇੱਕ ਗੱਲ ਦੱਸਣੀ ਚਾਹਾਂਗੇ ਕਿ ਤੁਹਾਡੀ ਹਰ ਮੁਸੀਬਤ, ਹਰ ਤਕਲੀਫ, ਹਰ ਇੱਕ ਦੁੱਖ ਦਾ ਹੱਲ ਉਹ ਪ੍ਰਮਾਤਮਾ ਦੇ ਘਰ 'ਚ ਹੈ। ਬਸ ਉਸ ਹੱਲ ਨੂੰ ਪ੍ਰਾਪਤ ਕਰਨ ਦਾ ਮਾਰਗ ਸਮਝਣਾ ਪੈਂਦਾ ਹੈ। ਜਿੱਦਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਹੈ, ਸਾਈਂ ਬੁੱਲੇ ਸ਼ਾਹ ਨੇ, ਕਿ ਖੁਸ਼ੀਆਂ ਲੱਭਦਾ ਹਰ ਕੋਈ ਫਿਰਦਾ। ਹੁਣ ਖੁਸ਼ੀਆਂ ਲੱਭ ਰਹੇ ਕਿ ਨਹੀਂ ਸਾਰੇ? ਹੁਣ ਕੋਈ ਵੀ ਇਨਸਾਨ ਦੁਨੀਆ ਤੇ ਐਸਾ ਨਹੀਂ ਹੈ ਜੋ ਖੁਸ਼ੀ ਨੂੰ ਤਲਾਸ਼ ਨਾ ਕਰਦਾ ਹੋਵੇ। ਹਰ ਇਨਸਾਨ ਖੁਸ਼ੀ ਲੱਭ ਰਿਹਾ ਹੈ, ਹਰ ਇਨਸਾਨ ਜੀਵਨ 'ਚ ਸ਼ਾਂਤੀ ਲੱਭ ਰਿਹਾ ਹੈ, ਹਰ ਇਨਸਾਨ ਜੀਵਨ 'ਚ ਆਨੰਦ ਲੱਭ ਰਿਹਾ ਹੈ। ਬੋਲੋ ਤੁਸੀਂ ਲੱਭਦੇ ਹੋ ਕਿ ਨਹੀਂ? ਅੱਜ ਫਿਰ ਦੱਸ ਦਈਏ ਤੁਹਾਨੂੰ ਖੁਸ਼ੀਆਂ ਨੂੰ ਪ੍ਰਾਪਤ ਕਰਨ ਦਾ ਰਸਤਾ ਕੀ ਹੈ। ਜਾਣਨਾ ਚਾਹੁੰਦੇ ਹੋ? ਨੀਂਦ ਤਾਂ ਨਹੀਂ ਆ ਰਹੀ? ਹਾਂ, ਥੋੜਾ ਐਕਟਿਵ ਹੋ ਕੇ ਸੁਣਨਾ। ਕਿਉਂਕਿ ਬਹੁਤ ਵਾਰ ਦੇਖਿਆ ਕਿ ਬੰਦਾ ਸਤਸੰਗ 'ਚ ਬਹਿੰਦਾ ਝੋਕਾ ਹੀ ਲੈਂਦਾ ਰਹਿੰਦਾ ਹੈ। ਜਿੱਦਾਂ ਅਸੀਂ ਦੱਸਿਆ ਕਿ ਸਤਸੰਗ ਵਿੱਚ 3 ਪ੍ਰਕਾਰ ਦੇ ਜੀਵ ਆਉਂਦੇ ਆ। ਸੁਣਿਆ ਕਿ ਨਹੀਂ ਕਿ ਸਤਸੰਗ ਵਿੱਚ 3 ਪ੍ਰਕਾਰ ਦੇ ਜੀਵ ਆਉਂਦੇ ਆ? ਪਤਾ ਕਿਹੜੇ ਕਿਹੜੇ ਆਉਂਦੇ 3 ਪ੍ਰਕਾਰ ਦੇ? ਪਹਿਲਾ ਪ੍ਰਕਾਰ ਹੁੰਦਾ ਊਂਗੇ, ਦੂਜਾ ਹੁੰਦਾ ਹੈ ਸੂੰਗੇ, ਔਰ ਤੀਜਾ ਹੁੰਦਾ ਹੈ ਡੂੰਗੇ। ਇਹ 3 ਪ੍ਰਕਾਰ ਦੇ ਜੀਵ ਸਤਸੰਗ 'ਚ ਆਉਂਦੇ ਆ। ਅੱਜ ਦੇਖਣਾ ਤੁਸੀਂ ਕਿਹਨਾਂ 'ਚੋਂ। ਹੁਣ ਆਪ ਹੀ ਦੇਖ ਲਿਓ। ਅਸੀਂ ਤੁਹਾਨੂੰ ਤਿੰਨਾਂ ਬਾਰੇ ਦੱਸ ਦੇਣਾ ਹੈ ਕਿ ਤਿੰਨਾਂ ਦੀ ਨਿਸ਼ਾਨੀ ਕੀ ਹੈ, ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਨਿਸ਼ਾਨੀਆਂ ਪਤਾ ਲੱਗ ਗਈਆਂ। ਹੁਣ ਮੈਂ ਤਿੰਨਾਂ 'ਚੋਂ ਕਿਹਨਾਂ 'ਚੋਂ ਆਂਦਾ ਹੈ, ਕਿਹੜੀ ਕੈਟਾਗਰੀ 'ਚੋਂ ਮੈਂ ਆਂਦਾ ਹਾਂ, ਫਿਰ ਆਪੇ ਤੁਸੀਂ ਵਿਚਾਰ ਕਰਕੇ ਹੱਥ ਖੜਾ ਕਰ ਦਿਓ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਊਂਗੇ ਕਿਹਨੂੰ ਕਿਹਾ ਜਾਂਦਾ ਹੈ? ਪਤਾ ਕਿਸੇ ਨੂੰ? ਊਂਗੇ। ਫਿਰ ਆਂਦੇ ਆ ਦੂਜੇ ਸੂੰਗੇ, ਫਿਰ ਤੀਜੀ ਕਿਸਮ ਦੇ ਆਂਦੇ ਐ ਡੂੰਗੇ। ਹੁਣ ਊਂਗੇ ਕਿਹਨਾਂ ਨੂੰ ਕਿਹਾ ਜਾਂਦਾ ਹੈ? ਊਂਗੇ ਉਹਨਾਂ ਜੀਵਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਸਤਸੰਗ 'ਚ ਆ ਕੇ ਬਹਿੰਦੇ ਐ, ਉਂਗਣਾ ਸ਼ੁਰੂ ਕਰ ਦਿੰਦੇ ਆ। ਉਂਗਣਾ ਯਾਨੀ ਉਵਾਸੀਆਂ ਲੈਣੀਆਂ ਸ਼ੁਰੂ ਕਰ ਦਿੰਦੇ, ਸੋਣਾ ਸ਼ੁਰੂ ਕਰ ਦਿੰਦੇ ਆ। ਜਿੱਦਾਂ ਬੰਦਾ ਕਹਿੰਦਾ ਉਂਗਦਾ ਕਾਤੇ ਆ, ਸੌਂਦਾ ਕਾਤੇ ਆ, ਜਾਗ, ਝੋਕਾ ਕਾਤੇ ਲਈ ਜਾਂਦਾ ਹੈ? ਜਦੋਂ ਝੋਕ ਆਂਦੀ ਹੈ ਨਾ, ਝੋਕ ਨੂੰ ਕਹਿੰਦੇ ਉਂਗਣਾ। ਇਹ ਬੈਠੇ ਬੈਠੇ ਸੌਂਦੇ ਐ। ਉਹ ਆਪ ਅੱਖਾਂ ਬੰਦ ਕਰਕੇ ਦੂਜੇ 'ਚ ਵੱਜਦੇ, ਦੂਜਾ ਕਹਿੰਦਾ ਕੀ ਹੋਇਆ? ਨਹੀਂ, ਮੇਰੀ ਸੁਰਤੀ ਜੁੜੀ ਹੋਈ ਸੀ। ਕਮਾਲ ਦੀ ਗੱਲ। ਇਹ ਨਹੀਂ ਕਹਿਣਾ ਮੈਨੂੰ ਨੀਂਦ ਆ ਰਹੀ ਹੈ, ਇਹ ਕਹਿੰਦਾ ਮੇਰੀ ਤਾਂ ਸੁਰਤੀ ਜੁੜ ਗਈ ਸੀ। ਜਰਾ ਸਮਝਣਾ ਸਾਰੇ ਜੀ। ਹੁਣ ਇਹ ਆਪਣੀ ਨੀਂਦ ਤੇ ਪਰਦਾ ਪਾਣਾ। ਇਹ ਹੁਣ ਇੰਨੀ ਗੱਲ ਬੰਦਾ ਕਵੇ ਮੈਂ ਸੁੱਤਾ ਪਿਆ ਸੀ, ਤਾਂ ਫਿਰ ਨਾਲ ਦੇ ਨਾਲ ਕਹਿੰਦਾ ਸਤਸੰਗ 'ਚ ਸੌਣ ਆਂਦਾ ਤੂੰ? ਨਹੀਂ ਭਾਈ, ਮੇਰੀ ਤਾਂ ਸੁਰਤੀ ਭਗਵਾਨ ਨਾਲ ਜੁੜ ਗਈ ਸੀ। ਜਰਾ ਹੁਣ ਸਮਝਣਾ। ਹੁਣ ਪਹਿਲੀ ਕਿਸਮ ਦੇ ਹੁੰਦੇ ਊਂਗੇ, ਕਿਉਂਕਿ ਇਨਸਾਨ ਘਰਾਂ 'ਚ ਦੁਖੀ ਹੁੰਦਾ ਹੈ, ਪਰੇਸ਼ਾਨ ਹੁੰਦਾ ਹੈ, ਰਾਤ ਨੂੰ ਟੈਨਸ਼ਨਾਂ ਕਰਕੇ ਨੀਂਦ ਨਹੀਂ ਆਉਂਦੀ।
ਬੱਚਿਆਂ ਦੀ ਫੀਸ ਦੀ ਫਿਕਰ, ਬੱਚਿਆਂ ਦੀ ਹੋਰ ਟੈਨਸ਼ਨ, ਕਿਸੇ ਦਾ ਬੱਚਾ ਨਸ਼ੇ ਕਰਦਾ ਉਹ ਟੈਨਸ਼ਨ ਨਾਲ ਮਾਂ-ਬਾਪ ਨੂੰ ਨੀਂਦ ਨਹੀਂ ਆਉਂਦੀ, ਕਿਸੇ ਦੀ ਧੀ ਵਿਆਹਣ ਵਾਲੀ ਹੈ ਉਹ ਟੈਨਸ਼ਨ ਨਾਲ ਨੀਂਦ ਨਹੀਂ ਆਉਂਦੀ, ਜਾਂ ਹੋਰ ਕਈ ਪ੍ਰਕਾਰ ਦੀਆਂ ਟੈਨਸ਼ਨਾਂ, ਮੇਰਾ ਕੰਮ ਨਹੀਂ ਬਣਦਾ, ਮੇਰਾ ਕੰਮ ਨਹੀਂ ਚੱਲਦਾ, ਮੇਰੀ ਪਤਨੀ ਮੇਰੇ ਕਹਿਣੇ 'ਚ ਹੈ ਨਹੀਂ, ਮੇਰਾ ਪਤੀ ਮੇਰੇ ਕਹਿਣੇ 'ਚ ਹੈ ਨਹੀਂ, ਇਦਾਂ ਦੀਆਂ ਕਈ ਚੀਜ਼ਾਂ ਨੂੰ ਲੈ ਕੇ ਬੰਦਾ ਟੈਨਸ਼ਨ 'ਚ ਹੁੰਦਾ, ਰਾਤ ਭਰ ਜਾਗਦਾ, ਨੀਂਦ ਨਹੀਂ ਆਉਂਦੀ। ਫਿਰ ਜਦੋਂ ਸਤਸੰਗ 'ਚ ਆ ਕੇ ਬਹਿੰਦਾ ਹੈ ਤਾਂ ਥੋੜੀ ਸ਼ਾਂਤੀ ਮਿਲਦੀ ਹੈ ਔਰ ਉਹਨੂੰ ਫਿਰ ਉਹ ਰਾਤ ਦੀ ਨੀਂਦ ਪੂਰੀ ਕਰਨ ਦਾ ਮੌਕਾ ਮਿਲਦਾ ਹੈ। ਉਹ ਊਂਘਦਾ ਹੈ ਆ ਕੇ ਉੱਥੇ, ਉਹ ਸੌਣ ਹੀ ਜਾਂਦਾ ਹੈ, ਉਹ ਸੌਂਦਾ ਹੈ ਆ ਕੇ। ਹੁਣ ਇੱਕ ਹੁੰਦੇ ਊਂਘੇ ਜੋ ਸਤਸੰਗ ਜਾ ਕੇ ਬਹਿੰਦੇ ਐ ਸੌਣ ਵਾਸਤੇ, ਆ ਕੇ ਸੋਣਾ ਸ਼ੁਰੂ ਕਰ ਦਿੰਦੇ ਹੈ। ਔਰ ਫਿਰ ਹੁਣ ਦੂਸਰੀ ਪ੍ਰਕਾਰ ਦੇ ਕਿਹੜੇ ਜੀਵ ਹੈ? ਹੁਣ ਦੂਸਰੀ ਪ੍ਰਕਾਰ ਦੇ ਜੀਵ ਆ ਜਾਂਦੇ ਐ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਸੂੰਘੇ। ਹੁਣ ਸੂੰਘੇ ਕਿਹਨੂੰ ਕਿਹਾ ਜਾਂਦਾ ਹੈ? ਸੂੰਘੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਸਤਸੰਗ 'ਚ ਆਉਂਦੇ ਆ ਪਰ ਉਹਨਾਂ ਨੂੰ ਗਿਆਨ ਨਾਲ ਕੋਈ ਮਤਲਬ ਨਹੀਂ ਹੈ, ਸੰਤਾਂ ਨਾਲ ਕੋਈ ਮਤਲਬ ਨਹੀਂ ਹੈ। ਉਹਨੂੰ ਮਤਲਬ ਕੀ ਹੈ? ਉਹ ਜਦੋਂ ਸਤਸੰਗ 'ਚ ਆ ਕੇ ਬਹਿੰਦੇ ਆ ਤਾਂ ਇੱਕ ਦੂਜੇ ਨੂੰ ਸੁੰਘਦੇ ਹੀ ਰਹਿੰਦੇ ਆ। ਆਹ ਕੀ ਕਰ ਰਿਹਾ ਹੈ, ਉਹ ਕੀ ਕਰ ਰਿਹਾ ਹੈ, ਆਹ ਕੀ ਬੋਲ ਰਿਹਾ ਹੈ, ਉਹ ਕੀ ਬੋਲ ਰਿਹਾ ਹੈ, ਉਹ ਫਲਾਣੇ ਦੀ ਘਰ ਵਾਲੀ ਕਿਹਦੇ ਨਾਲ ਆਈ ਹੈ, ਉਹ ਫਲਾਣੇ ਦਾ ਘਰ ਵਾਲਾ ਕਿਹਦੇ ਕੋਲ ਖੜ ਕੇ ਗੱਲਾਂ ਕਰਦਾ ਹੈ। ਉਹ ਇੱਕ ਦੂਜੇ ਦੀ ਗੱਲ ਰੋਲਾ ਪਾਉਣ ਵਾਸਤੇ, ਦੂਜੇ ਨੂੰ ਦੱਸਣ ਵਾਸਤੇ ਆਉਂਦੇ। ਕੋਈ ਨਹੀਂ, ਪਤਾ ਲੱਗ ਜਾਵੇ ਕਿ ਕਿਹਕੋ ਖੜਾ ਹੈ, ਇਹ ਕਿਹਦੇ ਨਾਲ ਗਈ ਹੈ, ਕਿਹਦੇ ਨਾਲ ਗਿਆ ਹੈ, ਕਰਦਾ ਕੀ ਹੈ, ਜਾਂ ਫਿਰ ਲੰਗਰ 'ਚ ਕੀ ਬਣਿਆ ਹੈ। ਗਿਆਨ ਨਾਲ ਕੋਈ ਮਤਲਬ ਨਹੀਂ, ਸਤਸੰਗ ਨਾਲ ਕੋਈ ਮਤਲਬ ਨਹੀਂ, ਬਸ ਸੁਣ ਕੇ ਆ ਜਾਣਾ ਕਿਹੜਾ ਕੀ ਕਰ ਰਿਹਾ ਸੀ। ਔਰ ਕਈ ਤਾਂ ਜਾਂਦੇ ਆ ਕੱਪੜਿਆਂ ਦੇ ਡਿਜ਼ਾਈਨ ਹੀ ਦੇਖਣ ਚਲੇ ਜਾਂਦੇ ਆ, ਕਿਹੜੇ ਕਿੱਦਾਂ ਦੇ ਕੱਪੜੇ ਪਾ ਕੇ ਆਇਆ ਔਰ ਕਿਹੜਾ ਕਿੱਦਾਂ ਦੇ ਪਾ ਕੇ ਆਇਆ। ਜਿੱਦਾਂ ਕਹਿੰਦੇ ਨੇ ਇੱਕ ਵਾਰ ਇੱਕ ਸੰਤ ਇੱਕ ਜਗ੍ਹਾ ਬੈਠੇ ਸਤਸੰਗ ਕਰ ਰਹੇ ਸੀ, ਸਤਸੰਗ ਚੱਲ ਰਿਹਾ ਸੀ। ਜਦੋਂ ਸਤਸੰਗ ਦੀ ਸਮਾਪਤੀ ਹੋਈ ਤਾਂ ਸੰਤਾਂ ਨੇ ਸਤਸੰਗ ਦੀ ਸਮਾਪਤੀ ਤੋਂ ਬਾਅਦ ਪੁੱਛਿਆ ਕਿ ਹਾਂ ਬੱਚੋ, ਅੱਜ ਦੱਸੋ ਤੁਸੀਂ ਸਤਸੰਗ ਚੋਂ ਕੀ ਸਿੱਖਿਆ। ਹੁਣ ਸਾਰੇ ਚੁੱਪ ਕਰਕੇ ਬੈਠੇ ਆ ਤਾਂ ਨੱਥੂ ਲਾਲ ਦੀ ਘਰ ਵਾਲੀ ਵੀ ਬੈਠੀ ਸੀ, ਔਰਤਾਂ 'ਚ ਉੱਠ ਕੇ ਖੜੀ ਹੋਈ। ਸੰਤ ਕਹਿੰਦੇ ਸ਼ੁਕਰ ਹੈ ਕਿਸੇ ਨੇ ਹੱਥ ਖੜਾ ਕੀਤਾ। ਪੁੱਛਿਆ ਹਾਂ ਬੇਟਾ ਦੱਸ ਵੀ ਅੱਜ ਸਤਸੰਗ 'ਚ ਕੀ ਸਿੱਖਿਆ। ਉਹ ਕਹਿੰਦੀ ਮਹਾਰਾਜ ਅੱਜ ਮੈਂ ਸਤਸੰਗ 'ਚ ਕੋਟੀ ਦੇ 2-3 ਨਵੇਂ ਡਿਜ਼ਾਈਨ ਸਿੱਖ ਲਏ। ਅੱਜ ਜਿਹੜੀ ਨਾਲ ਦੀ ਬੈਠੀ ਹੈ ਨਾ ਮੇਰੇ, ਇਹਨੂੰ ਬੜੇ ਵਧੀਆ ਡਿਜ਼ਾਈਨ ਆਉਂਦੇ ਐ, ਅੱਜ ਮੈਂ 2 ਸਿੱਖ ਲਏ ਐ। ਕਹਿੰਦੀ ਭੈਣ ਬਾਕੀ 2 ਜਿਹੜੇ ਅਗਲੇ ਸਤਸੰਗ ਸਿਖਾਉਂਗੀ। ਉਹ ਸੰਤ ਕਹਿੰਦੇ ਕਮਾਲ ਦੀ ਗੱਲ, ਕਿਉਂਕਿ ਇਹੀ ਦੇਖਿਆ ਨਾ ਤੁਸੀਂ, ਉਹ ਸਲਾਈ ਲੈ ਕੇ, ਅੱਜ ਕੱਲ ਤਾਂ ਪਤਾ ਨਹੀਂ ਪਰ ਪਹਿਲਾ ਸਮਾਂ ਹੁੰਦਾ ਸੀ ਜੇ ਟੀਚਰਾਂ ਸਕੂਲ ਵੀ ਜਾਂਦੀਆਂ ਸੀ ਨਾ, ਉਹਨਾਂ ਨੇ ਸਵੈਟਰ ਬੁਣੀ ਜਾਣਾ ਹੈ, ਕੋਟੀ ਬੁਣੀ ਜਾਣੀ ਹੈ, ਬੱਚੋ ਪੜੋ, ਇਹ ਇਧਰ ਕੁੰਡੇ ਪਾਈ ਜਾਣੇ ਹਰ ਜਗ੍ਹਾ ਕਰਕੇ। ਹੁਣ ਬੱਚੇ ਪੜ ਰਹੇ ਆ ਨਹੀਂ ਪੜ ਰਹੇ ਮਤਲਬ ਹੀ ਕੋਈ ਨਹੀਂ, ਕੰਮ ਤੇ ਬੈਠਿਆ ਵੀ ਸਲਾਈ ਲੈ ਕੇ ਬੁਣੀ ਜਾਣਾ ਹੈ। ਹੁਣ ਜਿਹੜਾ ਹਰ ਜਗ੍ਹਾ ਤੋਂ ਸਤਸੰਗ 'ਚ ਵੀ ਨੱਥੂ ਲਾਲ ਦੀ ਘਰ ਵਾਲੀ ਬੁਣੀ ਰਹੀ ਸੀ, ਨਾਲ ਦੀ ਬੈਠੀ ਲੇਡੀ ਨੇ, ਔਰਤ ਨੇ ਦੱਸਿਆ ਆਹ ਡਿਜ਼ਾਈਨ ਇਦਾਂ ਪਾ, ਕਿਉਂਕਿ ਜਿੱਦਾਂ ਕੁੰਡਾ ਚੱਕਾਂਗੇ ਉਦਾਂ ਦਾ ਡਿਜ਼ਾਈਨ ਬਣ ਜਾਣਾ ਹੈ। ਉਹ ਕਹਿੰਦੀ ਮਹਾਰਾਜ ਅੱਜ ਦੇ ਸਤਸੰਗ ਮੈਂ 2 ਨਵੇਂ ਡਿਜ਼ਾਈਨ ਸਿੱਖ ਲਏ ਐ, ਬਾਕੀ ਭੈਣ ਕਹਿੰਦੀ ਐ ਅਗਲੇ ਸਤਸੰਗ 2 ਹੋਰ ਸਿਖਾਉਂ। ਉਹ ਸੰਤਾਂ ਨੇ ਮੱਥੇ ਹੱਥ ਮਾਰਿਆ। ਉਹ ਤੁਸੀਂ ਸਤਸੰਗ ਉਹ ਰੱਬ ਦੇ ਘਰ ਦੀ ਗੱਲ ਸਿੱਖਣ ਆਉਂਦੇ ਹੋ, ਕੋਈ ਧਿਆਨ ਦੀ ਗੱਲ ਸਿੱਖਣ ਆਉਂਦੇ ਹੋ, ਕੋਈ ਪ੍ਰੇਮ ਦੀ ਗੱਲ ਸਿੱਖਣ ਆਉਂਦੇ ਹੋ, ਡਿਜ਼ਾਈਨ ਨਵੇਂ ਪਾਣੇ ਸਿੱਖਣ ਆਉਂਦੇ ਹੋ। ਹੁਣ ਇਹਨੂੰ ਕਹਿ ਦਿੰਦੇ ਸੂੰਘੇ, ਜਿਨ੍ਹਾਂ ਨੂੰ ਸਤਸੰਗ ਨਾਲ ਕੋਈ ਮਤਲਬ ਨਹੀਂ, ਗਿਆਨ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਮਤਲਬ ਹੈ ਬਸ ਸੰਸਾਰ ਨਾਲ, ਦੁਨੀਆ ਨਾਲ, ਕਿਹੜਾ ਕੀ ਕਰ ਰਿਹਾ ਕਿਹੜਾ ਕੀ ਨਹੀਂ ਕਰ ਰਿਹਾ। ਜਿੱਦਾਂ ਤੁਸੀਂ ਦੇਖਿਆ ਨਾ, ਕਿਤੇ ਚੋਰੀ ਹੋ ਜਾਵੇ ਤਾਂ ਪੁਲਿਸ ਵਾਲੇ ਡੌਗ ਲੈ ਕੇ ਆਉਂਦੇ, ਜਿਹੜੇ ਸੁੰਘ ਕੇ ਚੋਰ ਦਾ ਪਤਾ ਲਗਾ ਲੈਂਦੇ ਆ, ਉਹਦੇ ਪੈਰਾਂ ਦੀ ਸਮੈਲ, ਉਹਦੇ ਕੱਪੜੇ ਦੀ ਸਮੈਲ ਤੋਂ ਹੀ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ। ਹੁਣ ਕਈ ਇਸੇ ਤਰ੍ਹਾਂ ਸੁੰਘਦੇ ਹੀ ਰਹਿੰਦੇ ਦੂਜੇ ਨੂੰ। ਹੁਣ ਬੰਦਾ ਆਪ ਹੀ ਸੋਚੇ ਜੇ ਮੈਂ ਦੂਜੇ ਨੂੰ ਸੁੰਘਣ ਲੱਗਾ ਤਾਂ ਫਿਰ ਮੈਂ ਕਿਹੜੀ ਕੈਟਾਗਰੀ 'ਚ ਜਾ ਰਿਹਾ, ਫਿਰ ਮੈਂ ਕੀ ਬਣ ਰਿਹਾ। ਇਸ ਲਈ ਸਤਸੰਗ ਵਿੱਚ ਆਓ, ਨਾ ਊਂਘੇ ਬਣ ਕੇ ਆਓ ਨਾ ਸੂੰਘੇ ਬਣ ਕੇ ਆਓ। ਇੱਕ ਤੀਸਰੀ ਕਿਸਮ ਹੈ ਜੋ ਸਭ ਤੋਂ ਉੱਤਮ ਹੈ, ਉਹਨਾਂ ਨੂੰ ਕਹਿੰਦੇ ਐ ਡੂੰਘੇ। ਜਰਾ ਗੌਰ ਕਰਨਾ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਡੂੰਘੇ। ਕਿਉਂਕਿ ਜਿਹੜੇ ਡੂੰਘੇ ਬਣ ਕੇ ਜਾਂਦੇ ਆ ਨਾ, ਉਹ ਫਿਰ ਸਤਸੰਗ ਦੇ ਵਿੱਚ ਛੁਪੇ ਹੋਏ ਪ੍ਰਭੂ ਦੇ ਗਿਆਨ ਰੂਪੀ ਹੀਰੇ ਮੋਤੀਆਂ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਲੈਂਦੇ ਹੈ। ਇਹ ਤਾਂ ਇਨਸਾਨ ਦੇ ਉੱਪਰ ਹੈ ਕਿ ਸਤਸੰਗ ਇੱਕ ਐਸਾ ਸਮੁੰਦਰ ਹੈ, ਕਈ ਜਾਂਦੇ ਐ ਸਮੁੰਦਰ ਦੇ ਚਾਰੋਂ ਤਰਫ ਘੁੰਮ ਕੇ ਮਿੱਟੀ ਦੇਖ ਕੇ ਆ ਜਾਂਦੇ ਐ, ਪਾਣੀ ਦੇਖ ਕੇ ਆ ਜਾਂਦੇ ਐ। ਕਈ ਜਾਂਦੇ ਐ ਉਹ ਸਮੁੰਦਰ ਦੇ ਕੋਲ ਜਾਲ ਪਾਉਂਦੇ ਆ, ਮੱਛੀਆਂ ਫੜ ਕੇ ਆ ਜਾਂਦੇ ਐ। ਕਈ ਜਾਂਦੇ ਐ ਉਹ ਸੀਪਾਂ ਪੱਥਰ ਇਕੱਠੇ ਕਰਕੇ ਆ ਜਾਂਦੇ ਐ। ਤਾਂ ਕਈ ਐਸੇ ਵੀ ਜਾਂਦੇ ਆ ਗੋਤਾਖੋਰ, ਜਿਹੜੇ ਸਮੁੰਦਰ ਦੀ ਗਹਿਰਾਈ 'ਚ ਜਾਂਦੇ ਆ ਤਾਂ ਸਮੁੰਦਰ 'ਚ ਛੁਪੇ ਮੋਤੀਆਂ ਨੂੰ ਪ੍ਰਾਪਤ ਕਰਕੇ ਆਉਂਦੇ ਐ। ਸਮੁੰਦਰ ਇੱਕੋ ਹੀ ਹੈ, ਕੋਈ ਗਿਆ ਪਾਣੀ ਮਿੱਟੀ ਦੇਖ ਕੇ ਆ ਗਿਆ, ਰੇਤ ਦੇਖ ਕੇ ਆ ਗਿਆ, ਕੋਈ ਗਿਆ ਪੱਥਰ ਸੀਪਾਂ ਇਕੱਠੀਆਂ ਕਰਕੇ ਆ ਗਿਆ, ਕੋਈ ਗਿਆ ਮੱਛੀਆਂ ਫੜ ਕੇ ਆ ਗਿਆ। ਤਾਂ ਕੋਈ ਬਿਰਲਾ ਹੀ ਹੁੰਦਾ ਹੈ ਜਿਹੜਾ ਸਮੁੰਦਰ ਦੀ ਗਹਿਰਾਈ ਤੱਕ ਜਾਂਦਾ ਹੈ ਔਰ ਹੀਰੇ ਮੋਤੀਆਂ ਨੂੰ, ਯਾਨੀ ਉਹ ਛੁਪੇ ਹੋਏ ਮੋਤੀਆਂ ਨੂੰ ਪ੍ਰਾਪਤ ਕਰਦਾ ਹੈ, ਜੋ ਉਹਨੂੰ ਲੱਖਾਂ ਰੁਪਿਆਂ ਦਾ ਮਾਲਿਕ ਬਣਾ ਦਿੰਦੇ ਹੈ।
ਇਸੇ ਤਰ੍ਹਾਂ ਸਤਸੰਗ ਵੀ ਇੱਕ ਐਸਾ ਸਮੁੰਦਰ ਹੈ ਜਿਹਦੇ ਵਿੱਚ ਸਭ ਕੁਝ ਹੀ ਹੈ, ਪਰ ਕਈ ਜਾਂਦੇ ਉਹ ਦੇਖਣ ਵਾਲਿਆਂ 'ਚ ਹੀ ਹੁੰਦੇ ਆ। ਉਹਨਾਂ ਨੂੰ ਮਤਲਬ ਨਹੀਂ ਹੈ ਕਿ ਇਹ ਸਤਸੰਗ ਰੂਪੀ ਗਿਆਨ ਦੇ ਸਾਗਰ ਅੰਦਰ ਪ੍ਰਭੂ ਰੂਪੀ ਰਤਨ ਹੈ, ਉਹ ਪਰਮਾਤਮਾ ਰੂਪੀ ਮੋਤੀ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਇਹ ਤਾਂ ਗੁਰੂਆਂ ਨੇ ਵੀ ਫਰਮਾਨ ਕੀਤਾ ਹੈ ਕਿ ਸਤਸੰਗ ਦੇ ਵਿੱਚ ਹੀ, ਸੰਗਤ ਦੇ ਵਿੱਚ ਹੀ ਤਾਂ ਪ੍ਰਭੂ ਦਾ ਵਾਸ ਹੈ। ਇਹ ਪਿਆਰਿਆ, ਜਦੋਂ ਗਹਿਰਾਈ ਚ ਉਤਰੇਗਾ ਤਾਂ ਫਿਰ ਤੈਨੂੰ ਸੰਗਤ ਵਿੱਚ ਛੁਪਿਆ ਉਹ ਪ੍ਰਭੂ ਮਿਲੇਗਾ, ਕਿਉਂਕਿ ਉਹ ਗਹਿਰਾਈ 'ਚ ਹੀ ਮਿਲਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਿਸ ਤਰ੍ਹਾਂ ਕਹਿੰਦੇ ਨਾ ਕਿ ਬਦਾਮ ਖਾਣਾ ਹੋਵੇ ਤਾਂ ਬਾਹਰਲੇ ਖੋਲ ਨੂੰ ਤੋੜਨਾ ਪੈਂਦਾ ਹੈ, ਜੋ ਸਖਤ ਖੋਲ ਹੈ ਉਹ ਟੁੱਟਦਾ ਹੈ ਤਾਂ ਫੇਰ ਹੀ ਅੰਦਰੋਂ ਗਿਰੀ ਬਾਹਰ ਆਂਦੀ ਹੈ। ਜੇ ਨਾਰੀਅਲ ਦਾ ਮਿੱਠਾ ਪਾਣੀ ਪੀਣਾ ਹੋਵੇ, ਮਿੱਠੀ ਗਰੀ ਖਾਣੀ ਹੋਵੇ ਤਾਂ ਉਹਦੇ ਸਖਤ ਖੋਲ ਨੂੰ ਤੋੜਨਾ ਹੀ ਪੈਂਦਾ ਹੈ, ਫੇਰ ਹੀ ਅੰਦਰੋਂ ਮਿੱਠਾ ਪਾਣੀ, ਮਿੱਠੀ ਗਰੀ ਸਾਨੂੰ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਯਾਦ ਰੱਖੋ ਕਿ ਇਨਸਾਨ ਨੇ ਵੀ ਜਿਹੜੀ ਆਪਣੇ ਬਾਹਰ ਹੰਕਾਰ ਦੀ ਸਖਤ ਪਰਤ ਚੜਾਈ ਹੋਈ ਹੈ ਨਾ, ਆਪਣੀ ਮੈਂ ਦੀ ਪਰਤ ਚੜਾਈ ਹੋਈ ਹੈ, ਜਦੋਂ ਇਹ ਮੈਂ ਟੁੱਟੇਗੀ, ਹੰਕਾਰ ਟੁੱਟੇਗਾ ਤਾਂ ਫੇਰ ਹੀ ਅੰਦਰ ਇਹਦੇ ਛੁਪਿਆ ਹੋਇਆ ਜੋ ਮਿੱਠਾ ਅੰਮ੍ਰਿਤ ਰੂਪੀ ਪ੍ਰਮਾਤਮਾ ਹੈ ਉਹ ਇਹਨੂੰ ਪ੍ਰਾਪਤ ਹੋਏਗਾ, ਫੇਰ ਹੀ ਇਨਸਾਨ ਦੀ ਜਨਮਾਂ ਜਨਮਾਂ ਦੀ ਪਿਆਸ ਮਿਟੇਗੀ। ਇਸ ਲਈ ਇਹ ਸਮਝਣਾ ਹੈ ਕਿ ਹੁਣ ਤੁਸੀਂ ਆਪ ਹੀ ਜਵਾਬ ਦੇ ਦਿਓ, ਤੁਸੀਂ ਤਿੰਨਾਂ ਚੋਂ ਕਿਹੜੇ ਹੋ। ਅੱਛਾ, ਜਿਹੜੇ ਜਿਹੜੇ ਉਂਗੇ ਹੱਥ ਖੜਾ ਕਰੋ, ਜਰਾ ਪਤਾ ਲੱਗੇ ਉਂਗਾ ਕੌਣ। ਹੱਥ ਨਹੀਂ ਖੜਾ ਕਰਨਾ ਕਿਸੇ ਨੇ, ਬੇਸ਼ੱਕ ਨੀਂਦ ਆਂਦੀ ਹੋਵੇ ਤਾਂ ਵੀ ਨਹੀਂ ਹੱਥ ਖੜਾ ਕਰਨਾ, ਕਹਿੰਦਾ ਲੈ ਹੁਣ ਉਂਗੇ ਥੋੜੀ ਬਣਨਾ ਆਇਆ ਸੀ, ਜਰਾ ਸਮਝੋ। ਅੱਛਾ, ਉਂਗਾ ਕੋਈ ਨਹੀਂ ਹੈ, ਚਲੋ ਬੜੀ ਖੁਸ਼ੀ ਦੀ ਗੱਲ ਹੈ, ਇੱਥੇ ਉਂਗਾ ਕੋਈ ਨਹੀਂ। ਹੁਣ ਸੁੰਗਾ ਕਿਹੜਾ ਕਿਹੜਾ ਹੈ ਕੋਈ ਸੁੰਗਾ? ਹੁਣ ਦੇਖ ਲਓ, ਸਾਰਿਆਂ ਨੇ ਨਾ ਕੀਤੀ ਹੈ ਹੁਣ ਸਾਰਿਆਂ ਨੇ ਨਾ ਕੀਤੀ ਕਿ ਸੁੰਗਾ ਕੋਈ ਹੈ ਨਹੀਂ। ਤਾਂ ਯਾਦ ਰੱਖਿਓ, ਹੁਣ ਜੇ ਘਰ ਜਾ ਕੇ ਕਿਸੇ ਨੇ ਇੱਕ ਦੂਜੇ ਦੀ ਗੱਲ ਕੀਤੀ ਨਾ, ਉਹਨਾਂ ਇਦਾਂ ਦੇ ਕੱਪੜੇ ਪਾਏ ਸੀ, ਉਦਾਂ ਦੇ ਪਾਏ ਸੀ, ਉਹ ਇਦਾਂ ਕਰਦਾ ਸੀ, ਉਦਾਂ ਕਰਦਾ ਸੀ, ਫਿਰ ਤੁਸੀਂ ਹੁਣ ਯਾਦ ਰੱਖਣਾ, ਪਹਿਚਾਨ ਰੱਖਣੀ ਕਿ ਉੱਥੇ ਤਾਂ ਹੱਥ ਖੜਾ ਕੀਤਾ ਨਹੀਂ, ਇੱਥੇ ਕੰਮ ਸੁੰਘਿਆਂ ਵਾਲੇ ਕਰ ਰਹੇ ਆ। ਇਹਦਾ ਮਤਲਬ ਬੰਦਾ ਕਹਿੰਦਾ ਕੁਛ ਹੈ, ਕਰਦਾ ਕੁਛ ਹੈ। ਕਹਿ ਦੇਣਾ ਮੈਂ ਬੜਾ ਭਗਤ ਹਾਂ ਤਾਂ ਕਰੀ ਕੁਛ ਹੋਰ ਜਾਣਾ। ਇਸ ਲਈ ਹੁਣ ਸੁੰਘਾ ਵੀ ਕੋਈ ਹੈ ਨਹੀਂ। ਅੱਛਾ, ਡੂੰਗਾ ਕਿਹੜਾ ਕਿਹੜਾ ਹੈ? ਹੁਣ ਡੂੰਗੇ ਦਾ ਹੱਥ ਖੜਾ ਕਰੋ। ਅੱਛਾ, ਡੂੰਗੇ ਵੀ ਥੋੜੇ ਹੀ ਹੈ, ਉਹ ਡੂੰਗੇ ਤਾਂ ਸਾਰੇ ਬਣੋ। ਹਾਂ, ਗੁੱਡ, ਕਿਉਂਕਿ ਡੂੰਗੇ ਤਾਂ ਸਾਰੇ ਹੋਣੇ ਚਾਹੀਦੇ ਆ ਨਾ। ਜੇ ਡੂੰਗੇ ਬਣ ਕੇ ਆਵਾਂਗੇ, ਜਿਨ੍ਹਾਂ ਦੀ ਡੂੰਗੇ ਦਾ ਮਤਲਬ ਜਿਨ੍ਹਾਂ ਦੀ ਸੋਚ ਡੂੰਗੀ ਹੈ, ਗਹਿਰਾਈ ਵਾਲੀ, ਸਮਝਦੇ ਹੋ ਕਿ ਨਹੀਂ? ਜਿਨ੍ਹਾਂ ਦੀ ਸੋਚ ਗਹਿਰਾਈ ਵਾਲੀ ਹੈ, ਜਿਹੜੇ ਡੂੰਘਾਈ ਤੱਕ ਜਾਣ ਵਾਲੇ ਹੈ, ਕਿਸੇ ਵੀ ਸ਼ਬਦ ਦੀ ਗਹਿਰਾਈ ਤੱਕ ਜਾਣਾ, ਡੂੰਘਾਈ ਤੱਕ ਜਾਣਾ ਮਤਲਬ ਡੂੰਗੇ। ਔਰ ਜਿਹੜਾ ਡੂੰਗੀ ਸੋਚ ਦਾ ਮਾਲਿਕ ਹੋਵੇ ਨਾ, ਗਹਿਰਾਈ ਦਾ ਮਾਲਿਕ ਹੋਵੇ, ਯਾਨੀ ਹਰ ਗੱਲ ਨੂੰ ਸਮਝਣ ਦੀ ਸਮਝ ਜਿਹਦੇ ਅੰਦਰ ਹੋਵੇ, ਉਹ ਫਿਰ ਸਭ ਕੁਝ ਲੈ ਵੀ ਜਾਂਦਾ ਹੈ, ਉਹ ਸਭ ਕੁਝ ਲੈ ਜਾਂਦਾ ਹੈ। ਨਹੀਂ ਤਾਂ ਕਈ ਐਸੇ ਹੁੰਦੇ ਆ, ਜਿੱਦਾਂ ਇੱਕ ਟਰਾਂਸਫਾਰਮ ਦੇ ਬਾਹਰ ਕਰੰਟ ਹੈ, ਉੱਥੇ ਲਿਖਿਆ ਹੁੰਦਾ ਸਾਵਧਾਨ 440 ਵੋਲਟ। ਹੁਣ ਜਿਹੜੇ ਸਮਝਦਾਰ ਹੁੰਦੇ ਉਹ ਤਾਂ ਪੜ੍ਹ ਕੇ ਹੀ ਪਤਾ ਲੱਗ ਜਾਂਦੇ, ਉਹਨਾਂ ਸੋਚ ਇੰਨੀ ਡੂੰਗੀ ਹੈ, ਉਹ ਕਹਿੰਦੇ ਲਿਖਿਆ ਭਾਈ ਹੱਥ ਲਾਇਆ ਤਾਂ ਮਰ ਜਾਵਾਂਗੇ। ਤਾਂ ਕਈ ਉਦਾਂ ਦੇ ਹੁੰਦੇ, ਲਿਖਿਆ ਨੂੰ ਕੀ ਕਰ ਰਹੀ, ਤਾਂ ਹੱਥ ਲਾ ਕੇ ਦੇਖਣਾ, ਹੱਥ ਲਾ ਕੇ ਹੀ ਦੇਖਣਾ। ਉਹ ਜਾਂਦਾ ਹੈ, ਹੱਥ ਲਾਂਦਾ ਹੈ, ਹੁਣ ਹੱਥ ਤਾਂ ਲੱਗ ਗਿਆ ਪਰ ਦੇਖਣ ਵਾਲਾ ਹੁਣ ਹੈ ਨਹੀਂ, ਕਿਉਂਕਿ ਹੱਥ ਲਾਂਦੇ ਮਰ ਗਿਆ। ਹੁਣ ਜਿੱਥੇ 440 ਵੋਲਟ ਦਾ ਕਰੰਟ ਲੱਗਣਾ, ਉੱਥੇ ਦੇਖਣਾ ਕਿ ਨਾ। ਹੁਣ ਬੰਦਾ ਕਹਿੰਦਾ ਮੈਂ ਤਾਂ ਦੇਖਣਾ ਹੈ ਹੱਥ ਲਾ ਕੇ, ਭਾਈ ਹੱਥ ਲਾ ਲੈ, ਪਰ ਦੇਖਣ ਨੂੰ ਤੂੰ ਨਹੀਂ ਬਚਣਾ, ਫਿਰ ਦੇਖੇਗਾ ਤਾਂ ਕੋਈ ਹੋਰ ਹੀ। ਇਸ ਕਰਕੇ ਇਹ ਚੀਜ਼ ਸਮਝ ਲੈਣੀ ਕਿ ਜਿਹੜੇ ਸਮਝਦਾਰ ਹੁੰਦੇ ਐ ਉਹ ਗੱਲ ਨੂੰ ਸਮਝ ਕੇ ਹੀ ਆਪਣਾ ਲਾਭ ਲੈ ਲੈਂਦੇ ਐ, ਫਾਇਦਾ ਲੈ ਲੈਂਦੇ ਐ। ਤਾਂ ਜਿਹੜੇ ਨਹੀਂ ਸਮਝਦਾਰ ਹੁੰਦੇ, ਜਿੱਦਾਂ ਫਰਜ਼ ਕਰੋ ਇੱਕ ਜਗ੍ਹਾ ਅੰਬ ਦੀ ਪੇਟੀ ਰੱਖੀ ਹੋਵੇ, ਅੰਬ ਦੀ ਪੇਟੀ ਰੱਖੀ ਹੋਵੇ, ਔਰ ਦੋ ਬੰਦੇ ਆਣ, ਆਗੇ ਦੋਨੇ ਉੱਥੇ ਬੈਠਣ, ਮਿੱਠੇ ਮਿੱਠੇ ਅੰਬ ਹੈ, ਇੱਕ ਕਵੇ ਕਿ ਬਈ ਮੈਂ ਅੰਬ ਬਾਅਦ ਚੋਂ ਚੁੱਪਣੇ, ਪਹਿਲਾਂ ਮੈਂ ਜਾਣਨਾ ਅੰਬ ਬਣਦਾ ਕਿੱਦਾਂ ਹੈ, ਇਹ ਚ ਰਸ ਕਿੱਦਾਂ ਆਉਂਦਾ ਹੈ, ਇਹ ਪੈਦਾ ਕਿੱਦਾਂ ਹੁੰਦਾ ਹੈ, ਇਹਦੇ ਚ ਮਿਠਾਸ ਕਿੱਦਾਂ ਆਉਂਦੀ ਹੈ, ਇਹ ਚ ਰੰਗ ਕਿੱਦਾਂ ਆਉਂਦਾ ਹੈ। ਉਹ ਦੂਜਾ ਕਹਿੰਦਾ ਜਾ ਪਤਾ ਕਰਕੇ ਆ। ਫਿਰ ਉੱਠ ਕੇ ਜਾਂਦਾ ਪਤਾ ਕਰਨ, ਕਿਤਾਬਾਂ ਚੋਂ ਲੱਭਣ, ਇੱਧਰ ਜਿਹੜਾ ਬੈਠਾ ਹੁੰਦਾ ਸਾਰੇ ਅੰਬ ਵੀ ਖਾ ਜਾਂਦਾ। ਉਹ ਜਿਹੜੇ ਵਾਪਸ ਆਂਦਾ ਪਤਾ ਕਰਕੇ, ਉਹ ਕਹਿੰਦਾ ਅੰਬ ਕਿੱਥੇ ਗਏ, ਕਹਿੰਦਾ ਮੇਰੇ ਪੇਟ 'ਚ। ਕਹਿੰਦਾ ਤੂੰ ਪਤਾ ਕਰੀ ਜਾ, ਮੈਂ ਤਾਂ ਚੂਬ ਹੀ ਲੈ। ਹੁਣ ਜਿਹੜਾ ਸਮਝਦਾਰ ਹੁੰਦਾ ਉਹ ਚੀਜ਼ ਦਾ ਰਸ ਲੈਂਦਾ ਹੈ, ਉਹ ਐਵੇਂ ਲੱਭਣ ਨਹੀਂ ਤੁਰਿਆ ਜਾਂਦਾ ਕਿ ਪਤਾ ਹੈ ਕਿ 440 ਵੋਲਟ ਹੈ ਭਾਈ, ਹੱਥ ਲਾਇਆ ਤਾਂ ਮਰ ਜਾਏਗਾ। ਨਹੀਂ, ਪਹਿਲਾਂ ਮੈਂ 440 ਵੋਲਟ ਕੀ ਹੁੰਦਾ ਪਤਾ ਕਰਨਾ, ਪੜ੍ਹ ਕੇ ਆਣਾ ਇਹ ਕਿੱਦਾਂ ਹੈ, ਕੀ ਹੈ ਕੀ ਨਹੀਂ, ਫਿਰ ਜਾ ਕੇ ਮੈਂ ਦੇਖੂੰਗਾ ਹੱਥ ਲਾਣਾ ਜਾਂ ਨਹੀਂ ਲਾਣਾ। ਤਾਂ ਜਿਹੜਾ ਸਮਝਦਾਰ ਉਹ ਕਹਿੰਦੇ ਟਾਈਮ ਕੀ ਖਰਾਬ ਕਰਨਾ, ਜਦ ਲਿਖਿਆ ਹੈ ਹੱਥ ਲਾਣ ਨਾਲ ਮੌਤ ਹੋ ਸਕਦੀ ਹੈ ਤਾਂ ਭਾਈ ਮੈਂ ਇਹਨੂੰ ਇਹ ਤੋਂ ਦੂਰ ਹੀ ਰਵਾਂ, ਸਮਾਂ ਵੀ ਬਚ ਗਿਆ ਔਰ ਬੰਦੇ ਦੀ ਜਾਨ ਵੀ ਬਚ ਗਈ। ਇਸ ਲਈ ਜਿਹੜੇ ਸਮਝਦਾਰ ਹੁੰਦੇ ਐ ਉਹਨਾਂ ਦੀ ਸੋਚ ਇੰਨੀ ਗਹਿਰਾਈ ਵਾਲੀ ਹੁੰਦੀ ਹੈ ਕਿ ਉਹ ਐਵੇਂ ਹੋਰ ਚੱਕਰਾਂ 'ਚ ਨਹੀਂ ਪੈਂਦੇ। ਜਿੱਦਾਂ ਕਹਿੰਦੇ ਨਾ ਤੂੰ ਅੰਬ ਚੂਪ ਪੇੜ ਗਿਣ ਕੇ ਕੀ ਲੈਣਾ, ਇਸੇ ਤਰ੍ਹਾਂ ਇਨਸਾਨ ਅੰਬ ਚੂਪਣ ਨਾਲ ਮਤਲਬ ਪ੍ਰਭੂ ਦੀ ਕਿਰਪਾ ਕਿੱਦਾਂ ਪ੍ਰਾਪਤ ਹੋਵੇ, ਸਾਡਾ ਜੀਵਨ ਕਿੱਦਾਂ ਸਫਲ ਹੋਵੇ,
ਇਹ ਸਮਝੀਏ ਅਸੀਂ। ਜਿੱਦਾਂ ਇੱਕ ਵਾਰ ਇੱਕ ਜੀਵ ਸਾਡੇ ਕੋਲ ਆਇਆ, ਆ ਕੇ ਉਹਨਾਂ ਸਵਾਲ ਕੀਤਾ, ਲਿਖ ਕੇ ਦਿੱਤਾ ਸਵਾਲ ਕਿ ਮਾਲਕੋ ਪਰਮਾਤਮਾ ਕੀ ਹੈ ਉਹਦੇ ਬਾਰੇ ਦੱਸੋ। ਪਰਮਾਤਮਾ ਕੀ ਹੈ ਉਹਦੇ ਬਾਰੇ ਦੱਸੋ। ਸ਼ਾਇਦ ਤੁਹਾਡੇ ਮਨ 'ਚ ਵੀ ਸਵਾਲ ਹੋਵੇ ਕਿ ਵਾਹਿਗੁਰੂ, ਅੱਲਾ, ਰਾਮ, ਈਸ਼ਵਰ, ਭਗਵਾਨ, ਪਰਮਾਤਮਾ, ਉਹ ਮਾਲਿਕ ਕੀ ਹੈ ਉਹਦੇ ਬਾਰੇ ਦੱਸੋ। ਹੈ ਕਿਸੇ ਦੇ ਮਨ 'ਚ ਸਵਾਲ ਤੇ ਦੱਸੀਏ ਉਹਦੇ ਬਾਰੇ। ਪਰਮਾਤਮਾ ਕੀ ਹੈ? ਹੁਣ ਬੇਸ਼ੱਕ ਹੱਥ ਖੜਾ ਨਾ ਕਰੋ, ਪਰ ਸਵਾਲ ਸਾਰੇ ਅੰਦਰ ਹੁੰਦਾ ਕਿ ਪਰਮਾਤਮਾ ਹੈ ਕੀ, ਉਹ ਪ੍ਰਭੂ ਹੈ ਕੀ, ਉਹਦੇ ਬਾਰੇ ਦੱਸੋ। ਤਾਂ ਹੁਣ ਥੋੜਾ ਜਿਹਾ ਇਹ ਚੀਜ਼ ਨੂੰ ਸਮਝਣਾ ਹੈ ਕਿ ਜੇ ਇਨਸਾਨ ਪੁੱਛਦਾ ਹੈ ਕਿ ਪਰਮਾਤਮਾ ਕੀ ਹੈ ਉਹਦੇ ਬਾਰੇ ਦੱਸੋ, ਤਾਂ ਇੱਥੇ ਇੱਕ ਛੋਟੀ ਜਿਹੀ ਕਹਾਣੀ ਦੱਸਣਾ ਚਾਹਾਂਗੇ ਐਡੀਸਨ ਦੇ ਜੀਵਨ ਦੀ। ਐਡੀਸਨ ਦਾ ਪਤਾ ਕਿ ਨਹੀਂ ਤੁਹਾਨੂੰ, ਜਿਹਨੇ ਬੱਲਬ ਦੀ ਖੋਜ ਕੀਤੀ। ਸ਼ਾਇਦ ਉਹਦਾ ਪੂਰਾ ਨਾਮ ਥਾਮਸ ਐਡੀਸਨ ਸੀ, ਜਿਹਨੇ ਬੱਲਬ ਦੀ ਖੋਜ ਕੀਤੀ, ਜਿਹਨੇ ਬਿਜਲੀ ਦੀ ਖੋਜ ਕੀਤੀ। ਔਰ ਅੱਜ ਦੇਖੋ ਖੋਜ ਉਹਨਾਂ ਕੀਤੀ ਬੱਲਬ ਦੀ, ਔਰ ਫਾਇਦਾ ਅਸੀਂ ਸਾਰੇ ਲੈ ਰਹੇ ਹਾਂ। ਅੱਜ ਸਾਡੇ ਘਰ 'ਚ ਹੁਣ ਫਰਜ਼ ਕਰੋ ਇੱਥੇ ਬੰਦਾ ਕਹਿੰਦਾ ਲਾਈਟ ਹੈ ਨਹੀਂ, ਹੁਣ ਬੰਦੇ ਨੇ ਕੀ ਕਰਨਾ, ਦੁਕਾਨ ਤੇ ਜਾਣਾ ਹੈ। ਜੋ ਐਡੀਸਨ ਨੇ ਬੱਲਬ ਖੋਜਿਆ ਹੋਇਆ ਹੈ ਉਹਨੇ ਜਾਣਾ, ਪੈਸਾ ਦੇ ਕੇ ਬੱਲਬ ਖਰੀਦ ਲੈ ਕੇ ਲਾ ਦੇਣਾ, ਔਰ ਲਾਈਟ ਦਾ ਉਪਯੋਗ ਲੈਣਾ ਹੈ, ਫਾਇਦਾ ਲੈਣਾ ਹੈ। ਤਾਂ ਜਿਹੜਾ ਬੰਦਾ ਘੱਟ ਸੋਚ ਵਾਲਾ ਹੋ ਗਿਆ ਉਹ ਕਹਿੰਦਾ ਨਹੀਂ, ਜਿੱਦਾਂ ਐਡੀਸਨ ਨੇ ਖੋਜਿਆ ਮੈਂ ਵੀ ਉਦਾਂ ਹੀ ਖੋਜ ਕਰਨੀ ਹੈ, ਮੈਂ ਵੀ ਬੱਲਬ ਆਪ ਤਿਆਰ ਕਰਨਾ ਹੈ। ਤਾਂ ਭਾਈ ਐਡੀਸਨ ਨੂੰ ਕਿੰਨੇ ਹਜ਼ਾਰ ਅਵਿਸ਼ਕਾਰ ਕਰਨੇ ਪਏ, ਕਹਿੰਦੇ 10,000 ਤੋਂ ਜ਼ਿਆਦਾ ਵਾਰ ਫੇਲ ਹੋਇਆ, ਫਿਰ ਜਾ ਕੇ ਸਫਲ ਹੋਇਆ। ਹੁਣ ਜਿਹੜਾ ਸਮਝਦਾਰ ਹੈ ਉਹ ਕਹਿੰਦਾ ਮੈਂ ਇਹਦਾ ਉਪਯੋਗ ਕਰਨਾ ਹੈ, ਖੋਜ ਤਾਂ ਪਹਿਲਾਂ ਹੀ ਹੋ ਚੁੱਕੀ ਹੈ, ਮੈਂ ਤਾਂ ਇਹਦਾ ਉਪਯੋਗ ਕਰਨਾ ਹੈ। ਹੁਣ ਕਹਿੰਦੇ ਉਹ ਐਡੀਸਨ ਇੱਕ ਵਾਰ ਬੈਠਾ ਹੋਇਆ ਸੀ, ਤਾਂ ਇੱਕ ਔਰਤ ਇੱਕ ਦਿਨ ਉਹਦੇ ਕੋਲ ਆਈ, ਔਰ ਔਰਤ ਨੇ ਆ ਕੇ ਉਹਨੂੰ ਪੁੱਛਿਆ ਕਿ ਇਹ ਬਿਜਲੀ ਦੇ ਜਨਮਦਾਤਾ ਯਾਨੀ ਬਿਜਲੀ ਦੇ ਅਵਿਸ਼ਕਾਰਕ ਯਾਨੀ ਤੂੰ ਖੋਜ ਕਰਨ ਵਾਲਾ ਹੈ ਬੱਲਬ ਦੀ, ਇਹ ਐਡੀਸਨ ਮੈਨੂੰ ਇਹ ਦੱਸ ਬਿਜਲੀ ਕੀ ਹੈ, ਬਿਜਲੀ ਕੀ ਹੈ ਉਹਦੇ ਬਾਰੇ ਦੱਸ। ਤਾਂ ਐਡੀਸਨ ਨੇ ਬੜੀ ਪਿਆਰੀ ਗੱਲ ਕਹੀ। ਐਡੀਸਨ ਕਹਿੰਦਾ ਮੈਡਮ, ਯਾਨੀ ਉਸ ਔਰਤ ਨੂੰ ਕਿਹਾ, ਕਹਿੰਦਾ ਮੈਡਮ ਬਿਜਲੀ ਕੀ ਹੈ ਮੈਂ ਉਹਦੇ ਬਾਰੇ ਤਾਂ ਨਹੀਂ ਦੱਸ ਸਕਦਾ, ਬਿਜਲੀ ਕੀ ਹੈ ਮੈਂ ਉਹਦੇ ਬਾਰੇ ਤਾਂ ਨਹੀਂ ਦੱਸ ਸਕਦਾ, ਪਰ ਇਹ ਬਿਜਲੀ ਦਾ ਉਪਯੋਗ ਕਿੱਦਾਂ ਕੀਤਾ ਜਾਵੇ, ਇਹ ਬਿਜਲੀ ਦਾ ਫਾਇਦਾ ਕਿੱਦਾਂ ਲਿਆ ਜਾਵੇ, ਇਹ ਬਿਜਲੀ ਤੋਂ ਲਾਭ ਕਿੱਦਾਂ ਪ੍ਰਾਪਤ ਕੀਤਾ ਜਾਵੇ, ਇਹ ਬਿਜਲੀ ਦਾ ਇਸਤੇਮਾਲ ਕਿੱਦਾਂ ਕੀਤਾ ਜਾਵੇ, ਉਹਦੇ ਬਾਰੇ ਮੈਂ ਸਭ ਕੁਝ ਦੱਸ ਸਕਦਾ ਹਾਂ। ਇਹ ਪੁਆਇੰਟ ਸਮਝਣਾ ਜ਼ਰਾ। ਉਹ ਕਹਿੰਦੇ ਬਿਜਲੀ ਕੀ ਹੈ, ਉਹ ਮੈਂ ਨਹੀਂ ਦੱਸ ਸਕਦਾ, ਕਿਉਂਕਿ ਬਿਜਲੀ ਪੈਦਾ ਕੀਤੀ ਹੈ ਉਹ ਪ੍ਰਮਾਤਮਾ ਨੇ, ਪੈਦਾ ਕਰਨ ਵਾਲੇ ਨੇ। ਉਹ ਕੀ ਹੈ ਇਹ ਨਹੀਂ ਮੈਂ ਦੱਸ ਸਕਦਾ, ਕਿਉਂਕਿ ਮੈਂ ਨਹੀਂ ਬਣਾਈ ਬਿਜਲੀ, ਬਿਜਲੀ ਪਹਿਲੇ ਹੀ ਸੀ, ਬਿਜਲੀ ਤਾਂ ਪਹਿਲੇ ਹੀ ਸੀ, ਮੇਰੇ ਜਨਮ ਤੋਂ ਵੀ ਪਹਿਲਾਂ ਬਿਜਲੀ ਸੀ। ਇਸ ਲਈ ਬਿਜਲੀ ਕੀ ਹੈ ਉਹ ਮੈਂ ਦੱਸ ਨਹੀਂ ਸਕਦਾ, ਪਰ ਇਸ ਬਿਜਲੀ ਦਾ ਉਪਯੋਗ ਕਿੱਦਾਂ ਕੀਤਾ ਜਾਵੇ, ਇਹ ਬਿਜਲੀ ਦਾ ਫਾਇਦਾ ਕਿੱਦਾਂ ਲਿਆ ਜਾਵੇ, ਇਹ ਬਿਜਲੀ ਤੋਂ ਲਾਭ ਕਿੱਦਾਂ ਲਿਆ ਜਾਵੇ, ਉਹ ਮੈਂ ਜ਼ਰੂਰ ਦੱਸ ਸਕਦਾ ਹਾਂ, ਕਿਉਂਕਿ ਮੈਂ ਉਹ ਸਾਧਨ ਤਿਆਰ ਕੀਤੇ ਹੈ। ਬਿਜਲੀ ਪਹਿਲਾਂ ਸੀ, ਮੈਂ ਬੱਲਬ ਤਿਆਰ ਕੀਤਾ, ਉਸ ਬਿਜਲੀ ਨੇ ਬੱਲਬ ਨੂੰ ਜਗਾਇਆ ਤਾਂ ਅੰਧੇਰਾ ਦੂਰ ਹੋ ਗਿਆ। ਹੁਣ ਇੱਥੇ ਜੇ ਜਦੋਂ ਪੁੱਛਿਆ ਕਿ ਪ੍ਰਮਾਤਮਾ ਕੀ ਹੈ, ਤਾਂ ਇੱਕ ਗੱਲ ਯਾਦ ਰੱਖੋ, ਪ੍ਰਮਾਤਮਾ ਬਾਰੇ ਬੰਦਾ ਦੱਸ ਨਹੀਂ ਸਕਦਾ, ਕਿਉਂਕਿ ਜਦੋਂ ਬੰਦਾ ਨਹੀਂ ਹੁੰਦਾ ਪ੍ਰਮਾਤਮਾ ਤਾਂ ਉਦੋਂ ਵੀ ਹੈ। ਔਰ ਕਿਸੇ ਚੀਜ਼ ਨੂੰ ਦੱਸਣਾ, ਜਰਾ ਧਿਆਨ ਦੇਣਾ, ਇਹ ਗੱਲ ਆਪ ਹੀ ਅੰਦਰੋਂ ਜਵਾਬ ਦਿਓ, ਗੱਲ ਸਹੀ ਹੈ ਕਿ ਨਹੀਂ। ਕਿਸੇ ਵੀ ਚੀਜ਼ ਬਾਰੇ ਉਦੋਂ ਪੂਰਾ ਦੱਸਿਆ ਜਾ ਸਕਦਾ ਜਦੋਂ ਉਹ ਚੀਜ਼ ਦਾ ਕੋਈ ਅੰਤ ਹੋਵੇ, ਜਿਹਦਾ ਕੋਈ ਅੰਤ ਹੀ ਨਹੀਂ ਹੈ। ਜਿੱਦਾਂ ਗੁਰੂਆਂ ਨੇ ਕਿਹਾ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇ ਬੜਚੀਰਾ। ਜਿਸ ਪ੍ਰਮਾਤਮਾ ਦਾ ਕੋਈ ਅੰਤ ਹੀ ਨਹੀਂ ਹੈ ਉਹਨੂੰ ਕੋਈ ਦੱਸ ਸਕਦਾ ਹੀ ਨਹੀਂ ਹੈ, ਕਿਉਂਕਿ ਕਿਸੇ ਦੇ ਬਾਰੇ ਦੱਸਿਆ ਉਦੋਂ ਹੀ ਜਾ ਸਕਦਾ ਜਦੋਂ ਸਾਨੂੰ ਉਹਦਾ ਜਨਮ ਪਤਾ ਹੋਵੇ ਔਰ ਉਹਦੀ ਮ੍ਰਿਤਿੂ ਦਾ ਟਾਈਮ ਪਤਾ ਹੋਵੇ। ਫਿਰ ਬੰਦਾ ਕਹਿੰਦਾ ਹੈ, ਤੁਸੀਂ ਦੇਖੋ ਕਿਸੇ ਦੀ ਜੀਵਨੀ ਉਦੋਂ ਲਿਖੀ ਜਾਂਦੀ ਹੈ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਹੈ, ਫਿਰ ਜੀਵਨੀ ਲਿਖੀ ਜਾਂਦੀ ਕਿ ਇੰਨੇ ਸੰਨ 'ਚ ਜਨਮ ਹੋਇਆ ਸੀ ਔਰ ਇੰਨੇ ਸਾਲ ਜੀ ਕੇ ਇੰਨੇ ਸੰਨ ਵਿੱਚ ਉਹਦੀ ਮੌਤ ਹੋ ਗਈ। ਹੁਣ ਜਿਹਦਾ ਨਾ ਕੋਈ ਆਦੀ ਹੈ ਨਾ ਕੋਈ ਅੰਤ ਹੈ, ਉਹਦੇ ਬਾਰੇ ਬੰਦੇ ਨੇ ਦੱਸਣਾ ਕੀ ਹੈ। ਇਸ ਲਈ ਯਾਦ ਰੱਖੋ, ਪ੍ਰਮਾਤਮਾ ਕੀ ਹੈ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ, ਪਰ ਪ੍ਰਮਾਤਮਾ ਦੀ ਜੋ ਸ਼ਕਤੀ ਹੈ, ਜੋ ਤਾਕਤ ਹੈ, ਉਹਦਾ ਇਸਤੇਮਾਲ ਕਿੱਦਾਂ ਕੀਤਾ ਜਾਵੇ, ਉਹਦਾ ਅਸੀਂ ਲਾਭ ਕਿੱਦਾਂ ਲੈ ਸਕਦੇ ਹਾਂ, ਉਹਦੀ ਕਿਰਪਾ ਨੂੰ ਕਿੱਦਾਂ ਆਪਣੇ ਜੀਵਨ 'ਚ ਉਤਾਰ ਸਕਦੇ ਹਾਂ, ਉਹਦੀਆਂ ਰਹਿਮਤਾਂ ਨੂੰ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ, ਉਹਦਾ ਉਪਯੋਗ ਕਿੱਦਾਂ ਕਰ ਸਕਦੇ ਹਾਂ ਪ੍ਰਭੂ ਦੀ ਤਾਕਤ ਦਾ, ਇਹ ਜ਼ਰੂਰ ਅਸੀਂ ਦੱਸ ਸਕਦੇ ਹਾਂ। ਸਮਝਦੇ ਹੋ ਕਿ ਨਹੀਂ? ਪਰਮਾਤਮਾ ਦੀ ਕਿਰਪਾ ਜੋ ਹਰ ਸ਼ੈ ਦੇ ਅੰਦਰ ਹੈ, ਉਹ ਕਿਰਪਾ ਸਾਡੇ ਤੱਕ ਕਿੱਦਾਂ ਪਹੁੰਚੇ, ਉਹ ਰਸਤਾ ਦੱਸਿਆ ਜਾ ਸਕਦਾ ਹੈ। ਪਰ ਜੇ ਕਹੋ ਕਿ ਪਰਮਾਤਮਾ ਬਾਰੇ ਦੱਸੋ, ਤਾਂ ਪਰਮਾਤਮਾ ਬਾਰੇ ਦੱਸਣਾ ਤਾਂ ਨਾਮੁਮਕਿਨ ਹੈ, ਕਿਉਂਕਿ ਜਿੱਦਾਂ ਪਹਿਲਾਂ ਹੀ ਦੱਸਿਆ, ਨਾ ਉਹਦਾ ਕੋਈ ਆਦ ਹੈ ਨਾ ਉਹਦਾ ਕੋਈ ਅੰਤ ਹੈ। ਹੁਣ ਜੇ ਕਿਸੇ ਦਾ ਆਦ ਅੰਤ ਨਹੀਂ ਤਾਂ ਉਹਦੇ ਬਾਰੇ ਬੰਦਾ ਕੀ ਦੱਸੇ। ਇਹ ਤਾਂ ਇਦਾਂ ਹੀ ਗੱਲ ਹੈ ਕਿ ਜਿੱਦਾਂ ਇੱਕ ਬੰਦੇ ਦੀ ਜ਼ਿੰਦਗੀ ਅੱਧਾ ਘੰਟਾ ਹੋਵੇ,
ਔਰ ਉਹਦੇ ਸਾਹਮਣੇ 3 ਘੰਟੇ ਦੀ ਫਿਲਮ ਚਲਾ ਦਿਓ। ਹੁਣ 3 ਘੰਟੇ ਦੀ ਫਿਲਮ ਦੇਖਦਿਆਂ ਅੱਧੇ ਘੰਟੇ ਬਾਅਦ ਉਹ ਮਰਨ ਲੱਗਾ ਹੈ, ਕਿਉਂਕਿ ਡਾਕਟਰ ਕਹਿੰਦੇ ਅੱਧੇ ਘੰਟੇ 'ਚ ਮਰ ਜਾਣਾ ਹੈ। ਤਾਂ ਕੋਈ ਉਹਨੂੰ ਪੁੱਛੇ ਭਾਈ ਫਿਲਮ ਪੂਰੀ ਦੇਖ ਲਈ? ਉਹਨਾਂ ਕਹਿੰਦੇ ਨਹੀਂ ਜੀ, ਫਿਲਮ ਤਾਂ ਹਾਲੇ ਪੂਰੀ ਦੇਖੀ ਨਹੀਂ, ਕਿਉਂਕਿ ਮੇਰੀ ਜ਼ਿੰਦਗੀ ਤਾਂ ਅੱਧੇ ਘੰਟੇ ਦੀ ਸੀ, ਹਾਲੇ ਮੈਨੂੰ ਪਤਾ ਹੀ ਨਹੀਂ ਫਿਲਮ ਅੱਗੇ ਕੀ ਚੱਲਣੀ ਹੈ। ਇਹ ਇੱਕ ਉਦਾਹਰਨ ਦੇ ਰਹੇ ਹਾਂ ਅਸੀਂ। ਇਸੇ ਤਰ੍ਹਾਂ ਬੰਦੇ ਦੀ ਜ਼ਿੰਦਗੀ ਦੀ ਫਿਲਮ ਦਾ ਇੱਕ ਅੰਤ ਹੈ, ਪਰ ਪਰਮਾਤਮਾ ਤਾਂ ਬੇਅੰਤ ਹੈ। ਹੁਣ ਉਹਨੂੰ ਬੰਦਾ ਪੂਰਾ ਦੇਖ ਹੀ ਨਹੀਂ ਸਕਦਾ, ਤਾਂ ਫਿਰ ਬੰਦਾ ਉਹਦੇ ਬਾਰੇ ਪੂਰਾ ਦੱਸੇ ਕੀ? ਹਾਂ, ਜਿਹੜੀ ਪਰਮਾਤਮਾ ਦੀ ਤਾਕਤ ਹੈ, ਜਿਹੜੀ ਉਹਦੀ ਸ਼ਕਤੀ ਹੈ, ਉਹਦਾ ਇਸਤੇਮਾਲ ਅਸੀਂ ਕਿੱਦਾਂ ਕਰਨਾ ਹੈ ਉਹ ਅਸੀਂ ਦੱਸ ਸਕਦੇ ਹਾਂ। ਇਹ ਅਸੀਂ ਕਿਸ ਤਰ੍ਹਾਂ ਉਹਦੀ ਕਿਰਪਾ ਨੂੰ ਆਪਣੇ ਜੀਵਨ 'ਚ ਲੈ ਕੇ ਆ ਸਕਦੇ ਹਾਂ ਤਾਂ ਕਿ ਸਾਡੇ ਜੀਵਨ ਦੀਆਂ ਤਕਲੀਫਾਂ ਦੁੱਖ ਦੂਰ ਹੋ ਜਾਣ। ਜਿੱਦਾਂ ਐਡੀਸਨ ਨੇ ਕਿਹਾ ਕਿ ਇੱਕ ਉਹ ਬਿਜਲੀ ਘਰ ਚਾਹੀਦਾ ਜਿੱਥੇ ਬਿਜਲੀ ਪੈਦਾ ਹੁੰਦੀ ਹੈ, ਫਿਰ ਉਹ ਟਰਾਂਸਫਾਰਮ ਚਾਹੀਦਾ ਹੈ ਜਿੱਥੋਂ ਬਿਜਲੀ ਘਰ ਨੂੰ ਸਪਲਾਈ ਹੁੰਦੀ ਹੈ, ਫਿਰ ਉਹ ਪੁਆਇੰਟ ਚਾਹੀਦਾ ਹੈ, ਉਹ ਸ਼ਾਕਟ ਚਾਹੀਦੀ ਹੈ ਜਿਹਦੇ 'ਚ ਪਲੱਗ ਲੱਗੇ ਤਾਂ ਉਹ ਬਿਜਲੀ ਦਾ ਉਪਯੋਗ ਅਸੀਂ ਕਰ ਸਕੀਏ। ਹੁਣ ਇੱਥੇ ਵੀ ਸਮਝ ਲਓ ਕਿ ਬਿਜਲੀ ਘਰ ਯਾਨੀ ਉਹ ਪ੍ਰਮਾਤਮਾ, ਉਹ ਪ੍ਰਭੂ, ਉਹ ਬਿਜਲੀ ਘਰ ਹੈ ਜਿੱਥੇ ਬਿਜਲੀ ਦਿਨ ਰਾਤ ਪੈਦਾ ਹੋ ਰਹੀ ਹੈ, ਯਾਨੀ ਪ੍ਰਮਾਤਮਾ ਦੀ ਕਿਰਪਾ ਦਿਨ ਰਾਤ ਪੈਦਾ ਹੋ ਰਹੀ ਹੈ। ਔਰ ਸੰਤਾਂ ਗੁਰੂਆਂ ਰਹਿਬਰਾਂ ਨੂੰ ਉਹ ਟਰਾਂਸਫਾਰਮ ਕਿਹਾ ਜਾਂਦਾ ਜਿੱਥੋਂ ਉਹ ਬਿਜਲੀ ਉੱਥੇ ਆਂਦੀ ਹੈ, ਫਿਰ ਉਹ ਟਰਾਂਸਫਾਰਮ ਦੇ ਜ਼ਰੀਏ ਬਿਜਲੀ ਸਾਡੇ ਜੀਵਨ ਤੱਕ ਆਂਦੀ ਹੈ। ਫਿਰ ਜਦੋਂ ਅਸੀਂ ਤਾਰ ਜੋੜਦੇ ਆ ਤਾਂ ਫਿਰ ਸਾਡੇ ਜੀਵਨ 'ਚ ਪ੍ਰਭੂ ਦੀ ਕਿਰਪਾ ਦਾ ਪ੍ਰਕਾਸ਼ ਵੀ ਹੋ ਜਾਂਦਾ ਹੈ। ਔਰ ਸਾਡੀ ਤਾਰ ਕਿਹੜੀ ਹੈ? ਸਾਡੀ ਤਾਰ ਹੈ ਵਿਸ਼ਵਾਸ ਦੀ ਤਾਰ, ਪ੍ਰੇਮ ਦੀ ਤਾਰ। ਜਦੋਂ ਵਿਸ਼ਵਾਸ ਔਰ ਪ੍ਰੇਮ ਦੀ ਤਾਰ ਸਾਡੀ ਪ੍ਰਮਾਤਮਾ ਨਾਲ, ਸਤਿਗੁਰ ਦੇ ਨਾਲ ਜੁੜਦੀ ਹੈ ਤਾਂ ਫਿਰ ਸਾਡੇ ਜੀਵਨ 'ਚੋਂ ਤਕਲੀਫਾਂ, ਦੁੱਖ, ਪਰੇਸ਼ਾਨੀਆਂ ਵੀ ਜ਼ਰੂਰ ਦੂਰ ਹੁੰਦੀਆਂ ਹੈ। ਇਸ ਲਈ ਇਹ ਸਾਧਨ ਹੈ, ਇਹ ਉਪਯੋਗ ਹੈ ਕਿ ਕਿੱਦਾਂ ਅਸੀਂ ਪ੍ਰਮਾਤਮਾ ਦੀ ਕਿਰਪਾ ਨੂੰ ਆਪਣੇ ਜੀਵਨ 'ਚ ਲਿਆ ਸਕਦੇ ਹਾਂ। ਜਿੱਦਾਂ ਸੰਤ ਦਾਦੂ ਨੇ ਕਿਹਾ ਕਿ ਦਾਦੂ ਦਾਤ ਦਰਬਾਰ ਕੀ ਕੋਈ ਸਾਧੂ ਬਾਂਟੇ ਆਏ। ਸੰਤ ਦਾਦੂ ਆਪਣੀ ਬਾਣੀ 'ਚ ਦੱਸਦੇ ਹੈ ਕਿ ਦਾਦੂ ਦਾਤ ਦਰਬਾਰ ਕੀ ਕੋਈ ਸਾਧੂ ਬਾਂਟੇ ਆਏ, ਤਹਾਂ ਰਾਮ ਧਨ ਪਾਈਏ ਜਹਾਂ ਸਾਧੂ ਬੈਠਾ ਜਾਏ। ਸੰਤ ਦਾਦੂ ਦੀ ਬਾਣੀ ਜਰਾ ਦੇਖੋ, ਉਹ ਕਹਿੰਦੇ ਦਾਤ ਦਰਬਾਰ ਕੀ, ਕਿ ਪ੍ਰਭੂ ਦੇ ਘਰ ਦੀਆਂ ਦਾਤਾਂ ਕੋਈ ਸਾਧੂ ਬਾਂਟੇ ਆਏ। ਇਹ ਸੰਤਾਂ ਸਾਧੂ ਫਕੀਰਾਂ ਦੇ ਜ਼ਰੀਏ ਹੀ ਸਾਡੇ ਤੱਕ ਪਹੁੰਚਦੀਆਂ ਹੈ। ਤਹਾਂ ਰਾਮ ਧਨ ਪਾਈਏ ਜਹਾਂ ਸਾਧੂ ਬੈਠਾ ਜਾਏ। ਉਹ ਕਹਿੰਦੇ ਜਿੱਥੇ ਸੰਤ ਮਹਾਪੁਰਸ਼ ਬਹਿੰਦੇ ਐ, ਅਗਰ ਉੱਥੇ ਜਾਏਗਾ ਤਾਂ ਉੱਥੋਂ ਹੀ ਤੈਨੂੰ ਰਾਮ ਧਨ ਦੀ ਪ੍ਰਾਪਤੀ ਹੋਏਗੀ, ਉਹ ਪ੍ਰਮਾਤਮਾ ਦੀਆਂ ਕਿਰਪਾਵਾਂ ਦੀ ਪ੍ਰਾਪਤੀ ਹੋਏਗੀ। ਹੁਣ ਇਹਨੂੰ ਸਮਝਣਾ ਜ਼ਰਾ ਸਾਰੇ ਜੀ। ਹੁਣ ਬੰਦਾ ਕਵੇ ਲੈ ਸੰਤਾਂ ਦੀ ਕੀ ਲੋੜ ਹੈ, ਤਾਂ ਅਸੀਂ ਇੱਕ ਗੱਲ ਕਵਾਂਗੇ। ਹੁਣ ਫਰਜ਼ ਕਰੋ ਤੁਸੀਂ ਇੱਥੇ ਬੈਠੇ ਹੋ ਔਰ ਤੁਹਾਡਾ ਕੋਈ ਰਿਸ਼ਤੇਦਾਰ ਅਮਰੀਕਾ ਬੈਠਾ ਹੈ। ਹੁਣ ਤੁਸੀਂ ਇੱਥੇ ਬੈਠੇ ਹੋ, ਤੁਹਾਡਾ ਕੋਈ ਰਿਸ਼ਤੇਦਾਰ ਅਮਰੀਕਾ, ਕੈਨੇਡਾ ਯਾਨੀ ਇੰਡੀਆ ਤੋਂ ਬਾਹਰ, ਇੰਡੀਆ ਤੋਂ ਬਾਹਰ ਵੀ ਛੱਡੋ, ਫਰਜ਼ ਕਰੋ ਉਹ ਹਿਮਾਚਲ ਬੈਠਾ ਹੈ ਜਾਂ ਦੂਜੇ ਪਿੰਡ ਬੈਠਾ ਹੈ, ਦੁਕਾਨ ਤੇ ਬੈਠਾ ਹੈ। ਹੁਣ ਇੱਥੋਂ ਤੁਸੀਂ ਉਹਦੇ ਨਾਲ ਗੱਲ ਕਰਨੀ ਹੋਵੇ ਤਾਂ ਉਹਦੇ ਨਾਲ ਗੱਲ ਕਿੱਦਾਂ ਕਰੋਗੇ? ਤੁਸੀਂ ਏਦਾਂ ਬੋਲੋਗੇ ਬੇਟਾ ਤਾਂ ਉਹਦੇ ਤੱਕ ਤੁਹਾਡੀ ਆਵਾਜ਼ ਪਹੁੰਚ ਜਾਏਗੀ, ਜਾਂ ਤੁਸੀਂ ਕਹਾਂਗੇ ਡੈਡੀ ਉਹਦੇ ਤੱਕ ਤੁਹਾਡੀ ਆਵਾਜ਼ ਪਹੁੰਚ ਜਾਏਗੀ? ਕਿਸੇ ਬੱਚੇ ਦੀ ਆਵਾਜ਼ ਬਾਪ ਤੱਕ ਪਹੁੰਚ ਜਾਏਗੀ? ਨਹੀਂ। ਪਰ ਜਦੋਂ ਹੱਥ 'ਚ ਮੋਬਾਈਲ ਹੋਵੇ ਔਰ ਬਾਪ ਦਾ ਨੰਬਰ ਬੱਚਾ ਡਾਇਲ ਕਰੇ ਤਾਂ ਫਿਰ ਬਾਪ ਚਾਹੇ ਕੈਨੇਡਾ ਬੈਠਾ ਹੋਵੇ, ਅਮਰੀਕਾ ਬੈਠਾ ਹੋਵੇ, ਜਿੱਦਾਂ ਹੀ ਮੋਬਾਈਲ ਤੋਂ ਨੰਬਰ ਡਾਇਲ ਕੀਤਾ ਜਾਂਦਾ ਉਧਰ ਰਿੰਗ ਵੱਜਦੀ ਹੈ ਤਾਂ ਬਾਪ ਦੀ ਗੱਲ ਬੇਟਾ ਸੁਣ ਲੈਂਦਾ, ਤਾਂ ਬੇਟੇ ਦੀ ਗੱਲ ਬਾਪ ਸੁਣ ਲੈਂਦਾ ਹੈ। ਫਿਰ ਬੇਟਾ ਜੋ ਵੀ ਮੰਗਦਾ ਹੈ ਬਾਪ ਉਹਨੂੰ ਭੇਜ ਦਿੰਦਾ ਹੈ। ਕਈ ਵਾਰ ਜਿਨ੍ਹਾਂ ਦੇ ਮਾਤਾ ਪਿਤਾ ਬਾਹਰ ਬੈਠੇ ਹੁੰਦੇ, ਬੱਚਾ ਕਹਿੰਦਾ ਡੈਡੀ ਮੈਨੂੰ ਟੈਲੀਫੋਨ ਚਾਹੀਦਾ, ਬਾਪ ਭੇਜ ਦਿੰਦਾ। ਡੈਡੀ ਮੈਨੂੰ ਕੋਟ ਚਾਹੀਦਾ, ਮੈਨੂੰ ਬੂਟ ਚਾਹੀਦੇ, ਕੱਪੜੇ ਚਾਹੀਦੇ, ਡੈਡੀ ਭੇਜ ਦਿੰਦਾ ਹੈ। ਪਰ ਭੇਜਦਾ ਉਦੋਂ ਹੈ ਜਦੋਂ ਕਨੈਕਸ਼ਨ ਉਹਦੇ ਨਾਲ ਜੁੜਦਾ ਹੈ। ਤਾਂ ਜੇ ਬੱਚਾ ਅੰਦਰ ਬੈਠਾ ਉੱਦਾਂ ਹੀ ਕਹੀ ਜਾਵੇ ਡੈਡੀ ਸੁਣ ਲਈ ਮੇਰੀ ਆਵਾਜ਼, ਆ ਭੇਜ ਦੇ ਇੰਨਾ, ਮੈਨੂੰ ਇੰਨੇ ਪੈਸੇ ਭੇਜ ਦੇ, ਤਾਂ ਹੁਣ ਬੱਚਾ ਸੋਚੇ ਯਾਰ ਡੈਡੀ ਭੇਜੇਗਾ, ਪਰ ਡੈਡੀ ਤੱਕ ਆਵਾਜ਼ ਪਹੁੰਚੇਗੀ ਤਾਂ ਹੀ ਭੇਜੇਗਾ। ਹੁਣ ਇਹ ਦੱਸਣਾ ਕੀ ਚਾਹੁੰਦੇ, ਇੱਕ ਉਦਾਹਰਨ ਦੇ ਰਹੇ ਅਸੀਂ ਤੁਹਾਨੂੰ ਕਿ ਜਿਸ ਤਰ੍ਹਾਂ ਇੱਕ ਮੋਬਾਈਲ ਸਾਧਨ ਬਣਦਾ ਹੈ ਸਾਡੀ ਆਵਾਜ਼ ਦੂਜੇ ਤੱਕ ਪਹੁੰਚਾਉਣ ਦਾ, ਇਸੇ ਤਰ੍ਹਾਂ ਜਿਹੜੇ ਸੰਤ ਮਹਾਪੁਰਸ਼ ਗੁਰੂ ਰਹਿਬਰ ਹੈ ਨਾ, ਉਹ ਵੀ ਇੱਕ ਸਾਧਨ ਦੀ ਤਰ੍ਹਾਂ ਸਾਡੀ ਆਵਾਜ਼ ਨੂੰ ਪ੍ਰਮਾਤਮਾ ਤੱਕ ਪਹੁੰਚਾਉਂਦੇ ਹੈ। ਤਾਂ ਹੀ ਤਾਂ ਕਿਹਾ ਗਿਆ ਹੈ ਕਿ ਰਾਮ ਸੁਨੇਹੀ ਸੰਤ ਹੈ, ਰਾਮ ਕੋ ਬੋਹੀ ਮਿਲਾਵੇ, वो है वाकिफकार मिलन की राह बतावे। ਕਹਿੰਦੇ ਸੰਤ ਵਾਕਿਫਕਾਰ ਹੈ, ਉਹ ਪ੍ਰਮਾਤਮਾ ਨੂੰ ਕਿੱਦਾਂ ਪ੍ਰਾਪਤ ਕੀਤਾ ਜਾਵੇ, ਮਿਲਣ ਦਾ ਮਾਰਗ ਦਿਖਾਉਂਦੇ ਹੈ। ਇਸ ਲਈ ਐ ਪਿਆਰਿਆ, ਜੇ ਤੂੰ ਪ੍ਰਭੂ ਨੂੰ ਪਾਣਾ ਹੈ ਤਾਂ ਫਿਰ ਤੈਨੂੰ ਸੰਤਾਂ ਦੀ ਸੋਭਤ 'ਚ ਬੈਠਣਾ ਹੀ ਪੈਣਾ ਹੈ। ਜੇ ਪ੍ਰਭੂ ਦੀ ਕਿਰਪਾ ਨੂੰ ਪਾਣਾ ਹੈ ਤਾਂ ਤੈਨੂੰ ਫਕੀਰਾਂ ਸੰਤਾਂ ਦੀ ਸੋਭਤ ਵਿੱਚ ਜਾਣਾ ਹੀ ਪੈਣਾ ਹੈ। ਕਿਉਂਕਿ ਜਦੋਂ ਪ੍ਰੇਮ ਨਾਲ, ਸ਼ਰਧਾ ਨਾਲ ਜਾ ਕੇ ਸਤ ਸੰਗਤ ਵਿੱਚ ਬੈਠੇਗਾ
ਤਾਂ ਫਿਰ ਤੇਰੀ ਤਾਰ ਵੀ ਐਸੀ ਪ੍ਰਭੂ ਨਾਲ ਜੁੜੇਗੀ। ਜਿੱਦਾਂ ਐਡੀਸਨ ਨੇ ਕਿਹਾ ਬਿਜਲੀ ਕੀ ਹੈ ਮੈਂ ਉਹਦੇ ਬਾਰੇ ਦੱਸ ਨਹੀਂ ਸਕਦਾ, ਪਰ ਉਹਦਾ ਉਪਯੋਗ ਕਿੱਦਾਂ ਕੀਤਾ ਜਾਵੇ, ਉਹਦਾ ਫਾਇਦਾ ਅਸੀਂ ਕਿੱਦਾਂ ਲੈ ਸਕਦੇ ਹਾਂ, ਜਾਂ ਸਾਡੇ ਜੀਵਨ 'ਚ ਜੋ ਅੰਧਕਾਰ ਹੈ ਉਹ ਬਿਜਲੀ ਨਾਲ ਅਸੀਂ ਅੰਧੇਰਾ ਕਿੱਦਾਂ ਦੂਰ ਕਰ ਸਕਦੇ ਹਾਂ। ਉਹ ਕਹਿੰਦੇ ਮੈਂ ਯੁਕਤੀ ਜ਼ਰੂਰ ਉਹ ਦੱਸ ਸਕਦਾ ਹਾਂ। ਇਸੇ ਤਰ੍ਹਾਂ ਪਰਮਾਤਮਾ ਦੇ ਬਾਰੇ ਨਹੀਂ ਦੱਸਿਆ ਜਾ ਸਕਦਾ, ਪਰ ਪਰਮਾਤਮਾ ਦੀ ਰਹਿਮਤ ਨਾਲ ਸਾਡੇ ਜੀਵਨ 'ਚ ਉਜਾਲਾ ਆ ਜਾਵੇ, ਪਰਮਾਤਮਾ ਦੀ ਕਿਰਪਾ ਨਾਲ ਸਾਡੇ ਜੀਵਨ 'ਚ ਪ੍ਰਕਾਸ਼ ਆ ਜਾਵੇ, ਉਹਦਾ ਰਸਤਾ ਸਾਨੂੰ ਜ਼ਰੂਰ ਸੰਤ ਮਹਾਪੁਰਸ਼ ਦਿਖਾ ਸਕਦੇ ਹੈ। ਬਸ ਜਿਹਨਾਂ ਵੀ ਉਹ ਰਸਤਾ ਜਾਣਨਾ ਹੈ, ਜਿਹੜਾ ਵੀ ਉਸ ਰਹਿਮਤ ਤੱਕ ਪਹੁੰਚਣਾ ਚਾਹੁੰਦਾ ਹੈ, ਤਾਂ ਫਿਰ ਉਹਨੂੰ ਯੁਕਤੀ ਸਿੱਖਣੀ ਪੈਂਦੀ ਹੈ। ਹੁਣ ਥੋੜੀ ਜਿਹੀ ਯੁਕਤੀ ਤੁਹਾਨੂੰ ਦੱਸ ਦਈਏ, ਫਿਰ ਸਮਾਂ ਕਾਫੀ ਹੋ ਗਿਆ ਹੈ, ਫਿਰ ਸਤਸੰਗ ਦੀ ਵੀ ਸਮਾਪਤੀ ਕਰਾਂਗੇ, ਕਿਉਂਕਿ ਅੱਗੇ ਵੀ ਅੱਜ 2 ਪ੍ਰੋਗਰਾਮ ਹੈ ਸਾਡੇ, ਉੱਥੇ ਵੀ ਪਹੁੰਚਣਾ ਹੈ। ਸੋ ਥੋੜੀ ਜਿਹੀ ਯੁਕਤੀ ਦੱਸ ਦਈਏ, ਕਿਉਂਕਿ ਕਈ ਜੀਵ ਦੁਖੀ ਪਰੇਸ਼ਾਨ ਚਿੰਤਿਤ ਬੈਠੇ ਹੈ। ਹੁਣ ਤੁਸੀਂ ਚਾਹੁੰਦੇ ਹੋ ਥੋੜਾ ਦੱਸ ਦਈਏ ਤੁਹਾਨੂੰ ਦੁੱਖਾਂ ਤੋਂ ਮੁਕਤੀ ਦਾ ਮਾਰਗ। ਹੁਣ ਦੱਸਣ ਦਾ ਫਾਇਦਾ ਫੇਰ ਹੈ ਜੀ ਅਮਲ ਵੀ ਕਰੋਗੇ, ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨੂੰ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲੀ ਸ਼ਰਤ ਹੈ ਸਾਡੇ ਅੰਦਰ ਵਿਸ਼ਵਾਸ ਦਾ ਹੋਣਾ। ਇਹ ਵਿਸ਼ਵਾਸ ਦਾ ਹੋਣਾ ਕਿ ਕੋਈ ਤਾਕਤ ਹੈ ਜਿਹਨੇ ਮੈਨੂੰ ਪੈਦਾ ਕੀਤਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਜਦੋਂ ਤੱਕ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਹੁੰਦਾ ਉਦੋਂ ਤੱਕ ਅਸੀਂ ਉਹਦਾ ਲਾਭ ਨਹੀਂ ਲੈ ਸਕਦੇ। ਹੁਣ ਫਰਜ਼ ਕਰੋ ਇੱਕ ਬੰਦਾ ਅਮਰੀਕਾ ਨੂੰ ਨਹੀਂ ਦੇਖਦਾ, ਉਹਨੂੰ ਨਜ਼ਰ ਨਹੀਂ ਆ ਰਿਹਾ ਕਿ ਅਮਰੀਕਾ ਹੈ ਜਾਂ ਨਹੀਂ, ਪਰ ਉਹਨੂੰ ਵਿਸ਼ਵਾਸ ਹੈ ਅਮਰੀਕਾ ਹੈ, ਇਸ ਲਈ ਏਜੰਟ ਕੋ ਜਾਂਦਾ 10 15 20 ਲੱਖ ਦਿੰਦਾ ਹੈ ਕਿ ਲੈ ਭਰਾਵਾ ਅਮਰੀਕਾ ਦਾ ਵੀਜ਼ਾ ਲਵਾ ਦੇ, ਕਿਉਂਕਿ ਦੇਖਿਆ ਤਾਂ ਨਹੀਂ ਹੈ ਪਰ ਵਿਸ਼ਵਾਸ ਹੈ, ਇਸ ਲਈ ਉੱਥੇ ਤੱਕ ਮੈਂ ਕਿਸੇ ਤਰ੍ਹਾਂ ਪਹੁੰਚਣਾ ਹੈ, ਤੂੰ ਕਿਸੇ ਤਰ੍ਹਾਂ ਵੀਜ਼ਾ ਲਵਾ ਦੇ। ਹੁਣ ਉਹ ਏਜੰਟ ਕੋ ਜਾਂਦਾ ਹੈ, ਪੈਸੇ ਦਿੰਦਾ ਹੈ, ਫਿਰ ਏਜੰਟ ਉਹਦੇ ਡਾਕੂਮੈਂਟ ਤਿਆਰ ਕਰਦਾ ਹੈ, ਵੀਜ਼ਾ ਲਵਾਉਂਦਾ ਹੈ, ਟਿਕਟ ਦਿੰਦਾ ਹੈ, ਤਾਂ ਪਲੇਨ 'ਚ ਬਹਿ ਕੇ ਬੜੇ ਆਰਾਮ ਨਾਲ ਅਮਰੀਕਾ ਪਹੁੰਚ ਜਾਂਦਾ ਹੈ। ਤੇ ਜੇ ਬੰਦਾ ਕਹੇ ਮੈਂ ਤਾਂ ਕਦੀ ਅਮਰੀਕਾ ਦੇਖਿਆ ਹੀ ਨਹੀਂ, ਮੈਨੂੰ ਤਾਂ ਪਤਾ ਨਹੀਂ ਹੈ ਵੀ ਜਾਂ ਨਹੀਂ ਹੈ, ਹੁਣ ਵਿਸ਼ਵਾਸ ਨਾਲ ਬੰਦਾ ਏਜੰਟ ਤੱਕ ਜਾਂਦਾ ਹੈ, ਫਿਰ ਪਲੇਨ 'ਚ ਬਹਿ ਜਾਂਦਾ ਕਿ ਹੈ ਕੋਈ ਧਰਤੀ। ਇਸੇ ਤਰ੍ਹਾਂ ਇਨਸਾਨ ਜਿੱਦਾਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦਾ ਕਿ ਹੈ ਔਰ ਮੈਨੂੰ ਥੋੜੀ ਮਿਹਨਤ ਕਰਨੀ ਪਏਗੀ ਉੱਥੇ ਤੱਕ ਪਹੁੰਚਣ ਵਾਸਤੇ, ਇਸੇ ਤਰ੍ਹਾਂ ਸਾਨੂੰ ਇਹ ਵੀ ਵਿਸ਼ਵਾਸ ਰੱਖਣਾ ਪਏਗਾ ਕਿ ਮੇਰੀ ਪ੍ਰਭੂ ਦੀ ਕਿਰਪਾ ਦੀ ਧਰਤੀ ਵੀ ਹੈ, ਉਹਦੀ ਰਹਿਮਤ ਦਾ ਦੇਸ਼ ਵੀ ਹੈ, ਜਿਹਨੂੰ ਗੁਰੂਆਂ ਨੇ ਕਿਹਾ ਬੇਗਮਪੁਰਾ। ਆਪ ਹੀ ਦੱਸ ਦਿਓ ਕੀ ਕਿਹਾ। ਹੁਣ ਜ਼ਰਾ ਸੋਚੋ, ਤੁਹਾਨੂੰ ਅਮਰੀਕਾ ਦਾ ਪਤਾ ਹੈ, ਉਹਦੇ ਵਾਸਤੇ ਕੋਸ਼ਿਸ਼ ਕਰਦੇ ਹੋ, ਤਾਂ ਗੁਰੂਆਂ ਨੇ ਕਿਹਾ ਬੇਗਮਪੁਰਾ ਵੀ ਹੈ। ਕਦੀ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ? ਕਦੀ ਕੀਤੀ ਨਹੀਂ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਵਿਸ਼ਵਾਸ ਹੀ ਹੈ ਨਹੀਂ। ਅਸੀਂ ਸੋਚਦੇ ਸ਼ਾਇਦ ਗੁਰੂਆਂ ਨੇ ਕਿਹਾ, ਪਰ ਇਦਾਂ ਦਾ ਕੋਈ ਦੇਸ਼ ਹੈ ਹੀ ਨਹੀਂ। ਹੁਣ ਜੇ ਮੰਨਿਆ ਹੀ ਨਹੀਂ ਹੈਗਾ ਤਾਂ ਫਿਰ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਬੰਦੇ ਨੇ ਕੀ ਕਰਨੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਹੁਣ ਫਰਜ਼ ਕਰੋ ਕਿਸੇ ਨੂੰ ਕਹੋ ਭਾਈ ਪਤਾ ਨਹੀਂ ਇਹ ਹੈ ਜਾਂ ਨਹੀਂ, ਟਿੰਬਕਟੂ ਹੈ ਕਿਤੇ ਕਿ ਨਹੀਂ ਹੈ, ਕਿ ਤੈਨੂੰ ਪਤਾ ਕੋਈ ਟਿੰਬਕਟੂ? ਹੁਣ ਜੇ ਤੁਹਾਨੂੰ ਕੋਈ ਏਜੰਟ ਕਹੇ ਟਿੰਬਕਟੂ ਭੇਜਣਾ ਹੈ, ਤੁਸੀਂ ਕਹਿੰਦੇ ਇਦਾਂ ਦਾ ਕੋਈ ਦੇਸ਼ ਹੀ ਹੈ ਨਹੀਂ, ਪਾਗਲ ਬਣਾਉਂਦਾ ਮੈਨੂੰ, ਮੂਰਖ ਬਣਾਉਂਦਾ ਮੈਨੂੰ, ਉਹ ਕਿੱਥੇ ਟਿੰਬਕਟੂ, ਐਵੇਂ ਕਰੀ ਜਾਂਦਾ ਟਿੰਬਕਟੂ ਭੇਜਣਾ। ਹੁਣ ਜ਼ਰਾ ਗੌਰ ਕਰੋ, ਹੁਣ ਜਿਹੜਾ ਪਤਾ ਕਿ ਹੈ ਹੀ ਨਹੀਂ ਉੱਥੇ ਬੰਦਾ ਕੋਸ਼ਿਸ਼ ਵੀ ਨਹੀਂ ਕਰਦਾ। ਪਤਾ ਹੈ ਮੇਰੇ ਰਿਸ਼ਤੇਦਾਰ ਗਏ ਆ ਅਮਰੀਕਾ, ਗਏ ਆ ਕੈਨੇਡਾ, ਗਏ ਆ ਇੰਗਲੈਂਡ, ਹੈ ਭਾਈ ਉੱਥੇ 25 ਲੱਖ ਦੇਣਾ ਪਵੇ ਤਾਂ ਵੀ ਮੈਂ ਜਾਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਯਕੀਨ ਹੈ। ਹੁਣ ਇਸ ਤਰ੍ਹਾਂ ਹੀ ਜਿੱਦਾਂ ਅਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਬੇਸ਼ੱਕ ਨਜ਼ਰ ਨਹੀਂ ਆਉਂਦਾ ਪਰ ਯਕੀਨ ਰੱਖਦੇ ਕਿ ਹੈ, ਔਰ ਅਸੀਂ ਕਿਸੇ ਏਜੰਟ ਕੋ ਜਾਂਦੇ ਆ, ਕੋਸ਼ਿਸ਼ ਕਰਦੇ ਆ, ਫਿਰ ਉੱਥੇ ਤੱਕ ਪਹੁੰਚਦੇ ਆ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਸਾਨੂੰ ਇਹ ਵਿਸ਼ਵਾਸ ਰੱਖਣਾ ਪਏਗਾ ਕਿ ਬੇਗਮਪੁਰਾ ਵੀ ਯਾਨੀ ਮੇਰੇ ਪ੍ਰਭੂ ਦਾ ਉਹ ਘਰ ਵੀ ਹੈ, ਉਹ ਨਗਰ ਵੀ ਹੈ ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਹੈ। ਜਦੋਂ ਸਾਡੇ ਅੰਦਰ ਵਿਸ਼ਵਾਸ ਹੋ ਗਿਆ ਤਾਂ ਫਿਰ ਲੱਭਣਾ ਹੈ ਅਸੀਂ ਐਸੇ ਸੰਤਾਂ ਫਕੀਰਾਂ ਨੂੰ ਜਿਹੜੇ ਸਾਡੀ ਟਿਕਟ ਉੱਥੇ ਦੀ ਕਟਾ ਸਕਣ, ਜਿਹੜੇ ਉੱਥੇ ਦਾ ਵੀਜ਼ਾ ਲਵਾ ਸਕਣ ਕਿ ਐ ਪਿਆਰਿਆ ਯਕੀਨ ਕਰ ਲਿਆ ਕਿ ਬੇਗਮਪੁਰਾ ਹੈ, ਯਾਨੀ ਪ੍ਰਭੂ ਦੀ ਕਿਰਪਾ ਦਾ ਘਰ ਹੈ ਮੇਰਾ ਮਾਲਿਕ ਹੈ, ਮੇਰਾ ਪਰਮਾਤਮਾ। ਵਿਸ਼ਵਾਸ ਹੋ ਗਿਆ ਹਾਂ ਹੈ ਤਾਂ ਠੀਕ ਹੈ। ਜਿਹਨਾਂ ਨੂੰ ਵਿਸ਼ਵਾਸ ਹੈ ਫਿਰ ਉਹੀ ਉਹ ਫਲਾਈਟ ਫੜਦੇ ਆ ਜਿਹੜੀ ਸਿੱਧੀ ਉਹ ਪ੍ਰਭੂ ਦੇ ਘਰ ਤੱਕ ਲੈ ਕੇ ਜਾਂਦੀ ਹੈ। ਇਸ ਲਈ ਪ੍ਰਭੂ ਦੀ ਕਿਰਪਾ ਨੂੰ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲੀ ਸ਼ਰਤ ਹੈ ਸਾਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਮੇਰਾ ਮਾਲਿਕ, ਮੇਰਾ ਪਰਮਾਤਮਾ, ਮੇਰਾ ਪ੍ਰਭੂ ਹੈ ਜਿਸ ਨੇ ਮੈਨੂੰ ਪੈਦਾ ਕੀਤਾ ਹੈ। ਬੋਲੋ ਹੈ ਕਿ ਨਹੀਂ ਵਿਸ਼ਵਾਸ? ਹੁਣ ਜੇ ਆਪਾਂ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦੇ ਆ ਤਾਂ ਪਹਿਲੀ ਗੱਲ ਇਹ ਵਿਸ਼ਵਾਸ ਕਿ ਮੇਰਾ ਮਾਲਿਕ ਹੈ, ਮੈਨੂੰ ਪੂਰਾ ਯਕੀਨ ਹੈ। ਵਿਸ਼ਵਾਸ ਹੋ ਗਿਆ ਤਾਂ ਫਿਰ ਦੂਜਾ ਵਿਸ਼ਵਾਸ ਅਸੀਂ ਕੀ ਕਰਨਾ ਹੈ ਕਿ ਜਿਸ ਨੇ ਮੈਨੂੰ ਪੈਦਾ ਕੀਤਾ ਹੈ ਉਹ ਮੇਰੇ ਅੰਦਰ ਹੀ ਵਸਦਾ ਹੈ। ਬੋਲੋ ਹੈ ਕਿ ਨਹੀਂ? ਠੀਕ ਹੈ, ਹਰ ਜਗ੍ਹਾ ਹੈ ਉਹ, ਜ਼ਮੀਨ, ਆਸਮਾਨ, ਚੰਦ, ਸੂਰਜ, ਸਿਤਾਰੇ, ਪਸ਼ੂ, ਪੰਛੀ ਸਭ ਦੇ ਅੰਦਰ ਹੈ, ਪਰ ਉਹ ਸਾਡੇ ਅੰਦਰ ਵੀ ਹੈ ਕਿਉਂਕਿ ਸਾਨੂੰ ਬਣਾ ਕੇ ਸਾਡੇ ਅੰਦਰ ਹੀ ਉਹ ਬਹਿ ਗਿਆ। ਬੋਲੋ ਕਿਹਨੂੰ ਕਿਹਨੂੰ ਯਕੀਨ ਹੈ ਕਿ ਸਾਡੇ ਅੰਦਰ? ਹੱਥ ਇੱਥੇ ਤਾਂ ਖੜਾ ਕਰ ਸਕਦੇ ਹੋ ਨਾ। ਹਾਂ, ਸਾਨੂੰ ਯਕੀਨ ਹੈ ਨਾ, ਚਲੋ ਬਹੁਤ ਅੱਛੀ ਗੱਲ ਹੈ, ਕਿਉਂਕਿ ਇੱਥੋਂ ਪਤਾ ਲੱਗਦਾ ਸਤਸੰਗ ਸੁਣ ਰਹੇ ਹੋ ਤੁਸੀਂ ਕਿ ਇਹ ਯਕੀਨ ਕਿ
ਉਸਨੇ ਸਾਨੂੰ ਪੈਦਾ ਕੀਤਾ। ਉਹ ਮਾਲਿਕ ਪ੍ਰਮਾਤਮਾ ਹੈ ਜਿਹਨੇ ਸਾਨੂੰ ਪੈਦਾ ਕੀਤਾ, ਉਹ ਸ਼ਕਤੀ ਹੈ। ਹੁਣ ਦੂਜੀ ਗੱਲ ਤੇ ਵਿਸ਼ਵਾਸ ਕਰਨਾ ਹੈ ਕਿ ਉਹ ਸ਼ਕਤੀ ਜਿਸਨੇ ਸਾਨੂੰ ਪੈਦਾ ਕੀਤਾ ਹੈ ਉਹ ਸਾਡੇ ਅੰਦਰ ਹੀ ਵਸਦਾ ਹੈ। ਇਹ ਦੂਜਾ ਵਿਸ਼ਵਾਸ। ਇਹ ਦੋ ਚੀਜ਼ਾਂ ਦਾ ਵਿਸ਼ਵਾਸ ਸਾਡੇ ਅੰਦਰ ਪੂਰਾ ਹੋਣਾ ਚਾਹੀਦਾ ਹੈ। ਹੁਣ ਤੀਜੀ ਗੱਲ ਕਿਹੜੀ ਆ ਜਾਂਦੀ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਮੈਨੂੰ ਵਿਸ਼ਵਾਸ ਹੈ ਉਹ ਪ੍ਰਮਾਤਮਾ ਹੈ ਔਰ ਮੈਨੂੰ ਵਿਸ਼ਵਾਸ ਹੈ ਉਹ ਮੇਰੇ ਅੰਦਰ ਵਸਦਾ ਹੈ, ਤਾਂ ਜਿਸਨੇ ਮੈਨੂੰ ਪੈਦਾ ਕੀਤਾ ਹੈ ਜੇ ਉਹ ਮੇਰੇ ਅੰਦਰ ਰਹਿੰਦਾ ਹੈ ਤਾਂ ਜੇ ਮੇਰੇ ਅੰਦਰ ਕੋਈ ਤਕਲੀਫ ਕੋਈ ਦੁੱਖ ਆਂਦਾ ਹੈ ਤਾਂ ਉਹ ਮੇਰਾ ਮਾਲਿਕ ਇੰਨੀ ਸ਼ਕਤੀ ਵੀ ਰੱਖਦਾ ਹੈ, ਉਹ ਦੁੱਖ ਨੂੰ ਦੂਰ ਕਰ ਸਕਦਾ ਹੈ। ਇਹ ਵੀ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ, ਕਿਉਂਕਿ ਡਾਕਟਰ ਵੈਦਾਂ ਹਕੀਮਾਂ ਨੇ ਬਾਹਰੋਂ ਸਾਡੇ ਜਿਸਮ ਦਾ ਬਿਮਾਰੀ ਦੇਖ ਕੇ ਚੈੱਕਅਪ ਕਰਕੇ ਇਲਾਜ ਕਰਨਾ ਹੈ, ਪਰ ਉਹ ਪ੍ਰਮਾਤਮਾ ਕਿੱਥੇ ਬੈਠਾ ਹੈ? ਸਾਡੇ ਅੰਦਰ। ਜਦੋਂ ਅਸੀਂ ਆਪਣੇ ਮਾਲਿਕ ਤੇ ਪ੍ਰਮਾਤਮਾ ਤੇ ਵਿਸ਼ਵਾਸ ਕਰਦੇ ਹਾਂ ਕਿ ਉਹ ਮੇਰੇ ਅੰਦਰ ਬੈਠਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਉਹਦੀ ਕਿਰਪਾ ਨਾਲ ਮੈਂ ਠੀਕ ਹੋ ਸਕਦਾ ਹਾਂ, ਤਾਂ ਫਿਰ ਇਨਸਾਨ ਦਾ ਬੜੇ ਤੋਂ ਬੜਾ ਦੁੱਖ ਵੀ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਕਿਸੇ ਵੀ ਚੀਜ਼ ਤੇ ਇਹ ਗੱਲ ਯਾਦ ਰੱਖਣਾ, ਕਿਸੇ ਵੀ ਚੀਜ਼ ਤੇ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਨਾ ਫੇਰ ਹੀ ਉਹਦਾ ਅਸਰ ਸਾਡੇ ਜੀਵਨ ਤੇ ਹੋਣਾ ਸ਼ੁਰੂ ਹੁੰਦਾ ਹੈ। ਜੇ ਸਾਡੇ ਅੰਦਰ ਵਿਸ਼ਵਾਸ ਨਾ ਹੋਵੇ ਤਾਂ ਕੋਈ ਚੀਜ਼ ਸਾਡੇ ਤੇ ਅਸਰ ਨਹੀਂ ਕਰ ਸਕਦੀ। ਇਸ ਲਈ ਡਾਕਟਰ ਤੇ ਵੀ ਜਦੋਂ ਇਹ ਜਾਂਦੇ ਆ ਨਾ ਵਿਸ਼ਵਾਸ ਹੋਏਗਾ, ਉਹਦੀ ਦਵਾਈ ਤੇ ਵਿਸ਼ਵਾਸ ਹੋਏਗਾ ਤਾਂ ਫੇਰ ਹੀ ਉਹਦੀ ਦਵਾਈ ਸਾਡੇ ਤੇ ਅਸਰ ਕਰੇਗੀ। ਤਾਂ ਜੇ ਬੰਦਾ ਕਹੇਗਾ ਲੈ ਮੈਨੂੰ ਡਾਕਟਰ ਤੇ ਵਿਸ਼ਵਾਸ ਹੈ ਨਹੀਂ, ਤਾਂ ਫਿਰ ਦਵਾਈ ਤੇ ਵੀ ਵਿਸ਼ਵਾਸ ਨਹੀਂ ਹੋਣਾ। ਜਿੱਦਾਂ ਇੱਥੇ ਕਈ ਬੈਠੇ ਹੋਏ ਐ, ਕਈਆਂ ਨੇ ਆਪਣੇ ਜੀਵਨ 'ਚ ਇੱਕ ਗੱਲ ਨੋਟ ਕੀਤੀ ਹੋਏਗੀ ਕਿ ਕਈ ਵਾਰ ਸਾਡੇ ਪਿੰਡ ਵਿੱਚ ਜਾਂ ਸਾਡੇ ਪਿੰਡ ਦੇ ਆਲੇ ਦੁਆਲੇ ਸ਼ਹਿਰ ਵਿੱਚ ਕੋਈ ਐਸਾ ਡਾਕਟਰ ਹੁੰਦਾ ਜਿੱਥੇ ਸਾਨੂੰ ਯਕੀਨ ਹੁੰਦਾ ਕਿ ਇਹਦੀ ਦਵਾਈ ਖਾਣ ਨਾਲ ਹੀ ਸਾਨੂੰ ਫਰਕ ਪੈਣਾ, ਬੰਦਾ ਉਹਦੇ ਕੋਲ ਹੀ ਜਾਂਦਾ ਹੈ। ਹੋਰ ਕਿਸੇ ਦਵਾਈ ਜਿੰਨੀ ਮਰਜ਼ੀ ਵਧੀਆ ਹੋਵੇ ਬੰਦੇ ਨੂੰ ਤਸੱਲੀ ਇਹ ਨਹੀਂ ਹੁੰਦੀ, ਔਰ ਉਹ ਸਮਝਦੇ ਹੋ ਕਿ ਉਹਨੂੰ ਤਸੱਲੀ ਨਹੀਂ ਹੁੰਦੀ, ਔਰ ਉਹਨੂੰ ਇਹੀ ਹੁੰਦਾ ਹੈ ਕਿ ਆਹੀ ਡਾਕਟਰ ਹੈ, ਇਹ ਤੇ ਮੈਨੂੰ ਯਕੀਨ ਹੈ ਇਹਦੀ ਦਵਾਈ ਨਾਲ ਫਰਕ ਪੈਣਾ, ਦੂਜਿਆਂ ਤੇ ਵਿਸ਼ਵਾਸ ਹੀ ਨਹੀਂ, ਕਿਉਂਕਿ ਦਵਾਈ ਨਾਲੋਂ ਜ਼ਿਆਦਾ ਸਾਡਾ ਵਿਸ਼ਵਾਸ ਅਸਰ ਕਰਦਾ ਹੈ। ਤਾਂ ਹੁਣ ਜ਼ਰਾ ਯਾਦ ਰੱਖਣਾ ਕਿ ਜਦੋਂ ਡਾਕਟਰ ਕੋਈ ਗੱਲ ਕਹਿ ਦਿੰਦਾ ਹੈ ਇਹ ਬਿਮਾਰੀ ਠੀਕ ਹੋਣ ਵਾਲੀ ਹੈ ਨਹੀਂ, ਇਹ ਬਿਮਾਰੀ ਠੀਕ ਹੋਣ ਵਾਲੀ ਹੈ ਨਹੀਂ, ਤਾਂ ਯਾਦ ਰੱਖੋ ਡਾਕਟਰ ਬੇਸ਼ੱਕ ਜਵਾਬ ਦੇ ਦੇਵੇ, ਪਰ ਇੱਕ ਤਾਕਤ ਐਸੀ ਹੈ ਜਿਹੜੀ ਤੁਹਾਡੀ ਹਰ ਬਿਮਾਰੀ ਹਰ ਤਕਲੀਫ ਹਰ ਦੁੱਖ ਨੂੰ ਦੂਰ ਕਰ ਸਕਦੀ ਹੈ। ਉੱਥੇ ਸਾਨੂੰ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਡਾਕਟਰ ਨੇ ਬੇਸ਼ੱਕ ਜਵਾਬ ਦੇ ਦਿੱਤਾ ਪਰ ਮੈਨੂੰ ਆਪਣੇ ਮਾਲਿਕ ਤੇ ਯਕੀਨ ਹੈ ਕਿ ਉਹਦੀ ਰਹਿਮਤ ਮੈਨੂੰ ਠੀਕ ਜ਼ਰੂਰ ਕਰੇਗੀ, ਕਿਉਂਕਿ ਜਿਹੜਾ ਮੈਨੂੰ ਬਣਾ ਸਕਦਾ ਹੈ ਜੇ ਮੇਰੇ ਵਿੱਚ ਮਾੜੀ ਮੋਟੀ ਗੜਬੜ ਆ ਜਾਵੇ ਤਾਂ ਗੜਬੜ ਨੂੰ ਠੀਕ ਵੀ ਉਹ ਕਰ ਸਕਦਾ ਹੈ। ਜਿੱਦਾਂ ਸਮਝ ਲਓ ਕਿ ਬੰਦਾ ਕਹੇ ਮੇਰੇ ਕੋਲ ਗੱਡੀ ਹੈ, ਮੇਰੇ ਕੋਲ ਗੱਡੀ ਹੈ ਟੋਇਟਾ ਕੰਪਨੀ ਦੀ, ਹੁਣ ਜੇ ਗੱਡੀ ਵਿੱਚ ਕੋਈ ਨੁਕਸ ਆ ਜਾਵੇ, ਇੰਜਣ ਵਿੱਚ ਕੋਈ ਨੁਕਸ ਆ ਜਾਵੇ, ਕੋਈ ਗਰਾਰੀ ਖਰਾਬ ਹੋ ਜਾਵੇ, ਬੰਦਾ ਮਕੈਨਿਕ ਨੂੰ ਦਿਖਾਉਂਦਾ ਹੈ, ਬਾਹਰਲੇ ਮਕੈਨਿਕ ਨੂੰ, ਤਾਂ ਬਾਹਰਲਾ ਮਕੈਨਿਕ ਕਹਿੰਦਾ ਮੇਰੇ ਸਮਝ ਦੀ ਗੱਲ ਨਹੀਂ ਹੈ। ਫਿਰ ਅਸੀਂ ਕੀ ਕਰਦੇ ਆ, ਉਹ ਗੱਡੀ ਕੰਪਨੀ 'ਚ ਭੇਜਦੇ ਆ। ਹੁਣ ਜਦੋਂ ਕੰਪਨੀ 'ਚ ਜਾਂਦੀ ਹੈ ਤਾਂ ਕੰਪਨੀ ਵਾਲੇ ਇਹ ਨਹੀਂ ਕਹਿੰਦੇ ਸਾਡੇ ਸਮਝ ਦੀ ਗੱਲ ਹੈ ਨਹੀਂ, ਉਹ ਕਹਿੰਦੇ ਗੱਡੀ ਖੜੀ ਕਰ ਜਾਓ 2 ਦਿਨ ਬਾਅਦ ਆ ਕੇ ਲੈ ਜਾਓ ਠੀਕ ਕਰਕੇ ਭੇਜ ਦੇਵਾਂਗੇ, ਕਿਉਂਕਿ ਜਿਹੜੀ ਕੰਪਨੀ ਗੱਡੀ ਨੂੰ ਬਣਾ ਸਕਦੀ ਹੈ ਜੇ ਉਹ ਗੱਡੀ 'ਚ ਕੋਈ ਨੁਕਸ ਆ ਜਾਵੇ ਤਾਂ ਉਹਨੂੰ ਠੀਕ ਵੀ ਉਹ ਕਰ ਸਕਦੀ ਹੈ। ਮਾੜੇ ਮੋਟੇ ਮਕੈਨਿਕ ਦਾ ਕੀ ਕੰਮ, ਜਿਸ ਮਕੈਨਿਕ ਨੇ ਬਣਾਈ ਨਹੀਂ ਉਹ ਤਾਂ ਮਾੜੇ ਮੋਟੇ ਪੈਂਚਰ ਪੁੰਚਰ ਜਾਂ ਮਾੜੀ ਮੋਟੀ ਆਇਲ ਸਾਫ਼ ਕਰ ਦਿੱਤਾ, ਫਿਲਟਰ ਸਾਫ਼ ਕਰ ਦਿੱਤੇ, ਮਾੜਾ ਮੋਟਾ ਦਾ ਕਰ ਸਕਦਾ ਹੈ, ਪਰ ਜਦੋਂ ਮੇਜਰ ਪ੍ਰੋਬਲਮ ਆਂਦੀ ਹੈ ਉਹ ਕੰਪਨੀ ਠੀਕ ਕਰਦੀ ਹੈ। ਇਸੇ ਤਰ੍ਹਾਂ ਮਾੜੇ ਮੋਟੇ ਦੁੱਖ ਪਰੇਸ਼ਾਨੀਆਂ 'ਚ ਤਾਂ ਡਾਕਟਰਾਂ ਦੀ ਦਵਾਈ ਕਰਦੀ ਹੈ, ਪਰ ਜਦੋਂ ਕੋਈ ਪ੍ਰੋਬਲਮ ਸਾਨੂੰ ਆਂਦੀ ਹੈ ਤਾਂ ਅਸੀਂ ਉਹ ਕੰਪਨੀ ਕੋ ਜਾਂਦੇ ਹਾਂ ਜਿਹਨੇ ਸਾਨੂੰ ਪੈਦਾ ਕੀਤਾ ਹੈ ਕਿ ਐ ਮੇਰੇ ਮਾਲਿਕ ਤੂੰ ਮੈਨੂੰ ਜੀਵਨ ਦਿੱਤਾ ਹੈ ਔਰ ਮੈਨੂੰ ਵਿਸ਼ਵਾਸ ਹੈ ਤੇਰੀ ਸ਼ਕਤੀ ਤੇ ਕਿ ਤੂੰ ਮੈਨੂੰ ਠੀਕ ਵੀ ਕਰ ਸਕਦਾ ਹੈ। ਜਦੋਂ ਉੱਤੇ ਇਨਸਾਨ ਵਿਸ਼ਵਾਸ ਕਰਦਾ ਹੈ ਤਾਂ ਇਨਸਾਨ ਦਾ ਬੜੇ ਤੋਂ ਬੜਾ ਦੁੱਖ ਵੀ ਦੂਰ ਹੋ ਜਾਂਦਾ ਹੈ, ਬੜੇ ਤੋਂ ਬੜੀ ਪੀੜਾ ਵੀ ਇਨਸਾਨ ਦੀ ਫਿਰ ਠੀਕ ਹੋ ਜਾਂਦੀ ਹੈ। ਪਰ ਗੱਲ ਇੱਥੇ ਵਿਸ਼ਵਾਸ ਦੀ ਹੈ, ਗੱਲ ਇੱਥੇ ਯਕੀਨ ਦੀ ਹੈ, ਗੱਲ ਇੱਥੇ ਭਰੋਸੇ ਦੀ ਹੈ। ਸੋ ਤੁਸੀਂ ਵੀ ਕੀ ਕਰ ਸਕਦੇ ਹੋ ਕਿ ਇਨਸਾਨ ਨੂੰ ਜੇ ਕੋਈ ਬਿਮਾਰੀ ਹੈ, ਫਰਜ਼ ਕਰੋ ਤੁਹਾਡੇ ਪੇਟ ਦਰਦ ਹੈ, ਸਿਰ ਦਰਦ ਹੈ, ਤਾਂ ਜਿਸ ਤਰ੍ਹਾਂ ਇਨਸਾਨ ਜੇ ਪੇਟ ਦਰਦ ਸਿਰ ਦਰਦ ਜਾਂ ਕਿਸੇ ਵੀ ਪੀੜਾ ਤੋਂ ਮੁਕਤੀ ਚਾਹੁੰਦਾ ਹੈ ਤਾਂ ਉਹਨੂੰ ਵੀ ਚਾਹੀਦਾ ਹੈ ਕਿ ਉਹ ਚੀਜ਼ ਨੂੰ ਪ੍ਰਾਪਤ ਕਰੇ ਜੋ ਮੇਰੇ ਜੀਵਨ 'ਚ ਮੇਰੇ ਮਾਲਿਕ ਦੀ ਰਹਿਮਤ ਨਾਲ ਮੈਨੂੰ ਜੋੜ ਦੇਵੇ। ਜਿੱਦਾਂ ਅਸੀਂ ਕਈ ਵਾਰ ਦੱਸਦੇ ਹਾਂ ਕਿ ਜੇ ਤੁਹਾਡੇ ਅੰਦਰ ਆਇਰਨ ਦੀ ਕਮੀ ਹੁੰਦੀ ਹੈ ਤਾਂ ਡਾਕਟਰ ਆਇਰਨ ਦੀ ਗੋਲੀ ਦਿੰਦਾ ਹੈ ਕਿ ਲੈ ਵੀ ਆ ਗੋਲੀ ਖਾ, ਤੇਰੇ ਆਇਰਨ ਦਾ ਲੈਵਲ ਜਿਹੜਾ ਹੈ ਉਹ ਵੱਧ ਜਾਏਗਾ। ਜੇ ਸਾਡੇ ਅੰਦਰ ਵਿਟਾਮਿਨ ਸੀ ਦੀ ਕਮੀ ਤਾਂ ਗੋਲੀ ਦਿੰਦਾ ਵਿਟਾਮਿਨ ਸੀ ਦੀ ਕਿ ਖਾ, ਤੇਰੇ ਅੰਦਰ ਵਿਟਾਮਿਨ ਸੀ ਵੱਧ ਜਾਏਗਾ। ਇਸੇ ਤਰ੍ਹਾਂ
ਜਦੋਂ ਅਸੀਂ ਸੰਤਾਂ ਫਕੀਰਾਂ ਕੋਲ ਜਾਂਦੇ ਆ, ਉਹ ਸਾਨੂੰ ਰਹਿਮਤ ਦਿੰਦੇ ਆ, ਉਹ ਰਹਿਮਤ ਅਸੀਂ ਵਰਤਦੇ ਆ, ਤਾਂ ਸਾਡੇ ਅੰਦਰ ਉਹ ਰਹਿਮਤ ਵਾਲਾ ਲੈਵਲ ਵੀ ਅਪ ਹੋ ਜਾਂਦਾ, ਜਿਹਦੇ ਨਾਲ ਸਾਡੇ ਉਹ ਵੀ ਦੁੱਖ ਦੂਰ ਹੋ ਜਾਂਦੇ ਆ ਜਿੱਥੇ ਡਾਕਟਰ ਹੱਥ ਖੜੇ ਕਰ ਦਿੰਦੇ ਆ। ਤਾਂ ਹੀ ਤੁਸੀਂ ਸੁਣਿਆ ਹੋਏਗਾ ਕਿ ਜੋ ਬਾਤ दवा से बन ना सके वो बात दुआ से होती है, जब कामिल मुर्शिद मिलता है तब बात खुदा से होती है। कि ਜਿਹੜੀ ਗੱਲ ਦਵਾ दारू ਨਾਲ ਨਾ ਬਣ ਸਕੇ, ਜਦੋਂ ਉਹ ਇਨਸਾਨ ਸੱਚੇ ਦਿਲ ਨਾਲ ਆਪਣੇ ਮਾਲਿਕ ਅੱਗੇ ਅਰਦਾਸ ਬੇਨਤੀ ਕਰਦਾ ਹੈ, ਤਾਂ ਰੱਬ ਅੱਗੇ ਕੀਤੀ ਗਈ ਅਰਦਾਸ ਉਹ ਗੱਲ ਨੂੰ ਬਣਾ ਦਿੰਦੀ ਹੈ। ਜਰਾ ਸਮਝਣਾ ਸਾਰੇ ਜੀ। ਹੁਣ ਤੁਸੀਂ ਜਿੰਨੇ ਜੀ ਬੈਠੇ ਹੋ, ਸੱਚ ਦੱਸਿਓ, ਜਿੰਨੀ ਤੁਹਾਡੀ ਜ਼ਿੰਦਗੀ ਹੈ, ਕਿਤੇ ਨਾ ਕਿਤੇ ਤੁਸੀਂ ਵੀ ਆਪਣੀ ਅਰਦਾਸ ਦਾ ਅਸਰ ਦੇਖਿਆ ਹੋਵੇਗਾ ਕਿ ਮੇਰਾ ਕੋਈ ਕੰਮ ਸੀ, ਜਾਂ ਮੇਰੇ ਬੱਚੇ ਤੇ ਕੋਈ ਮੁਸੀਬਤ ਆਈ ਸੀ, ਜਾਂ ਮੇਰੇ ਜੀਵਨ 'ਚ ਕੋਈ ਅੜਚਨ ਸੀ, ਜਦੋਂ ਮੈਂ ਅਰਦਾਸ ਕੀਤੀ ਤਾਂ ਉਹ ਵੀ ਕੰਮ ਹੋ ਗਿਆ ਜੋ ਨਹੀਂ ਹੋਣ ਵਾਲਾ ਸੀ। ਹੈ ਕੋਈ ਜੀਵ ਜਿਹਨਾਂ ਐਸਾ ਕੋਈ ਦੇਖਿਆ ਹੋਵੇ? ਹੱਥ ਖੜਾ ਕਰਕੇ ਦੱਸੋ। ਹੁਣ ਦੇਖੋ ਕਿੰਨੇ ਜੀਵ ਹੈ। ਹੁਣ ਇਹਦਾ ਮਤਲਬ ਹੈ ਇਹ ਸਾਡੀਆਂ ਅਰਦਾਸਾਂ 'ਚ ਅਸਰ ਹੈ, ਬਸ ਵਿਸ਼ਵਾਸ ਕਰਨਾ ਪੈਂਦਾ। ਜਿੱਦਾਂ ਹੀ ਕਹਿੰਦੇ ਨਾ ਬਿਜਲੀ ਨਜ਼ਰ ਨਹੀਂ ਆਉਂਦੀ, ਪਰ ਹੈ, ਉਹਦਾ ਇਸਤੇਮਾਲ ਕਰਨ ਦੀ ਕਲਾ ਸਿੱਖਣੀ ਪੈਂਦੀ ਹੈ। ਹੁਣ ਬੰਦਾ ਕਹੇ ਮੈਨੂੰ ਤਾਰ ਤਾਂ ਨਜ਼ਰ ਆਉਂਦੀ ਹੈ, ਬਿਜਲੀ ਤਾਂ ਹੈ ਨਹੀਂ ਕਿਤੇ, ਤਾਂ ਅਸੀਂ ਕਹਿਣਾ ਵੀ ਹੱਥ ਲਾ ਕੇ ਦੇਖ ਲੈ ਇੱਕ ਵਾਰੀ, ਮਾਰਿਆ ਤਾਰ ਨੂੰ ਛਿੱਲ ਕੇ ਹੱਥ ਲਾ ਲੈ, ਸਾਰੇ ਭਰਮ ਇੱਕ ਝਟਕੇ ਨਾਲ ਹੀ ਦੂਰ ਹੋ ਜਾਣੇ। ਜਦੋਂ ਏਦਾਂ ਝਟਕਾ ਲੱਗਾ, ਬੰਦਾ ਮਰਨੋਂ ਬਚਿਆ। ਉਹ ਨਜ਼ਰ ਤਾਂ ਆਉਂਦੀ ਨਹੀਂ ਸੀ, ਪਰ ਕਰੰਟ ਕਿੱਦਾਂ ਹੈ। ਇਸੇ ਤਰ੍ਹਾਂ ਪ੍ਰਮਾਤਮਾ ਦੀ ਰਹਿਮਤ ਬੇਸ਼ੱਕ ਨਜ਼ਰ ਨਾ ਆਵੇ, ਪਰ ਉਹਦੀ ਸ਼ਕਤੀ ਐਡੀ ਹੈ ਕਿ ਜਦੋਂ ਉਹਦੀ ਕਿਰਪਾ ਹੁੰਦੀ ਹੈ ਤਾਂ ਬੜੀਆਂ ਬੜੀਆਂ ਬਿਮਾਰੀਆਂ ਝਟਕੇ ਨਾਲ ਦੂਰ ਹੋ ਜਾਂਦੀਆਂ ਹੈ। ਬਸ ਉਹਦਾ ਇਸਤੇਮਾਲ ਕਰਨ ਦੀ ਯੁਕਤੀ ਆਣੀ ਚਾਹੀਦੀ ਹੈ, ਕਿਉਂਕਿ ਅਰਦਾਸ ਵਿੱਚ ਐਵੇਂ ਨਹੀਂ ਗੁਰੂਆਂ ਨੇ ਕਿਹਾ ਕਿ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ, ਨਹੀਂ ਤਾਂ ਉਹਨਾਂ ਨੇ ਕਹਿਣਾ ਕਿਉਂ ਸੀ? ਇਹ ਗੁਰੂਆਂ ਰਹਿਬਰਾਂ ਦੀ ਜ਼ੁਬਾਨ ਤੋਂ ਜੇ ਬਚਨ ਨਿਕਲੇ ਕਿ ਅਰਦਾਸ ਕਰ ਕਦੀ ਵਿਅਰਥ ਨਹੀਂ ਜਾਂਦੀ, ਪ੍ਰਾਰਥਨਾ ਕਰ, ਪ੍ਰੇਅਰ ਕਰ, ਦੁਆ ਕਰ, ਉਹ ਪ੍ਰਮਾਤਮਾ ਨੂੰ ਯਾਦ ਕਰ, ਇਹਦਾ ਅਸਰ ਹੁੰਦਾ ਹੈ। ਤੇ ਇਹਦਾ ਮਤਲਬ ਗੁਰੂਆਂ ਰਹਿਬਰਾਂ ਨੇ ਉਹ ਤਾਕਤ ਨੂੰ ਐਡੀਸਨ ਦੀ ਤਰ੍ਹਾਂ ਪਰਖਿਆ ਸੀ, ਜਾਣਿਆ ਸੀ। ਜਿੱਦਾਂ ਐਡੀਸਨ ਕਹਿੰਦਾ ਬਿਜਲੀ ਦੀ ਤਾਕਤ ਸਮਝਿਆ, ਉਹਦਾ ਉਪਯੋਗ ਕੀਤਾ, ਇਸੇ ਤਰ੍ਹਾਂ ਗੁਰੂਆਂ ਰਹਿਬਰਾਂ ਫਕੀਰਾਂ ਨੇ ਰੱਬ ਦੀ ਤਾਕਤ ਨੂੰ ਸਮਝਿਆ ਔਰ ਉਹਦਾ ਆਪਣੇ ਜੀਵਨ 'ਚ ਉਪਯੋਗ ਕੀਤਾ, ਔਰ ਆਪ ਵੀ ਲਾਭ ਲਿਆ, ਤਾਂ ਜਿਹੜਾ ਚੱਲ ਕੇ ਉਹਨਾਂ ਕੋਲ ਆਇਆ ਉਹਨਾਂ ਨੂੰ ਵੀ ਲਾਭ ਹੋਇਆ। ਹੁਣ ਜੇ ਤੁਸੀਂ ਵੀ ਲਾਭ ਲੈਣਾ ਚਾਹੁੰਦੇ ਹੋ ਪ੍ਰਮਾਤਮਾ ਦੀ ਤਾਕਤ ਦਾ, ਸ਼ਕਤੀ ਦਾ, ਤਾਂ ਤੁਹਾਨੂੰ ਵੀ ਉਹ ਲਾਭ ਲੈਣ ਦੀ ਕਲਾ ਸਿੱਖਣੀ ਪਏਗੀ। ਔਰ ਕਲਾ ਤੋਂ ਪਹਿਲਾਂ ਵਿਸ਼ਵਾਸ, ਯਕੀਨ ਕਰਨਾ ਪਏਗਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਰੱਬ ਹੈ, ਔਰ ਜੇ ਉਹ ਹੈ ਤਾਂ ਨਾਮੁਮਕਿਨ ਨੂੰ ਮੁਮਕਿਨ ਵੀ ਉਹ ਕਰ ਸਕਦਾ ਹੈ, ਅਸੰਭਵ ਨੂੰ ਸੰਭਵ ਵੀ ਉਹ ਕਰ ਸਕਦਾ ਹੈ। ਇਸ ਲਈ ਇਹ ਗੱਲ ਹੁਣ ਦੂਜੀ ਗੱਲ ਜਿਹੜੀ ਸਮਝਣੀ ਹੈ, ਅਸੀਂ ਫਿਰ ਸਤਸੰਗ ਦੀ ਸਮਾਪਤੀ ਕਰਾਂਗੇ, ਕਿ ਦੂਜੀ ਗੱਲ ਸਮਝਣੀ ਹੈ ਕਿ ਪਹਿਲਾਂ ਇੱਕ ਗੱਲ, ਇਹ ਸਾਰੇ ਜੀਵਾਂ ਨੇ ਇੱਕ ਗੱਲ ਕਹਿਣੀ ਹੈ। ਬੋਲੋ, ਕਹੋਗੇ ਸਾਡੇ ਨਾਲ? ਅੱਜ ਇਹ ਗੱਲ ਕਹਿਣੀ ਹੈ ਪਹਿਲਾਂ, ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਖੁਸ਼ ਹਾਂ। ਹੁਣ ਜਰਾ ਇੱਕ ਗੱਲ ਦਾ ਜਵਾਬ ਦਿਓ, ਸੱਚ ਸੱਚ ਦੱਸਿਓ, ਅੱਜ ਕਿੰਨੇ ਜੀਵ ਬੈਠੇ ਹੈ ਜਿਨ੍ਹਾਂ ਨੇ ਅੱਜ ਇਹ ਗੱਲ ਪਹਿਲੀ ਵਾਰ ਆਪਣੇ ਜੀਵਨ 'ਚ ਕਹੀ ਹੈ, ਮੈਂ ਬਹੁਤ ਖੁਸ਼ ਹਾਂ? ਜਿਨ੍ਹਾਂ ਨੇ ਪੂਰੀ ਜ਼ਿੰਦਗੀ 'ਚ ਪਹਿਲੀ ਵਾਰ ਇਹ ਗੱਲ ਕਹੀ ਹੈ, ਉਹ ਦੇਖੋ ਕਿੰਨੇ ਜੀਵ ਹੈ। ਕਦੀ ਅੱਗੇ ਕਿਹਾ ਤੁਸੀਂ ਇਹ? ਅੱਗੇ ਪਤਾ ਤੁਸੀਂ ਕੀ ਕਹਿੰਦੇ ਹੋ? ਮੈਂ ਬਹੁਤ ਦੁਖੀ ਹਾਂ, ਮੈਂ ਬਹੁਤ ਦੁਖੀ ਹਾਂ, ਮੇਰੇ ਜਿੰਨਾ ਦੁਖੀ ਕੋਈ ਹੋ ਹੀ ਨਹੀਂ ਸਕਦਾ, ਮੇਰੇ ਜਿੰਨਾ ਪਰੇਸ਼ਾਨ ਕੋਈ ਹੈ ਹੀ ਨਹੀਂ, ਮੇਰੇ ਜਿੰਨਾ ਬਿਮਾਰ ਕੋਈ ਹੈ ਹੀ ਨਹੀਂ। ਇਹੀ ਗੱਲ ਹੁੰਦੀ ਹੈ ਨਾ? ਜਰਾ ਸੱਚ ਦੱਸਿਓ। ਹੁਣ ਜਰਾ ਸੋਚੋ, ਜਦੋਂ ਅਸੀਂ ਹਰ ਵੇਲੇ ਗੱਲ ਹੀ ਦੁੱਖਾਂ ਦੀ ਕਰਨੀ ਆ, ਮੇਰੇ ਵਰਗਾ ਦੁਖੀ ਕੋਈ ਹੈ ਹੀ ਨਹੀਂ, ਤਾਂ ਇਹਦਾ ਮਤਲਬ ਹੈ ਸਾਨੂੰ ਆਪਣੇ ਰੱਬ ਤੇ ਵਿਸ਼ਵਾਸ ਹੈ ਨਹੀਂ, ਤਾਂ ਹੀ ਤਾਂ ਅਸੀਂ ਦੁੱਖਾਂ ਦਾ ਰੋਣਾ ਹਰ ਵੇਲੇ ਰੋਂਦੇ ਆ। ਔਰ ਜਦੋਂ ਹਰ ਵੇਲੇ ਮੈਂ ਬਹੁਤ ਦੁਖੀ, ਮੈਂ ਬਹੁਤ ਦੁਖੀ, ਮੈਂ ਬਹੁਤ ਦੁਖੀ, ਜਦੋਂ ਹਰ ਵੇਲੇ ਘਰ ਦੇ ਵਿੱਚ ਮੈਂ ਦੁਖੀ, ਮੈਂ ਦੁਖੀ, ਮੈਂ ਦੁਖੀ ਦੀ ਆਵਾਜ਼ ਆਣੀ ਹੈ, ਤਾਂ ਘਰ ਦੀਆਂ ਦੀਵਾਰਾਂ ਵੀ ਉਹ ਦੁੱਖਾਂ ਦੀ એનર્ਜੀ ਨਾਲ ਭਰ ਜਾਂਦੀਆਂ, ਫਿਰ ਅੰਦਰ ਦੁੱਖ ਹੀ ਰਹਿੰਦੇ ਆ। ਤਾਂ ਹੀ ਕਹਿੰਦੇ ਆ ਦੀਵਾਰੋਂ ਕੇ ਵੀ ਕਾਨ ਹੋਤੇ। ਇਹਨਾਂ ਨੂੰ ਕੰਧਾਂ ਨਾ ਸਮਝੋ, ਤੁਸੀਂ ਜੋ ਬੋਲਦੇ ਹੋ ਕੰਧਾਂ ਵੀ ਸੁਣਦੀਆਂ ਹੈ, ਔਰ ਜੋ ਸੁਣਦੀਆਂ ਉਦਾਂ ਦੀ એનર્ਜੀ ਵਾਪਸ ਕਰਦੀਆਂ ਹੈ। ਜੇ ਤਾਂ ਤੁਸੀਂ ਕਿਸੇ ਨੂੰ ਗਾਲ ਕੱਢੋ ਨਾ, ਅਗਲਾ ਉਦਾਂ ਦੀ એનર્ਜੀ ਨਾਲ ਵਾਪਸ ਆਉਂਦਾ ਹੈ। ਕਿਸੇ ਨੂੰ ਗਾਲ ਕੱਢੋ, ਅਗਲਾ ਗੁੱਸੇ ਨਾਲ ਆਏਗਾ, ਕਿਸੇ ਨੂੰ ਪਿਆਰ ਦੇ ਬੋਲ ਬੋਲੋ, ਅਗਲਾ ਪਿਆਰ ਨਾਲ ਆਏਗਾ। ਹੁਣ ਜਿੱਦਾਂ ਬੰਦੇ ਦੇ ਉੱਪਰ ਸ਼ਬਦਾਂ ਦਾ ਅਸਰ ਹੁੰਦਾ ਹੈ, ਇਸੇ ਤਰ੍ਹਾਂ ਸਾਡੇ ਘਰ, ਸਾਡੀਆਂ ਦੀਵਾਰਾਂ ਤੇ ਵੀ ਸਾਡੇ ਸ਼ਬਦਾਂ ਦਾ ਅਸਰ ਹੁੰਦਾ ਹੈ। ਹੁਣ ਜਦੋਂ ਹਰ ਵੇਲੇ ਘਰ 'ਚ ਹੀ ਕਹਿਣਾ ਮੈਂ ਬਹੁਤ ਦੁਖੀ, ਮੇਰੇ ਘਰ 'ਚ ਬਰਕਤ ਹੈ ਨਹੀਂ, ਆ ਮੇਰੀ ਨੂੰਹ ਚੰਗੀ ਹੈ ਨਹੀਂ, ਆ ਮੇਰੀ ਸੱਸ ਚੰਗੀ ਹੈ ਨਹੀਂ, ਆ ਮੇਰਾ ਬੇਟਾ ਚੰਗਾ ਹੈ ਨਹੀਂ, ਮੇਰਾ ਪਤੀ ਚੰਗਾ ਹੈ ਨਹੀਂ, ਮੇਰੀ ਪਤਨੀ ਚੰਗੀ ਹੈ ਨਹੀਂ, ਜਦੋਂ ਤੁਸੀਂ ਹਰ ਵੇਲੇ ਮਾੜੇ ਹੀ ਸ਼ਬਦ ਬੋਲਣੇ ਹੈ, ਤਾਂ ਸਾਡੇ ਘਰ ਦੀ એનર્ਜੀ ਮਾੜੀ ਬਣ ਜਾਣੀ ਹੈ। ਔਰ ਜਿੱਥੇ એનર્ਜੀ ਮਾੜੀ ਹੈ, ਉੱਥੇ ਖੁਸ਼ੀ ਕਿੱਦਾਂ ਆਏਗੀ, ਉੱਥੇ ਸੁੱਖ ਕਿੱਦਾਂ ਆਏਗਾ, ਉੱਥੇ ਆਨੰਦ ਕਿੱਦਾਂ ਆਏਗਾ? ਹੁਣ
ਇੱਕ ਗੱਲ ਯਾਦ ਰੱਖੋ, ਜੇ ਅਸੀਂ ਚਾਹੁੰਦੇ ਹਾਂ ਸਾਡੇ ਘਰ 'ਚ ਬਰਕਤ ਹੋਵੇ, ਸਾਡੇ ਘਰ 'ਚ ਖੁਸ਼ੀ ਹੋਵੇ, ਸਾਡੇ ਘਰ 'ਚ ਤੰਦਰੁਸਤੀ ਹੋਵੇ, ਸਾਡੇ ਘਰ 'ਚ ਪਰਿਵਾਰ 'ਚ ਪਿਆਰ ਹੋਵੇ, ਤਾਂ ਫਿਰ ਅੱਜ ਤੋਂ ਦੁੱਖਾਂ ਦਾ ਰੋਲਾ ਪਾਣਾ ਬੰਦ ਕਰੀਏ। ਅੱਜ ਤੋਂ ਇੱਕੋ ਹੀ ਗੱਲ ਕਹੀਏ ਕਿ ਮਾਲਿਕ ਦੀ ਕਿਰਪਾ ਨਾਲ ਮੈਂ ਬਹੁਤ ਖੁਸ਼ ਹਾਂ, ਮਾਲਿਕ ਦੀ ਕਿਰਪਾ ਨਾਲ ਮੈਂ ਬਹੁਤ ਖੁਸ਼ ਹਾਂ, ਮਾਲਿਕ ਦੀ ਕਿਰਪਾ ਨਾਲ ਮੈਂ, ਕਿਉਂਕਿ ਜਦੋਂ ਖੁਸ਼ੀ ਦੀ ਆਵਾਜ਼ ਆਏਗੀ ਤਾਂ ਤੁਸੀਂ ਪਾਉਂਗੇ ਕਿ ਤੁਹਾਡੇ ਘਰ ਦੇ ਵਾਤਾਵਰਣ 'ਚ ਹੌਲੀ ਹੌਲੀ ਬਦਲਾਅ ਆ ਜਾਏਗਾ ਔਰ ਤੁਹਾਡੇ ਘਰ 'ਚ ਖੁਸ਼ੀਆਂ ਹੀ ਡੇਰਾ ਕਰਨਗੀਆਂ, ਕਿਉਂਕਿ ਜੈਸੀ ਆਵਾਜ਼ ਆਣੀ ਹੈ ਵੈਸਾ ਵਾਤਾਵਰਣ ਬਣਨਾ ਸ਼ੁਰੂ ਹੋ ਜਾਣਾ ਹੈ। ਇਸ ਲਈ ਯਾਦ ਰੱਖੋ, ਜੇ ਤੁਸੀਂ ਘਰ 'ਚ ਬਰਕਤ ਚਾਹੁੰਦੇ ਹੋ ਤਾਂ ਬੇਬਰਕਤੀ ਦੀ ਗੱਲ ਨਾ ਕਰੋ ਕਦੀ ਵੀ। ਹੁਣ ਫਰਜ਼ ਕਰੋ ਅਸੀਂ ਜਿਹਨੂੰ ਬੁਲਾਣਾ ਚਾਹੁੰਦੇ ਨਾ, ਗੱਲ ਉਹਦੀ ਕਰੀਏ, ਉਹੀ ਆਏਗਾ। ਬੋਲੋ, ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਤੁਸੀਂ ਵੀ ਦੇਖਿਆ ਹੋਵੇਗਾ, ਇਹ ਵੀ ਗੱਲ ਤੇ ਹੱਥ ਖੜਾ ਕਰਕੇ ਦੱਸ ਦਿਓ, ਕਈ ਵਾਰ ਇਦਾਂ ਹੋਏਗਾ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੀ ਗੱਲ ਕਰਦੇ ਹੋ, ਆਪਣੇ ਕਿਸੇ ਸੱਜਣ ਮਿੱਤਰ ਦੀ ਗੱਲ ਕਰਦੇ ਹੋ ਤਾਂ ਅਚਾਨਕ ਦਰਵਾਜ਼ੇ ਤੇ ਆ ਜਾਂਦਾ ਸੀ, ਕਹਿੰਦਾ ਤੇਰੀ ਤਾਂ ਉਮਰ ਹੀ ਬੜੀ ਲੰਬੀ ਹੈ, ਤੈਨੂੰ ਯਾਦ ਕਰਦੇ ਹਾਂ ਅਸੀਂ। ਕਿਹਦੇ ਨਾਲ ਇਦਾਂ ਹੋਇਆ? ਕਦੀ ਹੱਥ ਖੜਾ ਕਰਕੇ ਦੱਸੋ, ਹੋਇਆ ਨਾ? ਉਹ ਯਾਰ ਤੇਰੀ ਗੱਲ ਕਰਦੇ ਸੀ, ਤੂੰ ਆ ਗਿਆ, ਤੇਰੀ ਤਾਂ ਉਮਰ ਹੀ ਬੜੀ ਲੰਬੀ ਹੈ। ਹੁਣ ਇੱਥੋਂ ਸਮਝ ਨਹੀਂ ਆਉਂਦੀ ਕਿ ਅਸੀਂ ਜਿਹਦੀ ਗੱਲ ਕਰਦੇ ਆ, ਕੁਦਰਤ ਕਿਤੇ ਨਾ ਕਿਤੇ ਉਹਦੇ ਤੱਕ ਸੰਦੇਸ਼ ਭੇਜਦੀ, ਉਹਨੂੰ ਲੈ ਆਂਦੀ ਹੈ। ਤਾਂ ਜੇ ਅਸੀਂ ਹਰ ਵੇਲੇ ਦੁੱਖਾਂ ਦੀ ਗੱਲ ਕਰਾਂਗੇ ਤਾਂ ਸਾਡੇ ਵੱਲ ਕੁਦਰਤ ਨੇ ਦੁੱਖ ਹੀ ਭੇਜਣੇ, ਕਿ ਇਹਨੂੰ ਦੁੱਖ ਹੀ ਪਸੰਦ ਹੈ, ਤਾਂ ਹੀ ਤਾਂ ਦੁੱਖਾਂ ਦੀ ਗੱਲ ਕਰਦਾ ਹੈ। ਔਰ ਸੱਚ ਦੱਸਿਓ ਜ਼ਰਾ, ਤੁਹਾਨੂੰ ਖੁਸ਼ੀ ਪਸੰਦ ਹੈ ਜਾਂ ਦੁੱਖ? ਖੁਸ਼ੀ ਪਸੰਦ ਹੈ ਤਾਂ ਫਿਰ ਇੱਕ ਗੱਲ ਦਾ ਜਵਾਬ ਦਿਓ, ਜਦੋਂ ਬੁਖਾਰ ਤੁਹਾਨੂੰ 99 ਹੁੰਦਾ ਤਾਂ ਕਿਉਂ ਕਹਿੰਦੇ ਹੋ ਮੈਨੂੰ 102 ਬੁਖਾਰ ਹੈ, ਮੈਨੂੰ 103 ਬੁਖਾਰ ਹੈ? ਸੱਚ ਦੱਸਿਓ, ਇਦਾਂ ਹੁੰਦੀ ਹੈ ਕਿ ਨਹੀਂ? ਬੁਖਾਰ ਸਾਨੂੰ 99 ਹੁੰਦਾ ਹੈ, ਪਰ ਥਰਮਾਮੀਟਰ ਲਾ ਕੇ ਪੁੱਛੇ ਕਿੰਨਾ ਬੁਖਾਰ ਹੈ, ਹੁਣ 99 ਦੱਸਦੇ, ਸ਼ਰਮ ਆਉਂਦੀ ਹੈ। ਉਹ ਲੈ 99 ਬੁਖਾਰ ਹੈ, ਚਲ ਉੱਠ ਕੰਮ ਕਰ, ਮੈਨੂੰ 102 ਬੁਖਾਰ ਹੈ, ਮੇਰੀ ਸਿਹਤ ਬਹੁਤ ਖਰਾਬ ਹੈ, ਮੈਂ ਨਹੀਂ ਕੰਮ ਤੇ ਆ ਸਕਦਾ, ਅੱਜ ਮੇਰੇ ਤੋਂ ਪੋਚਾ ਨਹੀਂ ਲੱਗਣਾ, ਮੇਰੇ ਤੋਂ ਝਾੜੂ ਨਹੀਂ ਲੱਗਣਾ, ਅੱਜ ਮੇਰੇ ਤੋਂ ਰੋਟੀ ਨਹੀਂ ਬਣਨੀ, ਆਪ ਹੀ ਬਣਾ ਲਓ, ਹੋਟਲ ਤੋਂ ਮੰਗਾ ਲਓ, ਮੈਂ ਬਹੁਤ ਬਿਮਾਰ ਹਾਂ। ਹੈ ਕੁਝ ਵੀ ਨਹੀਂ, ਮੈਂ ਬਹੁਤ ਬਿਮਾਰ ਹਾਂ। ਅਸੀਂ ਆਪਣੀ ਬਿਮਾਰੀ ਨੂੰ ਇੰਨਾ ਵਧਾ ਦਿੰਦੇ ਆ ਕਿ ਬਿਮਾਰੀ ਨਾ ਹੋਵੇ ਤਾਂ ਵੀ ਬਿਮਾਰੀ ਨੂੰ ਲੈ ਆਂਦੇ ਆ। ਤਾਂ ਰੱਬ ਵੀ ਕਹਿੰਦਾ ਆ ਕਿ ਬਿਮਾਰੀ ਹੈ ਨਹੀਂ ਤਾਂ ਵੀ ਬਿਮਾਰੀ ਦੀ ਗੱਲ ਕਰਦਾ ਆ, ਇਹਨੂੰ ਬਿਮਾਰੀ ਪਸੰਦ ਆ, ਬਿਮਾਰੀ ਭੇਜੋ, ਤਾਂ ਕਿ ਬੰਦਾ ਕਵੇ, ਜਿੱਦਾਂ ਉਹ ਕਹਿੰਦੇ ਨਾ ਕਹਾਣੀ ਸ਼ੇਰ ਆ ਗਿਆ, ਸ਼ੇਰ ਆ ਗਿਆ, ਸੁਣੀ ਹੈ ਕਿਸੇ ਨੇ? ਇੱਕ ਬੱਚਾ ਹੁੰਦਾ ਸੀ ਪਿੰਡ 'ਚ, ਕਹਿੰਦੇ ਬੱਕਰੀਆਂ ਚਾਰਨ ਜਾਂਦਾ ਸੀ, ਝੂਠ ਮੂਠ ਕਹਿੰਦਾ ਸ਼ੇਰ ਆ ਗਿਆ, ਸ਼ੇਰ ਆ ਗਿਆ, ਇੱਕ ਦਿਨ ਸੱਚੀ ਆ ਗਿਆ। ਹੁਣ ਬੰਦਾ ਠੀਕ ਹੁੰਦਾ ਹੈ, ਮੈਂ ਬਹੁਤ ਬਿਮਾਰ ਹਾਂ, ਮੈਂ ਬਹੁਤ ਬਿਮਾਰ ਹਾਂ, ਹੈ ਠੀਕ, ਪਰ ਕੰਮ ਤੋਂ ਬਚਣ ਦਾ ਮਾਰਾ, ਛੁੱਟੀ ਦਾ ਮਾਰਾ। ਕਈ ਵਾਰ ਬੱਚਾ ਦੇਖਿਆ ਪੇਪਰਾਂ 'ਚ ਬਿਮਾਰ ਹੋ ਜਾਂਦਾ ਹੈ, ਹਾਲਾਂਕਿ ਹੈ ਕੁਝ ਵੀ ਨਹੀਂ, ਕਿਉਂਕਿ ਕਈ ਬੱਚਿਆਂ ਨੂੰ ਅਸੀਂ ਦੇਖਦੇ ਹਾਂ ਜਦੋਂ ਸਕੂਲ ਜਾਣ ਦਾ ਟਾਈਮ ਹੁੰਦਾ ਪੇਟ ਦੁਖੇਗਾ, ਉਹਨਾਂ ਨੂੰ ਕਿਤੇ ਦਰਦ ਹੋਏਗੀ, ਜਿੱਦੇ ਮੰਮੀ ਡੈਡੀ ਛੁੱਟੀ ਕਰਾ ਦਿੰਦੇ ਅੱਧੇ ਘੰਟੇ ਬਾਅਦ ਖੇਲਣਾ ਸ਼ੁਰੂ ਕਰ ਦਿੰਦੇ ਆ, ਡੈਡੀ ਹੁਣ ਠੀਕ ਆ। ਉਹ ਦਰਦ ਕੋਈ ਦਰਦ ਨਹੀਂ ਹੈ, ਉਹ ਬਸ ਛੁੱਟੀ ਮਾਰਨ ਦਾ ਇੱਕ ਬਹਾਨਾ ਹੈ। ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਹੈ, ਇਨਸਾਨ ਵੀ ਆਪਣੇ ਜੀਵਨ 'ਚ ਕਰਦਾ ਹੈ, ਉਹ ਮੈਂ ਬਿਮਾਰ, ਮੈਂ ਬਿਮਾਰ, ਮੈਂ ਬਿਮਾਰ, ਹਾਲਾਂਕਿ ਠੀਕ ਹੈ, ਫਿਰ ਵੀ ਕਹਿੰਦਾ ਮੈਂ ਬਿਮਾਰ, ਫਿਰ ਦੂਜੀ ਵਾਰ ਵੀ ਠੀਕ ਹੈ, ਮੈਂ ਬਿਮਾਰ। ਰੱਬ ਵੀ ਕਹਿੰਦਾ ਹੈ ਅੱਛਾ ਜਿੱਦਾਂ ਸ਼ੇਰ ਆ ਗਿਆ, ਸ਼ੇਰ ਆ ਗਿਆ, ਹੈ ਆਇਆ ਨਹੀਂ, ਪਰ ਬਾਰ-ਬਾਰ ਕਹੀ ਜਾਣਾ ਇੱਕ ਦਿਨ ਸੱਚੀ ਆ ਗਿਆ। ਹੁਣ ਜ਼ਰਾ ਸੋਚੋ, ਅਸੀਂ ਠੀਕ ਆ, ਮੈਂ ਬਿਮਾਰ, ਮੈਂ ਬਿਮਾਰ, ਫੋਨ ਆ ਜਾਵੇ ਬੇਟੋ ਮੈਂ ਬਹੁਤ ਬਿਮਾਰ ਆ, ਕਿਸੇ ਰਿਸ਼ਤੇਦਾਰ ਦਾ ਫੋਨ ਆ ਜਾਵੇ, ਫੋਨ ਤੇ ਵੀ ਬਿਮਾਰੀ ਦੀ ਗੱਲ ਹੁੰਦੀ ਹੈ, ਦੁੱਖਾਂ ਦੀ ਗੱਲ ਹੁੰਦੀ ਹੈ, ਹਰ ਵੇਲੇ ਫੋਨਾਂ ਤੇ ਦੁੱਖ ਦੀ ਗੱਲ। ਕੋਈ ਸੱਜਣ ਮਿੱਤਰ ਉਦਾਂ ਆ ਜਾਵੇ ਤਾਂ ਦੁੱਖ ਦੀ ਗੱਲ, ਕਿਤੇ ਉਦਾਂ ਬੈਠਾ ਹੋਵੇ ਤਾਂ ਦੁੱਖ ਦੀ ਗੱਲ, ਹਰ ਵੇਲੇ ਗੱਲ ਦੁੱਖ 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 ਦੀ। ਤਾਂ ਰੱਬ ਵੀ ਸਾਡੇ ਘਰ 'ਚ ਦੁੱਖਾਂ ਨੂੰ ਭੇਜ ਦਿੰਦਾ ਕਿ ਜਾਓ ਬਈ, ਇਹਨਾਂ ਨੂੰ ਦੁੱਖ ਪਸੰਦ ਹੈ, ਕਿਉਂਕਿ ਦੁੱਖਾਂ ਦੀ ਗੱਲ ਕਰਦੇ ਦੁੱਖ ਹੀ ਰਵੇ ਇਹਨਾਂ ਦੇ ਘਰ 'ਚ। ਇਹ ਗੱਲ ਸਮਝ ਲਿਓ, ਕੋਈ ਗੱਲ ਮਜ਼ਾਕ 'ਚ ਨਹੀਂ ਕਰ ਰਹੇ, ਸੱਚੀ ਗੱਲ ਹੈ। ਹੁਣ ਜਦੋਂ ਤੁਸੀਂ ਦੁਖੀ ਹੋ, ਬਿਮਾਰ ਹੋ, ਤਾਂ ਹੁਣ ਇਹ ਤੋਂ ਉਲਟ ਕਰੋ, ਸੁੱਖ ਦੀ ਗੱਲ ਕਰੋ, ਖੁਸ਼ੀ ਦੀ ਗੱਲ ਕਰੋ। ਮੈਂ ਬਹੁਤ ਸੁਖੀ ਹਾਂ, ਮੈਂ ਠੀਕ ਹਾਂ, ਮੈਂ ਠੀਕ ਹਾਂ, ਮੈਂ ਠੀਕ ਹਾਂ। ਹੁਣ ਜਦੋਂ ਮੈਂ ਠੀਕ ਹਾਂ, ਮੈਂ ਠੀਕ ਹਾਂ, ਮੈਂ ਠੀਕ ਹਾਂ ਕਹਿੰਦੇ ਜਾਵਾਂਗੇ ਤਾਂ ਸੁੱਖ ਸਾਡੇ ਘਰ ਦੇ ਵੱਲ ਆ ਜਾਏਗਾ, ਕਿਉਂਕਿ ਜੈਸੀ ਚੀਜ਼ ਨੂੰ ਅਸੀਂ ਆਵਾਜ਼ ਦੇਣੀ ਉਹ ਵੈਸੀ ਚੀਜ਼ ਰੱਬ ਨੇ ਸਾਡੀ ਤਰਫ ਭੇਜ ਦੇਣੀ ਹੈ। ਇਸ ਲਈ ਜੇ ਸਾਡੇ ਘਰ 'ਚ ਬੇਬਰਕਤੀ ਹੈ ਤੇ ਇਹ ਨਾ ਕਹੋ ਮੇਰੇ ਘਰ 'ਚ ਪੈਸਾ ਨਹੀਂ ਬਚਦਾ, ਇਹ ਕਹੋ ਮਾਲਕ ਦੀ ਕਿਰਪਾ ਨਾਲ ਮੇਰੇ ਘਰ 'ਚ ਬਹੁਤ ਬਰਕਤ ਹੈ, ਮਾਲਕ ਦੀ ਕਿਰਪਾ ਨਾਲ ਮੇਰੇ ਘਰ 'ਚ ਬਹੁਤ ਖੁਸ਼ੀਆਂ ਹੈ, ਮਾਲਕ ਦੀ ਕਿਰਪਾ ਨਾਲ ਮੇਰੇ ਪਰਿਵਾਰ 'ਚ ਬਹੁਤ ਪਿਆਰ ਹੈ। ਬੇਸ਼ੱਕ ਅੱਜ ਪਰਿਵਾਰ ਝਗੜ ਰਿਹਾ ਹੈ, ਪਰ ਆਪਣੇ ਜ਼ੁਬਾਨ ਤੋਂ ਇਹ ਗੱਲ ਕਹਿੰਦੇ ਜਾਓ, ਮੰਨਦੇ ਜਾਓ, ਵਿਸ਼ਵਾਸ ਨਾਲ ਮੰਨਦੇ ਜਾਓ, ਮੇਰੇ ਘਰ 'ਚ ਬਹੁਤ ਪਿਆਰ ਹੈ, ਬਹੁਤ ਪਿਆਰ ਹੈ ਮੇਰੇ ਘਰ 'ਚ। ਤੁਸੀਂ ਦੇਖੋਗੇ ਕੁਝ ਦਿਨਾਂ 'ਚ ਹੀ ਉਹ ਘਰ ਦਾ ਰੰਗ ਬਦਲ ਜਾਏਗਾ, ਕਿਉਂਕਿ ਰੰਗ ਬਦਲਣ ਨੂੰ ਥੋੜਾ ਟਾਈਮ ਲੱਗਦਾ ਹੈ। ਹੁਣ ਫਰਜ਼ ਕਰੋ ਦੀਵਾਰਾਂ ਨੂੰ ਅਸੀਂ ਕਹਿੰਦੇ ਨੀਲਾ ਰੰਗ ਹੈ, ਆਹ ਸਫੇਦ ਰੰਗ ਹੈ, ਜੇ ਹੁਣ ਰੰਗ ਬਦਲਣਾ ਤਾਂ 1 ਸੈਕਿੰਡ 'ਚ ਨਹੀਂ ਬਦਲ ਹੋਣਾ, ਹੌਲੀ 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 ਪੂਰੇ ਘਰ ਦਾ ਰੰਗ ਬਦਲ ਸਕਦੇ ਆ। ਟਾਈਮ ਲੱਗਣਾ ਹੈ, ਕੁਝ ਦਿਨ ਲੱਗਣੇ ਹੈ, ਹਫਤਾ ਲੱਗੇਗਾ, 10 ਦਿਨ ਲੱਗਣਗੇ, 15 ਦਿਨ ਲੱਗਣਗੇ, ਪੂਰੇ ਘਰ ਦਾ ਰੰਗ ਚੇਂਜ ਹੋ ਜਾਏਗਾ। ਇਸੇ ਤਰ੍ਹਾਂ ਤੁਸੀਂ ਇੰਨੇ ਸਾਲਾਂ ਤੋਂ ਦੁੱਖ 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 ਕਰਕੇ ਆਪਣੇ ਪੂਰੇ ਜੀਵਨ ਦੇ ਘਰ ਨੂੰ ਹੀ ਦੁੱਖਾਂ ਦੇ ਰੰਗ 'ਚ ਰੰਗਿਆ, ਤਾਂ ਹੀ ਤਾਂ ਚਾਰੋਂ ਪਾਸੇ ਦੁੱਖ ਹੈ।
ਹੁਣ ਵਕਤ ਆ ਗਿਆ ਆਪਣੇ ਜੀਵਨ ਦੇ ਘਰ ਨੂੰ ਬਦਲਣ ਦਾ, ਯਾਨੀ ਰੰਗ ਨੂੰ ਬਦਲਣ ਦਾ। ਅੱਜ ਤੋਂ ਅਸੀਂ ਖੁਸ਼ੀ ਦੀ ਗੱਲ ਕਰਨੀ ਹੈ, ਸੁੱਖਾਂ ਦੀ ਗੱਲ ਕਰਨੀ ਹੈ, ਆਨੰਦ ਦੀ ਗੱਲ ਕਰਨੀ ਹੈ ਕਿ ਮਾਲਿਕ ਦੀ ਕਿਰਪਾ ਨਾਲ ਮੇਰੇ ਘਰ 'ਚ ਬਹੁਤ ਪਿਆਰ ਹੈ। ਜੇ ਪਤਨੀ ਚੰਗੀ ਨਹੀਂ ਹੈ ਤਾਂ ਇਹ ਕਹਿਣਾ ਸ਼ੁਰੂ ਕਰੋ ਮੇਰੀ ਪਤਨੀ ਬਹੁਤ ਚੰਗੀ ਹੈ। ਜੇ ਪਤੀ ਚੰਗਾ ਨਹੀਂ, ਕਹਿਣਾ ਸ਼ੁਰੂ ਕਰੋ ਮੇਰਾ ਪਤੀ ਬਹੁਤ ਚੰਗਾ ਹੈ। ਜੇ ਸੱਸ ਚੰਗੀ ਨਹੀਂ ਤਾਂ ਕਹਿਣਾ ਸ਼ੁਰੂ ਕਰੋ ਮੇਰੀ ਸੱਸ ਬਹੁਤ ਚੰਗੀ ਹੈ, ਮੇਰੀ ਨੂੰਹ ਬਹੁਤ ਚੰਗੀ ਹੈ, ਮੇਰਾ ਪਰਿਵਾਰ ਬਹੁਤ ਚੰਗਾ ਹੈ, ਮੇਰੇ ਪਰਿਵਾਰ 'ਚ ਬਹੁਤ ਪਿਆਰ ਹੈ। ਜਦੋਂ ਤੁਸੀਂ ਇਹ ਗੱਲ ਕਹੋਗੇ ਤੁਸੀਂ ਦੇਖੋਗੇ ਕਿ ਘਰ ਦਾ ਵਾਤਾਵਰਨ ਬਦਲਣਾ ਸ਼ੁਰੂ ਹੋ ਜਾਏਗਾ। ਘਰ 'ਚ ਪਿਆਰ, ਮੁਹੱਬਤ, ਸ਼ਾਂਤੀ, ਖੁਸ਼ੀ ਆਣੀ ਸ਼ੁਰੂ ਹੋ ਜਾਏਗੀ। ਔਰ ਨਾਲੇ ਇਹ ਜ਼ਰੂਰ ਕਹਿਣਾ ਕਿ ਮਾਲਕ ਦੀ ਰਹਿਮਤ ਨਾਲ ਮੇਰੇ ਘਰ 'ਚ ਬਹੁਤ ਖੁਸ਼ੀ ਹੈ। ਕਿਉਂਕਿ ਜੇ ਇਦਾਂ ਕਹਾਂਗੇ ਮੇਰੇ ਘਰ 'ਚ ਬਹੁਤ ਖੁਸ਼ੀ ਹੈ ਤਾਂ ਸਾਡੇ ਮਨ ਨਾਲ ਕਹਿਣਾ ਖੁਸ਼ੀ ਕਿੱਦਾਂ ਹੈ। ਪਰ ਜਦੋਂ ਕਹਾਂਗੇ ਮਾਲਕ ਦੀ ਕਿਰਪਾ ਨਾਲ, ਉਹਦੀ ਰਹਿਮਤ ਨਾਲ ਮੇਰੇ ਘਰ 'ਚ ਬਹੁਤ ਖੁਸ਼ੀ ਹੈ, ਤਾਂ ਬੰਦੇ ਨੂੰ ਫਿਰ ਪਤਾ ਹੈ ਕਿ ਮਾਲਕ ਦੀ ਕਿਰਪਾ ਤਾਂ ਕੁਝ ਵੀ ਕਰ ਸਕਦੀ ਹੈ। ਜਿੱਦਾਂ ਬੰਦਾ ਕਹਿੰਦਾ ਨਾ ਮੇਰੇ ਘਰ ਦਾ ਰੰਗ ਬਦਲ ਰਿਹਾ ਹੈ, ਹੁਣ ਕੋਈ ਪੇਂਟਰ ਲੱਗਾ ਨਹੀਂ ਤਾਂ ਕਹਿਣਾ ਜਦ ਪੇਂਟਰ ਨਹੀਂ ਲੱਗਾ ਤਾਂ ਬਦਲੇਗਾ ਕਿੱਦਾਂ, ਕਹਿਣਾ ਥੋੜੀ ਬਦਲ ਜਾਣਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਮਾਲਿਕ ਦਾ ਨਾਮ ਲੈ ਲੈਂਦੇ ਆ ਤੇ ਇਹਦਾ ਮਤਲਬ ਹੈ ਆਪਣੇ ਦੁੱਖਾਂ ਦੇ ਰੰਗ ਨੂੰ ਬਦਲਣ ਵਾਸਤੇ ਅਸੀਂ ਉਹ ਮਾਲਿਕ ਰੂਪੀ ਪੇਂਟਰ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਕਿ ਇਹ ਮਾਲਿਕ ਹੁਣ ਮੇਰੇ ਜੀਵਨ ਦਾ ਦੁੱਖਾਂ ਦਾ ਰੰਗ ਬਦਲ ਦੇ ਔਰ ਖੁਸ਼ੀਆਂ ਦਾ ਰੰਗ ਚੜਾ ਦੇ। ਇਸ ਲਈ ਅੱਜ ਤੋਂ ਹੁਣ ਸਤਸੰਗ ਦੀ ਸਮਾਪਤੀ ਕਰ ਦਈਏ, ਟਾਈਮ ਬਹੁਤ ਹੋ ਗਿਆ, ਭੁੱਖ ਵੀ ਲੱਗ ਗਈ ਹੋਣੀ ਤੁਹਾਨੂੰ। ਇਸ ਕਰਕੇ ਆਓ ਹੁਣ ਸਤਸੰਗ ਨੂੰ ਸਮਾਪਤੀ ਤਰਫ ਲੈ ਕੇ ਚੱਲੀਏ। ਭੁੱਖ ਕਿਹਨੂੰ ਲੱਗੀ, ਹੱਥ ਖੜਾ ਕਰਕੇ ਦੱਸੋ। ਗਰਮੀ ਤਾਂ ਨਹੀਂ ਲੱਗ ਰਹੀ? ਬਹੁਤ ਅੱਛੀ ਗੱਲ ਹੈ, ਕਿਉਂਕਿ ਰੋਟੀ ਦਾ ਰੋਜ਼ ਅੱਛਾ ਹੋਰ ਸੁਣਾਈਏ, ਠੀਕ ਹੈ। ਹੁਣ ਸਮਝ ਲਓ ਕਿ ਅੱਜ ਤੋਂ ਐਸੀ ਵੀ ਇਹ ਪ੍ਰੈਕਟਿਸ ਕਰਨੀ ਹੈ। ਪ੍ਰੈਕਟਿਸ ਦਾ ਮਤਲਬ ਇਹ ਕੋਸ਼ਿਸ਼ ਕਰਨੀ ਹੈ ਕਿ ਉੱਠਦੇ ਬੈਠਦੇ ਤੁਰਦੇ ਫਿਰਦੇ ਆਪਣੇ ਜੀਵਨ ਚੋਂ ਕਿਹੜੀ ਆਵਾਜ਼ ਦੇਣੀ ਹੈ, ਮਾਲਕ ਦੀ ਕਿਰਪਾ ਨਾਲ ਮੈਂ ਬਹੁਤ ਖੁਸ਼ ਹਾਂ, ਮਾਲਕ ਦੀ ਕਿਰਪਾ ਨਾਲ ਮੇਰੇ ਘਰ 'ਚ ਬਹੁਤ ਬਰਕਤ ਹੈ। ਜਦ ਕਹਿ ਰਹੇ ਹੋ ਫਿਰ ਸਾਰੇ ਮੇਰੇ ਘਰ 'ਚ ਬਹੁਤ, ਮੇਰੇ ਘਰ 'ਚ ਬਹੁਤ, ਮੇਰੇ ਘਰ 'ਚ ਬਹੁਤ। ਹੁਣ ਪਿਆਰ ਵੀ ਕਹਿਣਾ ਹੈ ਕਿਉਂਕਿ ਬਰਕਤ ਦੇ ਨਾਲ ਪਿਆਰ ਵੀ ਚਾਹੀਦੀ ਹੈ ਕਿ ਮਾਲਕ ਦੀ ਕਿਰਪਾ ਨਾਲ ਮੇਰੇ ਘਰ 'ਚ ਬਹੁਤ, ਮੇਰੇ ਘਰ 'ਚ ਬਹੁਤ, ਮੇਰੇ ਘਰ 'ਚ ਬਹੁਤ। ਹੁਣ ਪਿਆਰ ਵੀ ਕਹਿ ਦਿੱਤਾ, ਹੁਣ ਇਹ ਵੀ ਕਹਿਣਾ ਮੈਂ ਬਹੁਤ ਖੁਸ਼ ਹਾਂ, ਮਾਲਕ ਦੀ ਕਿਰਪਾ ਨਾਲ ਮੈਂ ਬਹੁਤ, ਮੈਂ ਬਹੁਤ, ਮੈਂ ਬਹੁਤ। ਹੁਣ ਜਰਾ ਦੇਖੋ, ਤੁਸੀਂ ਦਿਲੋਂ ਕਹੋ ਮੈਂ ਬਹੁਤ ਖੁਸ਼ ਹਾਂ, ਤੁਹਾਨੂੰ ਹੁਣੇ ਹੀ ਆਪਣੇ ਅੰਦਰ ਖੁਸ਼ੀ ਮਹਿਸੂਸ ਹੋਣੀ ਹੈ। ਇਹਦਾ ਇੱਕ ਗੱਲ ਅਜਮਾ ਕੇ ਦੇਖ ਲਿਓ, ਕਿਉਂਕਿ ਅਸੀਂ ਜੋ ਕਹਿ ਰਹੇ ਹਾਂ ਇਹ ਕੋਈ ਸਿਰਫ ਤੁਹਾਡਾ ਮਨ ਬਹਿਲਾਨ ਨੂੰ ਨਹੀਂ ਕਹਿ ਰਹੇ, ਇਹ ਜੀਵਨ ਦੀ ਪਰਖੀ ਹੋਈ ਸੱਚਾਈ ਹੈ ਜੋ ਤੁਹਾਨੂੰ ਦੱਸ ਰਹੇ ਹਾਂ। ਕਿ ਕਦੀ ਤੁਸੀਂ ਠੀਕ ਹੋਵੋ ਨਾ ਤਾਂ ਅੱਧਾ ਘੰਟਾ ਬਹਿ ਕੇ ਕਹੋ ਹਾਏ ਮੇਰਾ ਸਿਰ ਬਹੁਤ ਦੁਖਦਾ ਹੈ, ਹਾਏ ਮੇਰਾ ਸਿਰ ਬਹੁਤ ਦੁਖਦਾ ਹੈ, ਹਾਏ ਮੇਰਾ ਸਿਰ ਬਹੁਤ ਦੁਖ। ਅੱਧੇ ਘੰਟੇ 'ਚ ਤੁਹਾਡਾ ਸਿਰ ਦੁਖਣਾ ਸ਼ੁਰੂ ਹੋ ਜਾਏਗਾ, ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਬੁਲਾਉਂਦੇ ਹੋ એનર્ਜੀ ਤੁਹਾਡੇ ਵੱਲ ਆਣੀ ਸ਼ੁਰੂ ਹੋ ਜਾਂਦੀ ਹੈ। ਹੁਣ ਚੰਗਾ ਭਲਾ ਬੰਦਾ ਵੀ ਜਦੋਂ ਬਿਮਾਰੀ ਬਾਰੇ ਸੋਚੇਗਾ ਬਿਮਾਰੀ ਉਹਨੂੰ ਘੇਰਾ ਪਾ ਲਏਗੀ, ਤਾਂ ਜੇ ਬਿਮਾਰ ਬੰਦਾ ਤੰਦਰੁਸਤੀ ਬਾਰੇ ਸੋਚੇਗਾ, ਮਾਲਿਕ ਦੀ ਕਿਰਪਾ ਬਾਰੇ ਸੋਚੇਗਾ, ਮਾਲਿਕ ਦੀ ਰਹਿਮਤ ਬਾਰੇ ਸੋਚੇਗਾ, ਤਾਂ ਫਿਰ ਉਹਦੇ ਜੀਵਨ ਚੋਂ ਬਿਮਾਰੀ ਦੂਰ ਹੋ ਜਾਏਗੀ ਔਰ ਉਹਦੇ ਜੀਵਨ 'ਚ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ। ਕਿਉਂਕਿ ਜੋ ਅਸੀਂ ਬੋਲਦੇ ਆ ਉਹੀ એનર્ਜੀ ਸਾਡੀ ਤਰਫ ਆਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਮਹਾਤਮਾ ਬੁੱਧ ਨੇ ਕਿਹਾ ਹੈ ਕਿ ਤੇਰੇ ਸ਼ਬਦ ਹੀ ਤੇਰੇ ਜੀਵਨ ਦਾ ਨਿਰਮਾਣ ਕਰਦੇ ਹੈ। ਤੇਰੇ ਸ਼ਬਦ ਜੋ ਤੂੰ ਬੋਲਦਾ ਹੈ ਉਹੀ ਤੇਰੇ ਜੀਵਨ ਨੂੰ ਬਣਾਉਂਦੇ ਹੈ। ਹੁਣ ਅੱਛਾ ਬੋਲ ਕੇ ਤੂੰ ਆਪਣੇ ਜੀਵਨ ਨੂੰ ਅੱਛਾ ਬਣਾ ਸਕਦਾ ਹੈ, ਪਿਆਰਾ ਬੋਲ ਕੇ ਤੂੰ ਆਪਣੇ ਜੀਵਨ ਨੂੰ ਪਿਆਰਾ ਬਣਾ ਸਕਦਾ ਹੈ, ਤਾਂ ਬੁਰਾ ਬੋਲ ਕੇ ਬਿਮਾਰੀ ਦਾ ਬੋਲ ਕੇ ਤੂੰ ਆਪਣੇ ਜੀਵਨ ਨੂੰ ਬੁਰਾ ਬਣਾ ਸਕਦਾ ਹੈ, ਬਿਮਾਰੀਆਂ ਦਾ ਘਰ ਬਣਾ ਸਕਦਾ ਹੈ। ਹੁਣ ਖੁਸ਼ੀ ਚਾਹੁੰਦੇ ਹੋ ਤਾਂ ਅੱਜ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਬਿਮਾਰੀ ਦੀ ਗੱਲ ਨਹੀਂ ਕਰਨੀ। ਹੁਣ ਜਿਨ੍ਹਾਂ ਨੇ ਸਤਸੰਗ ਸੁਣ ਲਿਆ ਠੀਕ, ਜੇ ਤੁਹਾਡਾ ਕਿਸੇ ਰਿਸ਼ਤੇਦਾਰ ਦਾ ਫੋਨ ਆਵੇ ਨਾ ਉਹ ਮੈਂ ਬਹੁਤ ਦੁਖੀ, ਉਹ ਤੂੰ ਹੋਏਗਾ ਮੈਂ ਤਾਂ ਬਹੁਤ ਖੁਸ਼ ਹਾਂ। ਹੁਣ ਮੈਂ ਦੁੱਖਾਂ ਦੀ, ਉਹਨਾਂ ਵੀ ਹੈਰਾਨ ਰਹਿ ਜਾਣਾ, ਕਮਾਲ ਦੀ ਗੱਲ ਹੈ। ਅੱਗੇ ਤਾਂ ਮੈਂ ਕਹਿੰਦਾ ਸੀ ਮੈਂ ਦੁਖੀ, ਤਾਂ ਅੱਗੇ ਉਹ ਕਹਿੰਦਾ ਸੀ ਮੈਂ ਤੇਰੇ ਤੋਂ ਵੀ ਜ਼ਿਆਦਾ ਦੁਖੀ। ਹੁਣ ਇਹਨੂੰ ਕੀ ਹੋ ਗਿਆ? ਹੁਣ ਕਹਿੰਦਾ ਮੈਂ ਸੁਖੀ, ਕਿਉਂਕਿ ਪਤਾ ਭਾਈ ਤੂੰ ਦੁੱਖ ਦੀ ਗੱਲ ਕਰੇਗਾ ਤਾਂ ਤੇਰੇ ਘਰ 'ਚ ਦੁੱਖ ਆਏਗਾ, ਕਿਉਂਕਿ ਸ਼ੇਰ ਆ ਗਿਆ, ਸ਼ੇਰ ਆ ਗਿਆ, ਤੇਰੇ ਦੁੱਖਾਂ ਦੇ ਸ਼ੇਰ ਨੇ ਆਣਾ ਹੈ। ਤਾਂ ਜੇ ਮੈਂ ਮਾਲਕ ਦੀਆਂ ਰਹਿਮਤਾਂ ਦੀ ਗੱਲ ਕਰਾਂਗਾ ਤਾਂ ਮੇਰੇ ਘਰ ਮਾਲਕ ਦੀਆਂ ਰਹਿਮਤਾਂ ਨੇ ਆਣਾ ਹੈ। ਔਰ ਜਿੱਥੇ ਉਹਦੀਆਂ ਰਹਿਮਤਾਂ ਆਉਂਦੀਆਂ ਉੱਥੇ ਕਮੀ ਕੋਈ ਨਹੀਂ ਰਹਿੰਦੀ, ਕਿਉਂਕਿ ਜਿੱਥੇ ਦਾਤਾ ਆ ਗਿਆ ਉੱਥੇ ਦਾਤਾ ਦੀ ਕਦੀ ਕਮੀ ਨਹੀਂ ਆਉਂਦੀ। ਇਸ ਲਈ ਅਸੀਂ ਦਾਤੇ ਨੂੰ ਬੁਲਾਣਾ ਹੈ, ਦਾਤਾ ਆਪੇ ਹੀ ਆ ਜਾਣਗੀਆਂ, ਦੁੱਖਾਂ ਨੂੰ ਨਹੀਂ ਆਵਾਜ਼ ਦੇਣੀ। ਹੁਣ ਸਮਝ ਲਓ ਕਿ ਇੱਥੇ ਇੱਕ ਦੁਖੀ ਰਾਮ ਬੈਠਾ, ਇੱਕ ਸੁਖੀ ਰਾਮ ਬੈਠਾ, ਔਰ ਗੇਟ ਦੇ ਬਾਹਰੋਂ ਕੋਈ ਆਵਾਜ਼ ਮਾਰੇ ਦੁਖੀ ਰਾਮ, ਤਾਂ ਹੁਣ ਉੱਠ ਕੇ ਕਿਹਨਾਂ ਜਾਣਾ ਹੈ? ਜਵਾਬ ਦਿਓ। ਸੁਖੀ ਰਾਮ ਜਾਏਗਾ, ਕਿਉਂਕਿ ਆਵਾਜ਼ ਪਈ ਹੈ ਦੁਖੀ ਰਾਮ, ਤਾਂ ਜਾਣਾ ਵੀ ਦੁਖੀ ਰਾਮ ਨੇ ਆ। ਤਾਂ ਬਾਹਰੋਂ ਕੋਈ ਆਵਾਜ਼ ਮਾਰੇ ਸੁਖੀ ਰਾਮ, ਤਾਂ ਹੁਣ ਦੁਖੀ ਰਾਮ ਬੈਠਾ ਰਹੇਗਾ, ਸੁਖੀ ਰਾਮ ਚਲਾ ਜਾਏਗਾ। ਹੁਣ ਇਸੇ ਤਰ੍ਹਾਂ ਸਮਝ ਲਓ ਕਿ ਇਹ ਦੋ ਹੀ ਚੀਜ਼ਾਂ, ਦੁੱਖ ਵੀ ਹੈ ਦੁਨੀਆ ਤੇ ਸੁੱਖ ਵੀ ਹੈ। ਹੁਣ ਤੁਸੀਂ ਜਿਹਨੂੰ ਆਵਾਜ਼ ਮਾਰਦੀ ਨਾ ਉਹਨੇ ਹੀ ਤੁਹਾਡੇ ਘਰ ਵੱਲ ਆਣਾ ਹੈ।
ਅੱਜ ਤੋਂ ਅਸੀਂ ਸੁੱਖਾਂ ਨੂੰ ਆਵਾਜ਼ ਦੇਣੀ ਹੈ, ਖੁਸ਼ੀਆਂ ਨੂੰ ਆਵਾਜ਼ ਦੇਣੀ ਹੈ। ਔਰ ਉਹ ਕਿੱਦਾਂ ਕਿ ਮਾਲਕ ਦੀ ਰਹਿਮਤ ਨਾਲ ਮੈਂ ਬਹੁਤ ਸੁਖੀ ਹਾਂ, ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਸੁਖੀ ਹਾਂ। ਮੇਰੇ ਘਰ 'ਚ ਕੋਈ ਕਮੀ ਨਹੀਂ, ਕਿਉਂਕਿ ਜਿੱਥੇ ਮੇਰਾ ਮਾਲਕ ਹੈ ਉੱਥੇ सब कुछ है। इको ही गल कहनी है कि साथ जब से है तुम्हारा मिल गया, डूबते दिल को किनारा मिल गया, क्या जरूरत अब सहारों की मुझे, जब मुझे तेरा सहारा मिल गया। जो मैनू तेरा सहारा मिल गया तो हुण मैनू होर सहारियां दी लोड़ ही नहीं, क्योंकि एक तेरा सहारा काफी है। एक तेरे सहारे ही मेरी जिंदगी गुजर सकती है, क्योंकि जिन्होंने तेरा सहारा मिल गया उन्होंने होर सहारियां दी लोड़ नहीं है, क्योंकि जिथे वो रब दियां रहमतां ने काम आना है उत्थे होर किसी ने काम नहीं आना। इसलिए आओ अज तो रब दियां रहमतां नूं आवाज़ देनी है, मालिक दियां रहमतां दी गल करनी है, खुशियां दी गल करनी है, तंदुरुस्ती दी गल करनी है। जे सिर भी दुखे, पेट भी दुखे, कोई दर्द भी होवे तां भी ना कहो मैं दुखी, बल्कि कहो मालिक दी किरपा नाल मैं ठीक हाँ, मैं ठीक हाँ। ठीक निकले तो तुसीं पाओगे कुछ दिनां च ही ਤੁਸੀਂ ਠੀਕ ਹੁੰਦੇ ਚਲੇ ਜਾਓਗੇ। ਨਹੀਂ ਤਾਂ ਕਈ ਜੀਵ ਇੱਥੇ ਬੈਠੇ ਜਿਹੜੇ ਕਹਿੰਦੇ ਮੈਨੂੰ 2 ਮਹੀਨੇ ਹੋ ਗਏ, 6 ਮਹੀਨੇ ਹੋ ਗਏ ਦਵਾਈ ਖਾਂਦੀ ਨੂੰ, ਮੇਰੀ ਬਿਮਾਰੀ ਦੂਰ ਨਹੀਂ ਹੋਈ ਜਾਂ ਮੇਰਾ ਦੁੱਖ ਦੂਰ ਨਹੀਂ ਹੋਇਆ। ਪਰ ਅੱਜ ਦਵਾਈ ਵੀ ਖਾਓ ਪਰ ਨਾਲ ਨਾਲ ਇਹ ਵੀ ਕਹੋ ਕਿ ਮਾਲਿਕ ਦੀ ਕਿਰਪਾ ਨਾਲ ਮੈਂ ਠੀਕ ਆ, ਤਾਂ ਤੁਸੀਂ ਪਾਓਗੇ ਜਿਹੜਾ ਸਾਲਾਂ ਤੋਂ ਦੁੱਖ ਦੂਰ ਨਹੀਂ ਹੋਇਆ। ਔਰ ਜਿੱਦਾਂ ਦੱਸਿਆ ਕਿ ਜੇ ਕੋਈ ਜ਼ਿਆਦਾ ਗਹਿਰਾ ਦੁੱਖ ਹੈ ਤਾਂ ਤੁਸੀਂ ਰਹਿਮਤ ਵੀ ਲੈ ਸਕਦੇ ਹੋ ਦੁੱਖਾਂ ਨੂੰ ਦੂਰ ਕਰਨ ਵਾਲੀ। ਜਿੱਦਾਂ ਦੱਸਿਆ ਨਾ ਕਿ ਜੇ ਵਿਟਾਮਿਨ ਦਾ ਕੋਈ ਲੈਵਲ ਘੱਟ ਹੈ, विटामिन सी, विटामिन डी या कोई भी लेवल घट है, वो दवाई लेंदे हैं तो लेवल बढ़ जाता है। इसी तरह जे ज्यादा कोई बड़ी प्रॉब्लम है तो मालिक दे घर दी रहमत भी असीं लै सकदे हां, ताकि वो रहमत दा लेवल अप होवे तां साडे जीवन दी तकलीफां दूर हो जाण, क्योंकि रहमत भी तां गुरुआं पीरां फकीरां दे दर तो मिलदी है। इसलिए तो एक गल असीं कही दी है, फिर सत्संग दी समाप्ति करिए, तीजी वार कह चुके हैं असीं, पर की करिए समाप्त होण दा नां नहीं लैंदा, आनंद ही इन्ना आ रहा है। हुण इत्थे दस दईए कि हर मर्ज का इलाज नहीं मिलता दवाखाने में। हर मर्ज का, मर्ज कह देंगे बीमारी नूं, दवाखाना कह देंगे हॉस्पिटल नूं, जिथों दवाई मिलती है। हर मर्ज का इलाज नहीं मिलता दवाखाने में, कुछ दर्द मिट जाते हैं फकीरों के पास आने में। कि कुछ दर्द, कुछ रोग इदां दे हुंदे है ਜਿਹੜੇ ਫਕੀਰਾਂ ਦੇ ਕੋਲ ਬਹਿ ਕੇ ਹੀ ਦੂਰ ਹੋ ਜਾਂਦੇ। ਇਹ ਤਾਂ ਕਈ ਜੀ ਬੈਠੇ ਹੋਣਗੇ ਜਿਨ੍ਹਾਂ ਦੇ ਕਿਤੇ ਦਰਦ ਹੁੰਦੀ ਹੋਏਗੀ, ਹੁਣ ਠੀਕ ਲੱਗਦਾ ਹੋਣੇਗਾ ਉਹਨਾਂ ਨੂੰ। ਸਤਸੰਗ ਤੋਂ ਪਹਿਲਾਂ ਕਿਸੇ ਨੂੰ ਲੱਗਦਾ ਹੋਏਗਾ ਮੇਰਾ ਸਿਰ ਦਰਦ ਹੈ, ਮੇਰੇ ਪੇਟ ਦਰਦ ਹੈ, ਪਰ ਹੁਣ ਮਹਿਸੂਸ ਕਰੋ ਠੀਕ ਹੋ ਕਿ ਨਹੀਂ। ਹੁਣ ਦੇਖੋ ਫਰਕ ਪੈਂਦਾ ਹੈ, ਇਹ ਕੋਈ ਮਜ਼ਾਕ ਦੀ ਗੱਲ ਨਹੀਂ, ਉਹਦੀ ਕਿਰਪਾ ਨਾਲ ਫਰਕ ਪੈਂਦਾ ਹੈ। ਜਦੋਂ ਅੰਦਰ ਵਿਸ਼ਵਾਸ ਹੋਵੇ, ਅੰਦਰ ਯਕੀਨ ਹੋਵੇ, ਖੁਸ਼ੀ ਹੋਵੇ, ਤਾਂ ਬੜੇ ਤੋਂ ਬੜਾ ਦੁੱਖ ਵੀ ਦੂਰ ਹੋ ਜਾਂਦਾ। ਇਸ ਲਈ ਸਮਝ ਲਓ ਕਿ ਅੱਜ ਮੌਕਾ ਹੈ ਜੀਵਨ ਨੂੰ ਬਦਲਣ ਦਾ। ਅੱਜ ਜੇ ਕਿਰਪਾ ਹੋਈ ਹੈ ਤਾਂ ਹੁਣ ਇਹ ਕਿਰਪਾ ਬਣਾਈ ਰੱਖਣੀ ਆਪਣੇ ਜੀਵਨ ਚੋਂ। ਕਿੱਦਾਂ? ਵਿਸ਼ਵਾਸ ਦੇ ਨਾਲ ਕਿ ਮਾਲਿਕ ਦੀ ਕਿਰਪਾ ਨਾਲ ਮੈਂ ਠੀਕ ਹਾਂ, ਮਾਲਿਕ ਦੀ ਕਿਰਪਾ ਨਾਲ ਮੈਂ ਠੀਕ ਹਾਂ, ਮਾਲਿਕ ਦੀ ਕਿਰਪਾ ਨਾਲ ਮੈਂ ਠੀਕ ਹਾਂ, ਮੈਂ ਬਹੁਤ ਖੁਸ਼ ਹਾਂ, ਮੇਰੇ ਘਰ 'ਚ ਬਹੁਤ ਬਰਕਤਾਂ ਹੈ, ਮੇਰੇ ਘਰ 'ਚ ਬਹੁਤ ਪਿਆਰ ਹੈ। ਅੱਜ ਤੋਂ ਪਿਆਰ ਦੀ, ਵਿਸ਼ਵਾਸ ਦੀ, ਖੁਸ਼ੀ ਦੀ, ਰਹਿਮਤ ਦੀ ਗੱਲ ਹੋਵੇ ਤਾਂ ਫਿਰ ਤੁਸੀਂ ਪਾਓਗੇ ਤੁਸੀਂ ਠੀਕ ਹੀ ਹੁੰਦੇ ਚਲੇ ਜਾਓਗੇ। ਤੁਹਾਡੇ ਜੀਵਨ 'ਚ ਰਹਿਮਤਾਂ ਹੀ ਰਹਿਮਤਾਂ ਹੋਣਗੀਆਂ। ਸੋ ਆਓ ਆਪਣੇ ਜੀਵਨ 'ਚ ਉਹ ਮਾਲਿਕ ਦਾ ਵਿਸ਼ਵਾਸ ਪੈਦਾ ਕਰੀਏ, ਆਪਣੇ ਮਾਲਿਕ ਤੇ ਭਰੋਸਾ ਰੱਖੀਏ, ਦੁੱਖਾਂ ਦੀ ਗੱਲ ਅੱਜ ਤੋਂ ਬੰਦ ਕਰੀਏ, ਖੁਸ਼ੀਆਂ ਦੀ ਗੱਲ ਕਰੀਏ, ਮਾਲਿਕ ਦੀਆਂ ਰਹਿਮਤਾਂ ਦੀ ਗੱਲ ਕਰੀਏ, ਤਾਂ ਸਾਡੇ ਘਰ 'ਚ ਮਾਲਿਕ ਦੀਆਂ ਰਹਿਮਤਾਂ ਆਣੀਆਂ ਸ਼ੁਰੂ ਹੋ ਜਾਣਗੀਆਂ। ਔਰ ਜਿੱਥੇ ਉਹਦੀ ਰਹਿਮਤ ਹੈ ਉੱਥੇ ਨਾ ਹੀ ਕੋਈ ਕਮੀ ਆਈ ਹੈ ਤਾਂ ਨਾ ਹੀ ਕਦੀ ਆ ਸਕਦੀ ਹੈ। ਇਸ ਲਈ ਆਪਣੇ ਮਾਲਿਕ ਨਾਲ ਦਿਲੋਂ ਜੁੜੀਏ, ਵਿਸ਼ਵਾਸ ਨਾਲ ਜੁੜੀਏ ਔਰ ਆਪਣੀ ਝੋਲੀ ਉਹਦੀਆਂ ਰਹਿਮਤਾਂ ਨਾਲ ਭਰਪੂਰ ਕਰਕੇ ਆਪਣਾ ਜੀਵਨ ਸਫਲ ਬਣਾਈਏ। ਔਰ ਹੁਣ ਇਹਨਾਂ ਵਚਨਾਂ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਅੰਤ ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਤੁਹਾਨੂੰ ਸਭ ਨੂੰ ਨਾਮ ਜਪਣ ਦੀ ਤਾਕਤ ਦੇਣ, ਤੁਹਾਨੂੰ ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਮਾਲਿਕ ਬਲ ਬਖਸ਼ਣ ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਹੀ ਮਾਲਿਕ ਤੁਹਾਡੇ ਤੇ ਬਣਾਏ ਰੱਖਣ, ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ ਨੂੰ ਦੂਰ ਕਰਨ ਔਰ ਤੁਹਾਡੀ ਸਭ ਦੀ ਝੋਲੀ ਖੁਸ਼ੀਆਂ, ਰਹਿਮਤਾਂ, ਬਰਕਤਾਂ ਨਾਲ ਮਾਲਿਕ ਭਰਪੂਰ ਕਰਨ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ ਭਰਿਆ ਹੋਵੇ, ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। ਜੈ